इसकी बीवी है मेरा ਉਹਦਾ ਨਾਲ ਕੀ ਤਲਕ ਹੁਣ ਦੱਸੋ ਉਹ ਤੇ ਕਾਦੀਆਨੀ ਇਧਰੇ ਉਹ ਤੇ ਆਦੀ ਮੈਂ ਪੱਕੀ ਮੁਸਲਮਾਨ ਆ। ਮੈਨੂੰ ਕੀ ਪਤਾ ਭਾਈ ਮੈਂ ਕਿਹੜਾ ਜਾਣਨਾ ਉਹਨੂੰ ਮੁਸਲਮਾਨ ਹੈ ਜਾਂ ਗੈਰ ਮੁਸਲਮਾਨ ਤੇ ਫਿਰ ਤੁਸੀਂ ਉਹ ਤੇ ਇਲਜ਼ਾਮ ਕਿਉਂ ਲਾਉਂਦੇ ਹੋ ਕਾਦੀਆਨੀ? ਨਹੀਂ ਉਹ ਆਪ ਨੇ ਦੱਸਿਆ ਕਿ ਮੈਂ ਕਾਦੀਆਨੀ ਦੀ ਬੀਵੀ ਹਾਂ। ਆਹਾ ਤੇ ਪੀਰ ਕਾਦੀਆਨੀ ਕਾਦੀਆਨੀ ਹੈ ਉਹਦਾ ਵੀ ਕੋਈ ਪਤਾ ਨਹੀਂ ਮੈਨੂੰ ਕੌਣ ਹੈ ਕੌਣ ਨਹੀਂ ਮੈਂ ਨਹੀਂ ਉਹਨੂੰ ਉਹ ਜਾਣਦਾ। ਕਹਿੰਦੇ ਸਾਨੂੰ ਆਮਰ ਨਜ਼ੀਰ ਦਾ ਨਹੀਂ ਪਤਾ। ਮੈਂ ਤੁਸੀਂ ਆਪਣਾ ਕੋਈ ਬਾਰੇ ਦੱਸੋ ਜਿਹਨੂੰ ਨਾ ਜਾਣਦੇ ਮੇਰੀ ਇਖਤਲਾਫਾਤ ਦੂਰ ਕਰੋ ਆਮਰ ਸਾਹਿਬ। ਹਾਂ ਐਮਦੀਆਂ ਨੂੰ ਗਾਲਾਂ ਕੱਢਦੇ ਨੇ, ਇਹ ਗੱਲ ਠੀਕ ਹੈ? ਕੀ ਕਹੇ ਐਮਦੀਆਂ ਨੂੰ ਗਾਲਾਂ ਕੱਢਦੇ ਨੇ, ਗੱਲ ਠੀਕ ਜਿਹੜੇ ਹੈ? ਦੂਜੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਉਹ ਠੀਕ ਨੇ? ਨਹੀਂ ਤਾਂ ਜਰੀਉੱਲਾ ਨੇ ਮੈਨੂੰ ਕਿਉਂ ਗਾਲਾਂ ਚਲੋ ਕੱਢੀਆਂ? ਤੁਸੀਂ ਇਰਫਾਨ ਸਾਹਿਬ ਦੀ ਗੱਲ ਨੂੰ ਛੱਡੋ, ਲਾ ਦਿਓ ਪੋਸਟਰ। ਚੋਰ ਸਾਹਿਬ ਤੁਹਾਨੂੰ ਅੱਗੇ ਵੀ ਆਖਿਆ ਸੀ ਲਾ ਦਿਓ ਪੋਸਟਰ। ਸਾਈ ਸਾਹਿਬ ਇਹ ਨਹੀਂ ਲੈਣਾ। ਚਲੋ ਫਿਰ ਜਿਵੇਂ ਉਹ ਮੇਰੇ ਨਾਲ ਗੱਲ ਕਰੇ ਆ ਕੇ। ਉਹ ਨਹੀਂ ਗੱਲ ਕਰਕੇ ਕੀ ਬਣ ਲੱਭ ਕੀ ਬਣ ਜਾਣਾ। ਹਾਂਜੀ ਜਦੋਂ ਗਾਲਾਂ ਉੱਤੇ ਬਹਿ ਕੇ ਲਾਈਵ ਤੇ ਆਪਣੀ ਤਾਂ ਗੱਲ ਕਰਕੇ ਉਹ ਖਲੋਇਆ ਸਾਈ ਸਾਹਿਬ ਲੱਗਾ ਰਹਿੰਦੇ ਪੋਸਟਰ ਲੱਗਾ ਤੇ ਕੀ ਹੋ ਗਿਆ? ਔਰ ਸਾਈ ਸਾਹਿਬ ਕੁਛ ਨਹੀਂ ਹੁੰਦਾ, ਪੋਸਟਰ ਲੱਗਾ ਰਹਿੰਦੇ ਹੋ, ਪੋਸਟਰ ਲੱਗਾ ਤੇ ਕੀ ਹੋਇਆ? ਲਾਣ ਦਿਓ ਪੋਸਟਰ, ਫਿਰ ਕੀ ਹੈ ਜਿਹੜਾ ਕਰਦਾ ਭੁਗਤੇਗਾ। ਲੇਕਿਨ ਮੈਂ ਅਮਰ ਸਾਹਿਬ ਤੁਹਾਡਾ ਕੀ ਉਹ ਪੀਰ ਸਕਾਨੀ ਦਾ ਰੌਲਾ ਉਹ ਤੇ ਦੱਸੋ ਯਾਰ ਕੀ ਹੋਇਆ? ਯਾਰ ਕੋਈ ਰੋਲਾ ਨਹੀਂ ਮੈਂ ਦੱਸਿਆ ਸੀ ਕਿ ਜਾਣਦੇ ਨਹੀਂ ਹੈ ਤੇ ਤੁਹਾਡਾ ਤੇ ਤਜਨੀਦੀ ਤੁਹਾਡਾ ਤੇ ਨਹੀਂ ਤਜਨੀਦੀ ਆਵਾਜ਼ ਘੱਟ ਕਰੋ ਜ਼ਰਾ ਇੱਕ ਮਿੰਟ। ਜਾਣਦੇ ਹੋ ਤੁਸੀਂ ਕਿਉਂ ਨਹੀਂ ਜਾਣਦੇ? ਤੁਸੀਂ ਤਾਂ ਉਹਦੇ ਨਾਲ ਬੈਂਦੇ ਰਹੋ, ਹਰ ਗੱਲ ਕਰਦੇ ਹੋ। ਇਸ ਤਰ੍ਹਾਂ ਕੰਮ ਝੂਠ ਤੇ ਨਾ ਚਲਾਓ ਅਮਰ ਸਾਹਿਬ। नहीं झूठ नहीं है अल्लाह गवाह मैं आज तक ਉਹਦੀ ਸ਼ਕਲ ਨਹੀਂ ਵੇਖੀ ਬਸ। ਨਹੀਂ ਸ਼ਕਲ ਨਹੀਂ ਵੇਖੀ ਤੁਸੀਂ, ਲੇਕਿਨ ਤੁਸੀਂ ਤਾਂ ਭਰਾ ਸੋ ਫਾਇਦਾ ਕੋਈ ਨਹੀਂ ਇਸ ਤਰ੍ਹਾਂ। ਤਾਹਰ ਸਾਹਿਬ ਦੀ ਤੇ ਸ਼ਕਲ ਵੇਖੀ ਨਾ ਉਹਨੇ ਜਰੀਉੱਲਾ ਨੇ ਤਜਨੀਦੀ ਨਹੀਂ ਉਹ ਨੰਬਰ ਤੁਹਾਡੀ ਵੀ ਸ਼ਕਲ ਉਹਨੇ ਵੇਖੀ ਹੈ। ਤੁਸੀਂ ਤੇ ਆਂਦੇ ਹੋ ਮੇਰਾ ਬੜਾ ਵੱਡਾ ਭਰਾ ਹੈ, ਮਹੀਨਾ ਦੋ ਤੇ ਤੁਸੀਂ ਇੱਕ ਸਾਲ। ਲੇਕਿਨ ਹੁਣ ਕੀ ਗੱਲ ਹੋਈ? ਯਾਰ ਇਹ ਵੇਖਣ ਨੂੰ ਪਤਾ ਨਹੀਂ ਮੈਨੂੰ ਇਹ ਜੇ ਮੇਰੇ ਨਾਲ ਜਿਹੜੇ ਨੇ ਸਾਹਿਬ ਜੀ ਜੀ ਤੁਹਾਡੇ ਵੀ ਰਾਹ ਖੁੱਲੇ ਨੇ, ਤੁਸੀਂ ਦੇਣਾ ਉਹ ਰਾਤ ਆ, ਕੋਈ ਮਸਲਾ ਨਹੀਂ ਹੈ। ਜਜ਼ਾਕ ਜਿਹੜਾ ਕੋਈ ਭੁਗਤਣਾ ਪਏਗਾ ਮੈਂ ਆਪੇ ਭੁਗਤ ਲਾਂਗਾ। ਮੈਂ ਨਾ ਅੱਜ ਤੱਕ ਡਰਿਆ ਤੇ ਨਾ ਮੈਂ ਡਰਨ ਵਾਲਿਆਂ ਚੋਂ। ਹੁਣ ਮੈਂ ਆਮਦੀਆਂ ਕੋਈ ਗਾਲਾਂ ਖਾਣੀਆਂ ਤੇ ਗੈਰ ਆਮਦੀਆਂ ਕੋਈ ਖਾਣੀਆਂ ਨੇ ਤੇ ਫਿਰ ਠੀਕ ਹੈ। ਫਿਰ ਮੈਂ ਆਪਣਾ ਸਟੈਂਡ ਜਿਹੜਾ ਮੇਰਾ ਸਟੈਂਡ ਇਹ ਹੀ ਹੈ ਕਿ ਮੈਂ ਫਿਰ ਖੜਾ ਤੇ ਖੜਾ ਹੀ ਹਾਂ ਬਸ। ਜੋ ਕਿਸੇ ਨੇ ਮੇਰੇ ਤੇ ਫਤਵਾ ਦੇਣਾ ਨਾ ਦੇ। ਜਰੀਉੱਲਾ ਜਿੰਨਾ ਚਿਰ ਮਾਫੀ ਨਹੀਂ ਨਾ ਮੰਗਦਾ ਉਹਨਾਂ ਚਿਰ ਕੋਈ ਗੱਲ ਖਤਮ ਨਹੀਂ ਹੋਣੀ। ਨਹੀਂ ਤਾਇਰ ਸਾਹਿਬ ਤੁਸੀਂ ਕਿਉਂ ਡਰਨਾ? ਤੁਸੀਂ ਕਿਸੇ ਕੋਲੋਂ ਮੰਗ ਕੇ ਖਾਂਦੇ ਹੋ ਇਸ ਦੀ ਜਮਾਤ ਵਿੱਚੋਂ ਕਿਸੇ ਕੋਲੋਂ? ਤੁਸੀਂ ਆਪਣਾ ਮਾਸ਼ਾਅੱਲਾ ਖਾਂਦੇ ਕਮਾਉਂਦੇ ਹੋ, ਤੁਸੀਂ ਆਪਣੇ ਪੈਰਾਂ ਤੇ ਖੜੇ ਹੋ, ਤੁਹਾਨੂੰ ਕੀ ਲੋੜ ਹੈ ਕਿਸੇ ਕੋਲੋਂ ਡਰਨੇ ਦੀ? ਹਾਂਜੀ ਬਿਲਕੁਲ ਨਹੀਂ ਡਰਨਾ ਚਾਹੀਦਾ ਹੀ ਨਹੀਂ। ਤਾਹਿਰ ਸਾਹਿਬ ਇੱਕ ਸਵਾਲ ਸੀਗਾ ਬਾਦਸ਼ਾਹ ਜੀ ਜੀ ਤਾਹਿਰ ਸਾਹਿਬ, ਤੁਸੀਂ ਤੇ ਬਹੁਤ ਕਹਿੰਦੇ ਹੋ ਗਾਲਾਂ ਨਹੀਂ ਕੱਢਣੀਆਂ, ਉਸ ਪਾਸੋਂ ਜਰੀਉੱਲਾ ਵੀ ਕਹਿੰਦਾ ਗਾਲਾਂ ਨਹੀਂ ਕੱਢਣੀਆਂ, ਨਾਲੇ ਉਹ ਬੜਾ ਤਕੜਾ ਹੋ ਕੇ ਆਇਆ ਹੈ ਤੇ ਉਹਨੇ ਇੱਕ ਫਤਵਾ ਦਿੱਤਾ ਹੈ ਕਿ ਬੰਬਾਸਟਿਕ ਤੇ ਤਾਰ ਸਾਹਿਬ ਕੀ ਗੱਲ ਥੱਲੇ ਕਿਉਂ ਲਾਉਂਦੇ ਹੋ? ਪਤਾ ਨਹੀਂ ਜੱਟ ਸਾਹਿਬ ਉਹ ਕੋਈ ਪ੍ਰੋਬਲਮ ਹੋਈ ਹੋਣੀ ਹੈ, ਮੈਂ ਤੇ ਨਹੀਂ ਪ੍ਰੋਬਲਮ ਇਹ ਅਮਰ ਜੀਰੀ ਥੱਲੇ ਡਿੱਗਿਆ, ਪ੍ਰੋਬਲਮ ਮੇਰੇ ਵਾਸਤੇ ਹੋਣੀ ਹੈ। ਹੁਣ ਜਦ ਮੈਂ ਕੱਲੇ ਨੂੰ ਬਿਠਾਣਾ ਤੇ ਗੱਲ ਕਰ ਲਓ, ਕੋਈ ਮਸਲਾ ਨਹੀਂ। ਅਸੀਂ ਤੇ ਮੈਂ ਤੇ ਵੈਸੇ ਆਇਆ, ਮੇਰੇ ਨਾਲ ਜਰੀਉੱਲਾ ਤੇ ਮੈਂ ਤੇ ਵੇਖੀ ਨਹੀਂ ਉੱਤੇ ਲੱਗਿਆ ਕਿ ਕੀ ਕੀਤਾ ਹੈ। ਲੇਕਿਨ ਇਹਦੇ ਨਾਲ ਤੇ ਗੱਲ ਕਰਨ ਦੇ ਜਿਹੜਾ ਇੱਥੇ ਇਖਤਲਾਫਾਤ ਹੈ ਆਪਣੀ ਜਗ੍ਹਾ ਤੇ, ਤੁਹਾਡਾ ਉਹਦਾ ਕੋਈ ਮਸਲਾ ਨਹੀਂ, ਲੇਕਿਨ ਆਪਣੇ ਇਖਤਲਾਫਾਤ ਵੀ ਦੱਸੇ ਨਾ। ਨਹੀਂ ਜੱਟ ਸਾਹਿਬ ਸਰ ਨਿਸ਼ਾਨ ਹੀ ਤੁਹਾਡੇ ਤੇ ਜ਼ਾਹਿਰ ਹੋਇਆ ਤੇ ਇਹਦੇ ਚ ਤਾਹਿਰ ਸਾਹਿਬ ਦਾ ਕੀ ਕਸੂਰ ਹੈ? ਨਿਸ਼ਾਨ ਦੇ ਮੁਰਤਕਿਬ ਤੁਸੀਂ ਹੋਏ ਹੋ, ਤੁਹਾਡੇ ਤੇ ਜ਼ਾਹਿਰ ਹੋਇਆ ਤਾਂ ਤੁਸੀਂ ਥੱਲੇ ਉਤਰ ਗਏ ਹੋ। ਜੀ ਤਾਹਿਰ ਸਾਹਿਬ, ਮੈਂ ਉਹ ਸਵਾਲ ਪੁੱਛ ਰਿਹਾ ਸਾਂ ਕਿ ਤੁਸੀਂ ਵੀ ਇੱਕ ਪਾਸੇ ਕਹਿੰਦੇ ਹੋ ਕਿ ਗਾਲਾਂ ਨਹੀਂ ਕੱਢਣੀਆਂ, ਉਸ ਪਾਸੋਂ ਜਰੀਉੱਲਾ ਵੀ ਕਹਿੰਦਾ ਗਾਲਾਂ ਨਹੀਂ ਕੱਢਣੀਆਂ, ਤੇ ਸਮਝ ਨਹੀਂ ਆਈ ਕਿ ਉਹ ਤੁਹਾਡੇ ਖਿਲਾਫ ਕਿਉਂ ਬੋਲਿਆ ਹੈ? ਤੇ ਜਰੀਉੱਲਾ ਸਾਹਿਬ ਤੇ ਖੁਦ ਗਾਲਾਂ ਕੱਢਦੇ ਨੇ। ਇੱਕ ਗੱਲ ਤੇ ਬੜੇ ਤਕੜੇ ਹੋ ਕੇ ਆਏ ਨੇ, ਉਹਨਾਂ ਨੇ ਕਿਹਾ ਬੰਬਾਸਟਿਕ ਤੇ ਮੂਸਾ ਦੀ ਜਿਹੜੀ ਆਈਡੀ ਹੈ ਇਹਨਾਂ ਸ਼ਾਤਮੀਅਤ ਕੀਤੀ ਹੈ, ਬੜੇ ਤਕੜੇ ਆਏ ਨੇ। ਤੇ ਮੈਨੂੰ ਅੱਜ ਕਹਿਤਾ ਨੇ ਗਾਲੀ ਬਾਜ਼ ਹੈ। ਰੱਦੀ ਗੱਲ, ਹਾਲਾਂਕਿ ਤੁਸੀਂ ਗਾਲਾਂ ਨਹੀਂ ਕੱਢਦੇ। ਨਹੀਂ ਤੇ ਮੈਂ ਤੇ ਉਹਨਾਂ ਨੂੰ ਤੇ ਨਾ ਕਦੀ ਕੱਢੀ। ਰੌਲਾ ਕੀ ਬਣਿਆ ਮੈਨੂੰ ਸਮਝ ਨਹੀਂ ਆਈ। ਉਹ ਨਹੀਂ ਸ਼ਾਨ ਸਾਹਿਬ ਤੁਸੀਂ ਤੇ ਦੱਸੋ। ਚਲੋ ਜਰੀਸੁੱਲਾ ਸਾਹਿਬ ਨੂੰ ਗਾਲਾਂ ਪੜੀਆਂ, ਉਹਨੇ ਲਾਈ ਹੈ ਬਰਾੜ, ਕੋਈ ਮਸਲਾ ਨਹੀਂ। ਅਮਰ ਨਜ਼ੀਰ ਨੂੰ ਪੀਰ ਸਕਾਨੀ ਕਿਉਂ ਗਾਲਾਂ ਕੱਢਣ ਡਿਆ? ਨਹੀਂ ਜੱਟ ਸਾਹਿਬ, ਉਹ ਤੁਹਾਨੂੰ ਨਹੀਂ ਜੱਟ ਸਾਹਿਬ ਕਿਉਂ ਨਹੀਂ? ਸ਼ਾਨ ਸਾਹਿਬ ਉਹ ਪੀਰ ਸਕਾਨੀ ਦੇ ਉਹ ਡੰਡਾ ਛੰਡਾ ਕਰ ਰਿਹਾ, ਉਹਦੇ ਬਾਰੇ ਚ ਕੀ ਖਿਆਲ ਹੈ ਤੁਹਾਡਾ? ਕਿਉਂ ਉਹ ਗਾਲਾਂ ਕੱਢਦਾ ਪਿਆ ਅਮਰ ਨਜ਼ੀਰ ਨੂੰ? ਐਸਾ ਕੁਝ ਨਹੀਂ ਹੈ, ਤੁਸੀਂ ਐਵੇਂ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਹੋ।
ਇੱਕ ਸੈਕਿੰਡ ਸ਼ਾਨ ਭਾਈ, ਤੇ ਉਹ ਵੀ ਤੁਹਾਨੂੰ ਵਜ੍ਹਾ ਦੱਸੋ ਨਾ ਕਿ ਜਿਹੜੀ ਉਹਨੇ ਨਹੀਂ ਗੱਲ ਤਾਂ ਸੁਣੋ, ਸਾਰੇ ਅਮੀਰ ਬੋਲੋ, ਸਾਰੇ ਅਮੀਰ ਬੋਲੋ ਯਾਰ। ਆਮਰ ਨਜ਼ੀਰ ਨੂੰ ਗੱਲ ਨਹੀਂ ਆਉਂਦੀ, ਉਹ ਥੱਥਾ ਯਾਰ, ਤੁਸੀਂ ਵਿੱਚ ਬੋਲਣ ਦੇ ਹੋ। ਮੈਂ ਭਲਾ ਕੀ ਕਹਿ ਰਿਹਾ, ਜਿਹੜੀ ਆਜ਼ਮ ਸੈਫੀ ਨੇ ਜਿਹੜਾ ਮਸਰੂਰ ਸਾਹਿਬ ਦੀ ਤੰਬੀ ਲਾਈ। ਉਹ ਚੁੱਪ ਕਰ ਬੈ ਕਿਤੇ ਮਸਰੂਰ ਦੇ ਘੋੜਿਆ। ਇੱਕ ਮਿੰਟ ਅਮਰ ਸਾਹਿਬ, ਕੀ ਗੱਲ ਹੈ? ਅਮਰ ਸਾਹਿਬ ਗੱਲ ਨਹੀਂ ਕਰਦੇ। ਕੀ ਆਖੇ ਤਾਰ ਸਾਹਿਬ? ਅਫਸਰ ਮਾਰਿਆ ਸਾਹਿਬ ਐਵੇਂ ਨਾ ਬੋਲੀ ਜਾਓ ਨਾ, ਗੱਲ ਕੋਈ ਹੁੰਦੀ ਫੇਰ ਪੈਸੇ ਦਿੱਤੇ ਨੇ, ਪੈਸੇ ਚੰਦੇ ਚੋਂ। ਘੁੰਮਣ ਸਾਹਿਬ ਗੱਲ ਤੇ ਸੁਣ ਲਓ, ਆਮਰ ਨਜ਼ੀਰ ਦੇ ਤੇ ਖੋਲੋ ਯਾਰ, ਗੱਲ ਤੇ ਕਰ ਦਿਓ। ਜੱਟ ਸਾਹਿਬ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ, ਤੁਸੀਂ ਠੱਡਾ ਯਾਰ ਗੱਲ ਤੇ ਕਰੋ ਤੇ ਕੁਝ ਨਹੀਂ, ਕਿਉਂ ਨਹੀਂ? ਸਾਰਾ ਦਿਨ ਸਾਰੀ ਰਾਤ ਦਾ 200 300 ਬੰਦਾ ਬਿਠਾ ਕੇ ਹੁਣੇ ਆਇਓ, ਚਾਹ ਤੇ ਪੀਓ, ਪਹਿਲੇ ਚਾਹ ਤੇ ਪੀ ਲਓ ਨਾ, ਫਿਰ ਗੱਲ ਕਰਨੇ ਆ। ਓ ਸ਼ਾਹ ਸਾਹਿਬ ਗੱਲ ਤੇ ਸੁਣ ਲਓ। ਸ਼ਾਨ ਸਾਹਿਬ ਕੀ ਹੋ ਗਿਆ? ਸਾਹਿਬ ਇੱਥੇ ਹੀ ਹੋ? ਯਾਰ ਅਸੀਂ ਪਤਾ ਕਰਨ ਆਏ ਆ ਵੀ ਅਠਵਾਲ ਸਾਹਿਬ ਨਾਲ ਕੀ ਹੋਇਆ, ਤੁਸੀਂ ਅਸੀਂ ਵੀ ਸਾਡੀ ਗੱਲ ਪਤਾ, ਅਸੀਂ ਵੀ ਪਤਾ ਕਰਨ ਜਾਣੇ ਆ। ਪੀਰ ਸਕਾਨੀ ਨੇ ਯਾਰ ਕੀ ਬਰਾੜ ਤੇ ਆ ਕਰਦਾ? ਜਾਓ, ਆ ਕੇ ਪੁੱਛ ਲਓ ਜੱਟ ਸਾਹਿਬ, ਸਾਡੀ ਬਰਾੜ ਤੇ ਆ ਜਾਓ, ਆ ਕੇ ਪੁੱਛ ਲਓ। ਨਹੀਂ ਅਸੀਂ ਵੀ ਇੱਥੇ ਹੀ ਪੁੱਛ ਲੈਨੇ ਆ, ਉੱਥੇ ਅਸੀਂ ਤੇ ਫਾਤਿਹਾ ਪੁੱਛ ਲੈਂਦੇ ਉਹਨਾਂ ਦੀ ਕੀ ਨਾਂ ਹੈ। ਉਹ ਡੰਡਾ ਕਿੱਥੇ ਗਿਆ ਹੈ? ਉਹ ਡੰਡਾ ਕਿੱਥੇ ਗਿਆ ਜੱਟ ਸਾਹਿਬ, ਇਹ ਪੁੱਛੋ ਇੱਥੇ। ਤਾਹਿਰ ਸਾਹਿਬ ਦੇਸ਼ ਤੇ ਫਾਤਿਹਾ ਆਖਣ ਆਏ ਆ। ਉਹ ਡੰਡੇ ਦਾ ਕੀ ਬਣਿਆ ਅਮਰ ਸਾਹਿਬ? ਡੰਡਾ ਚਾਹੀਦਾ ਤੁਹਾਨੂੰ? ਨਹੀਂ ਡੰਡਾ ਤਾਂ ਤੁਹਾਨੂੰ ਲਿਬਿਆ ਹੋਇਆ ਭਾਈ ਜੀ, ਉਹਦਾ ਕੀ ਕਰਨਾ? ਉਹਦਾ ਨਹੀਂ, ਦੱਸੋ ਜੇ ਸਾਨੂੰ। ਚਾਹੀਦਾ ਤੇ ਘੱਲ ਦਿੰਦੇ ਨਹੀਂ, ਜਿਹੜਾ ਪੀਰ ਹਸਕਾਨੀ ਸਾਹਿਬ ਨੇ ਡੰਡਾ ਤੁਹਾਨੂੰ ਦਿੱਤਾ ਹੈ, ਉਹ ਕਹਿੰਦੇ ਨੇ ਰਾਤ ਦਿਨ ਕਹਿ ਰਹੇ ਨੇ ਇਹ ਡੰਡਾ ਇਧਰ ਹੀ ਰਹੇਗਾ, ਉਸका क्या करेंगे अमर? ਤਾਹਿਰ ਸਾਹਿਬ ਹੁਣ ਬਦਤਮੀਜ਼ੀ ਕਰਨ ਲੱਗ ਪਿਆ ਤੁਹਾਡਾ ਅਹਿਮਦੀ ਭਰਾ, ਤੇ ਮੈਂ ਕੋਈ ਜਵਾਬ ਦਿੱਤਾ ਤੇ ਫਿਰ ਇਹਨਾਂ ਚੀਕਾਂ ਮਾਰਨੀਆਂ ਨੇ। ਇਹ ਜੇ ਇਹਨਾਂ 'ਚ ਇਹ ਤਾਂ ਹੁੰਦੇ ਜਪੇ, ਤੇ ਇਹਨਾਂ ਨੂੰ ਬਾਹਰ ਬਹਿ ਕੇ ਝੱਟ ਕੇ ਲੂਸ ਪਲੂਸ ਲੈਣ ਦਿਓ। ਇਹ ਹੁਣੇ ਵੇਖਿਓ, ਜੇ ਤੁਹਾਡੇ ਕੇ ਪਰਿਆ ਨਾ ਆਈ ਤੇ ਗੁੱਜਰ ਨਾ ਆਖਿਓ ਸਾਨੂੰ। ਐਨੀ ਗੱਲ ਮੈਂ ਤਾਂ ਮਿਊਟ ਲਾ ਕੇ ਪੜਨ ਲੱਗਾ ਨਮਾਜ਼, ਤੇ 10 ਮਿੰਟ ਮੈਂ ਕਰਨਾ ਮਿਊਟ, ਮੇਰੇ ਸਿਰਫ ਇੱਥੇ ਆਈਡੀ ਪਈ ਰਹਿਣ ਦਿਓ, ਤੇ ਇਹ ਸਾਰੀ ਜਮਾਤੇ ਅਹਿਮਦੀ ਤੁਹਾਡੇ ਪੈਰਾਂ 'ਚ ਨਾ ਡਿੱਗੀ ਹੋਣੇ ਤੇ ਤਾਂ ਮੈਨੂੰ ਆਖਿਓ। ਮੇਰੇ ਭਾਈ ਠੀਕ ਹੈ। ਤਾਹਿਰ ਸਾਹਿਬ ਜ਼ਰਾ ਮੈਨੂੰ ਥੋੜਾ ਜਿਹਾ ਸਮਝਾਓ ਕਿ ਜਰੀ ਅੱਲਾ ਨੂੰ ਕਿਉਂ ਗੁੱਸਾ ਆਇਆ ਹੈ? ਤਾਹਿਰ ਸਾਹਿਬ ਵੀ ਤਾਹਿਰ ਸਾਹਿਬ ਨੂੰ ਪਿੱਛੇ ਫੋਨ ਪਿਆ ਮੈਂ ਹੈ ਕਿ ਮੇਰੀ ਤੇ ਉਹਨਾਂ ਨਾਲ ਵਾਕਫੀਅਤ ਹੀ ਨਹੀਂ ਹੈ। ਮੈਂ ਅਸਲ ਨਾਲ ਮਿਊਟ ਸੀ, ਤੇ ਮੇਰੀ ਤੇ ਨਹੀਂ, ਉਹਨਾਂ ਦੇ ਨਹੀਂ ਫੋਨ, ਇਹ ਦੂਜਿਆਂ ਦੇ ਹੈ, ਇਰਫਾਨ ਜੱਟ ਹੋਰਾਂ ਨੇ। ਮੈਂ ਕਿਹਾ ਮਤਲਬ ਪਿਆਮ ਦਿਓ। ਨਹੀਂ ਕੋਈ ਫੋਨ ਨਹੀਂ। ਜਰੀਉੱਲਾ ਦਾ ਫੋਨ ਨਹੀਂ, ਉਹ ਤੇ ਆਪੂ ਹੀ ਆਵੇਗਾ ਤੇ ਜਾਨ ਛੁੱਟੇ ਕਿਸੇ ਨਾ। ਨਹੀਂ, ਇਹ ਤਾਂ ਰੋਜ਼ ਲੱਗੀ ਰਹਿਣੀ ਹੈ ਬਰਾੜ ਫਿਰ। ਤੇ ਇਹਨੂੰ ਸੈੱਟ ਕਰਕੇ ਲਾਓ ਨਾ, ਪਿਕਚਰ ਤੇ ਵੱਲ ਕਰਕੇ ਲਾਓ, ਪਿਕਚਰ ਹੀ ਨਹੀਂ ਨਜ਼ਰ ਪਈ ਆਉਂਦੀ ਹੈ ਉਹਦੀ। ਵੱਡਾ ਕਰੋ ਬਾਸ਼ੋ, ਜਿਹੜਾ ਸੈਂਟਰ ਵਾਲਾ ਪੀਸ ਹੈ ਨਾ, ਉਹਨੂੰ ਹਾਂਜੀ ਹਾਂ ਐਕਸਪੈਂਡ ਗ੍ਰੀਨ ਕਰਵਾ ਸਕਰੀਨ ਜਿਹੜੀ ਉਹਨੂੰ ਬਦਲੋ। ਗ੍ਰੀਨ ਸਕਰੀਨ ਇਹ ਲਾਈ ਤੁਸੀਂ ਉਹ ਟੇਬਲ ਵਾਲੀ, ਇੱਕ ਝੰਡੇ ਵਾਲੀ ਵੀ ਹੁੰਦੀ, ਝੰਡਾ ਹੀ ਕੱਢ ਦਿਓ। ਇੱਕ ਮਿੰਟ, ਮੈਂ ਪਹਿਲਾਂ ਦੂਜਾ ਕੰਮ ਕਰਨਾ ਫਿਰ ਮੈਂ ਕਰਨਾ। ਠੀਕ ਹੈ ਠੀਕ। ਸਮਝਦੇ ਹੋ? ਮੈਂ ਜ਼ਰਾ ਸ਼ਾਨ ਭਾਈ 5-10 ਮਿੰਟ ਵੇ ਆ। ਜੀ ਜੀ ਬਿਸਮਿਲ੍ਲਾ। ਤੁਸੀਂ ਗੱਲ ਕਰੋ ਤਾਹਿਰ ਸਾਹਿਬ ਨਾਲ, ਤੇ ਇਹ ਸਿਰਫ ਅਸੀਂ ਬੈਠੇ ਰਹੀਏ ਨਾ। ਬਿਲਕੁਲ ਇਹ ਹੁਣੇ ਜਮਾਤੇ ਅਹਿਮਦੀਆਂ ਨੇ ਆ ਕੇ ਤਾਹਿਰ ਸਾਹਿਬ ਦੇ ਪਿਛਲੇ ਬੂਹੇ ਵੜ ਕੇ ਤੇ ਇਹਨਾਂ ਦੇ ਪੈਰ ਫੜ ਲੈਣੇ ਨੇ। ਨਹੀਂ, ਜਮਾਤੇ ਅਹਿਮਦੀਆ ਨੂੰ ਕਿਉਂ ਇਤਰਾਜ਼ ਹੋਣਾ ਚਾਹੀਦਾ? ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਮਾਤੇ ਅਹਿਮਦੀਆ ਜੋ ਗਾਲਾਂ ਕੱਢੇ ਤੇ ਫਿਰ ਕਿਉਂ ਇਤਰਾਜ਼ ਕਰਨ? ਉਹ ਗਾਲਾਂ ਦਾ ਤੇ ਪਤਾ ਤਾਂ ਹੀ ਲੱਗਣਾ ਨਾ ਲੋਕਾਂ ਨੂੰ, ਜਿਸ ਵੇਲੇ ਉਹਨਾਂ ਆਉਣਾ ਤੇ ਉਹਨਾਂ ਕਹਿਣਾ ਤਾਹਿਰ ਸਾਹਿਬ ਕੀ ਇੱਥੇ ਮਸਲਾ ਹੈ, ਇੱਥੇ ਕੀ ਰੋਲਾ ਹੈ, यहाँ पर क्या हो रहा है, ਤੇ ਤੁਸੀਂ ਦੱਸਣਾ ਮੈਨੂੰ ਉਹਨੇ ਗਾਲਾਂ ਕੱਢੀਆਂ ਨੇ, ਤੇ ਫਿਰ ਉਹ ਆਖਣਾ ਵੀ ਆਓ ਪਾ ਕਰੀਏ। ਤੇ ਜੇ ਤੁਸੀਂ ਇਕੱਲੇ ਬੈਠੇ ਰਹੋਗੇ ਤੇ ਉਹ ਆਖਣਾ ਛੱਡੋ ਪਰਾਂ, ਉਹਨਾਂ ਨੇ ਤੁਹਾਡੀ ਫਾਤਿਹਾ ਪੜ੍ਹ ਛੜੀ, ਉਹਨਾਂ ਨੇ ਤੁਹਾਡਾ ਜਨਾਜ਼ਾ ਵੀ ਕਰਾ ਛੜਿਆ, ਤੁਹਾਨੂੰ ਪਤਾ ਹੀ ਹੈ। ਈਦ ਵਾਲੇ ਦਿਨ ਤੇ ਤੁਸੀਂ ਫੌਤ ਨਹੀਂ ਸੀ ਹੋ ਗਏ? ਹਾਂਜੀ, ਫੌਤ ਬਿਲਕੁਲ। ਤੇ ਮੈਂ ਤਾਂ ਸੀ ਜਨਾਜ਼ਾ ਪੜਨ ਤੁਹਾਡਾ, ਤੁਹਾਨੂੰ ਪਤਾ ਹੀ ਹੈ। ਅਤੇ ਤੁਹਾਨੂੰ ਪਤਾ ਲੱਗ ਗਿਆ ਕਿਹੜੇ ਦਿਨ ਜਨਾਜ਼ਾ? ਤੇ ਉਸੇ ਵੇਲੇ ਖਲਕਤਾਂ ਆਈਆਂ ਸਨ ਕਿ ਨਹੀਂ? ਇਸ ਗੱਲੇ ਹੁਣ ਵੀ ਇਹ ਮੈਂ 5-10 ਮਿੰਟ ਬਾਅਦ ਆਮਨਾ, ਤੇ ਮੇਰੇ ਆਮਦਿਆਂ ਨੂੰ ਮੇਰਾ ਖਿਆਲ ਹੈ ਹੋ ਜੇ ਦਾ ਕੰਮ, ਜਿਵੇਂ ਸੈਣੀ ਸਾਹਿਬ ਦੀ ਬਰਾੜ ਦੇ 5-10 ਮਿੰਟਾਂ ਦੇ ਵਿੱਚ ਪਰਾਂ ਹੋ ਕੇ ਆ ਵੀ, ਤੇ ਆਮਦਿਆਂ ਨੂੰ ਪਰਲੋਂ ਪਈ ਹੁੰਦੀ ਹੈ, ਧਮਾਕਾ ਹੋਇਆ ਹੁੰਦਾ ਕੋਈ ਨਾ ਕੋਈ। ਹਾਂਜੀ, ਇੱਥੇ ਵੀ ਬਾਸ਼ ਹੈ ਜਿਹੜੇ ਉਹ ਜਿਹਦਾ ਪਿਆਂਦੇ ਉਹ ਸਟੂਡੈਂਟ ਹੈ ਕਿ ਕੌਣ ਹੈ, ਉਹ ਸ਼ੇਅਰ ਪਿਆ ਕਰਦਾ ਨਾ ਜਿਹੜਾ ਲੋਕਾਂ ਨਾਲ, ਇੱਥੇ ਰਹਿਣ ਦਿਓ। ਇਹ ਠੀਕ ਹੈ, ਗ੍ਰੀਨ ਸਕਰੀਨ ਬਿਲਕੁਲ ਸੈੱਟ ਹੋ ਗਿਆ। ਸਟੂਡੈਂਟ ਸਾਹਿਬ ਕੋਲ ਤੇ ਅਸੀਂ ਕਦੇ ਜਰੀਏ ਵੀ ਨਹੀਂ ਲਏ। ਕਿਹਦੇ ਕੋਲ?
ਉਹਨਾਂ ਕੋਲ ਤੇ ਕਦੀ ਗਏ ਵੀ ਨਹੀਂ ਅਸੀਂ। ਦਾਨ ਸਾਹਿਬ ਆਏ ਨੇ ਜੀ, ਸ਼ਾਹਰੁਖ ਸਟੂਡੈਂਟ ਭਾਈ ਕੋਲ ਤਾਂ ਕਦੀ ਨਹੀਂ ਗਏ ਅਸੀਂ ਨਾ। ਉਹ ਆ ਕੇ ਇੱਥੇ ਕਿਉਂ ਤੁਹਾਡੀ ਬਰਾੜ ਸ਼ੇਅਰ ਪੇ ਕਰਦਾ ਸੀ? ਚਲੋ ਕਰਨ ਦੋ, ਫਿਰ ਆਪੇ ਪਤਾ ਲੱਗ ਜਾਏਗਾ। ਜਰੀਲਾ ਸਾਹਿਬ ਗਾਲਾਂ ਕੱਢਦੇ ਲੋਕਾਂ ਨੂੰ, ਤੇ ਫਿਰ ਮੈਂ ਬਰਾੜੀ ਜਰੀਲੋ ਦਾ ਨਹੀਂ ਬੁਲਾਉਂਦਾ, ਜਰੀਲੋ ਨਹੀਂ ਬੁਲਾਉਂਦਾ ਪਿਆ ਮੈਂ ਉਹਨੇ ਜੀ ਆ ਉਹਨੂੰ ਕੇ। ਕਿਹਾ ਵੀ ਮੈਂ ਬਰਾੜ ਲਾ ਦੇਣੀ ਹੈ, ਤੇ ਉਹ ਮੈਨੂੰ ਆਂਦਾ ਲਾਓ ਜੀ ਬਰਾੜ ਲਾਓ ਲਾਓ। ਜਰੀਲਾ ਕਹਿੰਦਾ ਹੈ, ਆਹੋ ਗੁਰੂਰ ਹੈ ਨਾ ਭਾਈ, ਆਪਣੀ ਤਾਕਤ ਹੈ, ਉਹਨੂੰ ਪਤਾ ਹੈ ਮੇਰੀ ਬਰਾੜ ਬੜੀ ਵੱਡੀ ਲੱਗਦੀ ਹੈ, ਸਾਰੇ ਬੰਦੇ ਮੇਰੇ ਕੋ ਆ ਜਾਂਦੇ ਨੇ, ਇਹਦੇ ਕੋ ਕਿੰਨੇ ਜਾਣਾ ਹੈ? ਗਰੀਬ ਆਦਮੀ ਹੈ, ਬੁੱਢਾ ਬੰਦਾ ਇਹ ਹੈ, ਨਹੀਂ ਮਜ਼ਬੂਤ ਪਤਾ ਹੈ। ਕਿ ਅਮਨ ਨਜ਼ੀਰ ਸਾਹਿਬ ਇੱਥੇ ਵੱਡੀਆਂ ਵੱਡੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਵੱਡੀਆਂ ਬਰਾਡਾਂ ਲੱਗੀਆਂ। ਇਹ ਨਹੀਂ ਨਾ ਪਤਾ। ਇੱਥੇ ਜਿਹੜਾ ਆਉਂਦਾ ਉਹਨੂੰ ਇਹ ਖਿਆਲ ਹੁੰਦਾ ਹੈ ਕਿ ਮੈਂ ਹੀ ਸਭ ਤੋਂ ਵੱਡਾ ਵਾਂ। ਹਾਂਜੀ, ਇਹ ਨਹੀਂ ਪਤਾ ਵੀ ਵੱਡਾ ਨਾਂ ਰੱਬ ਦਾ ਹੀ ਹੈ। ਹੁਣ ਇਲਜ਼ਾਮਦਾਰ ਇਲਜ਼ਾਮ ਬੰਦਾ ਇੱਕ ਸਹੀ ਗਿਆ, ਤੇ ਹੁਣ ਕਿੰਨੇ ਕੁ ਬੰਦਾ ਸਹੀ? ਹੁਣ ਤੁਹਾਡਾ ਯਾਰ ਸਾਹਿਬ ਆ ਗਏ ਨੇ, ਜੱਜਾ ਸਾਹਿਬ, ਮਾਸ਼ਾਅੱਲਾ। ਜੱਜਾ ਸਾਹਿਬ ਤੁਹਾਡੇ ਨਾਲ ਹੀ ਤਸੀਹਤ ਕਹਿੰਦੇ, ਮੈਂ ਆਇਆ 5 ਮਿੰਟ ਨੂੰ। ਜੱਜਾ ਸਾਹਿਬ ਬੁਲਾਓ, ਜਰੀਲਾ ਨੂੰ ਮਾਫੀ अस्सलामुअलैकुम ਮੰਗੇ। रहमतुल्लाहि व फैसला कोई- बरकातुहू। वालेकुम अस्सलाम। जी जी ताहिर साहब, क्या हो गया? मसला की मसला हो गया जनाब? जी जज्जा साहब कोई मसला नहीं है सब। नहीं जज्जा साहब तो बोले नहीं, मैं बोलना पिया। डान साहब, हाँ जी अस्सलाम वालेकुम वरहमतुल्लाहि जी। वाहिद गुजर साहब की हाल जे? ठीक ठाक हो? अल्हम्दुलिल्लाह। अच्छा अमन जी साहब आए ने, मेरे हाल पिछे गए ने किते? हाँ जी, वो शायद ਬਸ ਨਮਾਜ਼ ਪੜਨ ਲੱਗੇ ਨੇ। ਮੌਕਾ ਹੀ ਲੱਭ ਰਹੇ ਸਨ ਤੇ ਮੌਕਾ ਚਲੋ ਕੋਈ ਉਹਨਾਂ ਨੂੰ ਮਿਲਣਾ ਚਾਹੀਦਾ ਹੈ। मैं ये कहना सी कि जब बंदे को दलील ना होवे, फिर उदों बंदा गालां कढदा ਜਾਂ ਤਸਵੀਰਾਂ ਭੈੜੀਆਂ ਬਣਾ ਕੇ ਲਾਉਂਦਾ ਵੇ, ਵਿਗਾੜ ਕੇ। ਔਰ ਇਹ ਕੰਮ ਯਹੂਦੀਆਂ ਦਾ ਤੇ ਹੁੰਦਾ ਸੀ, ਤੇ ਹੁਣ ਯਹੂਦੀ ਤੇ ਕੰਮ ਛੱਡ ਗਏ ਨੇ, ਤੇ ਮੁਸਲਮਾਨਾਂ ਨੇ ਕੰਮ ਫੜਿਆ ਮਿਸਾਲ ਤੌਰ ਤੇ ਫੜ ਕੇ। ਸੋਚਦੇ ਕਿ ਇਹਨਾਂ ਨੂੰ ਤਕਲੀਫ ਦੇਣੀ ਹੈ। ਉਹ ਤਕਲੀਫ ਤੇ ਹੁੰਦੀ ਹੈ ਬੰਦੇ ਨੂੰ ਥੋੜੀ ਵਕਤੀ ਤੌਰ ਤੇ, ਲੇਕਿਨ ਬੰਦੇ ਨੂੰ ਅੱਲਾਹ ਤਾਲਾ ਇਹ ਵੀ ਸਿਖਾਇਆ ਕਿ ਬਰਦਾਸ਼ਤ ਵੀ ਕਰਨਾ ਹੈ, ਕਿਉਂਕਿ ਯਹੂਦ ਸਿਰਫ ਜਿਹੜੇ ਨੇ ਸਾਬਤ ਵੀ ਤੇ ਕਰਨੇ ਨੇ ਨਾ, ਫਿਰ ਤਕਲੀਫ ਬਰਦਾਸ਼ਤ ਕਰਕੇ। ਗੁੱਜਰ ਸਾਹਿਬ ਇੱਥੇ ਅੱਜ ਤੁਹਾਡੀ ਲਾਮਾ ਮਦਦ ਦੀ ਸਾਹਿਬ ਲੋੜ ਹੈ। ਤਾਹਿਰ ਸਾਹਿਬ ਨਾਲ ਬੈਠੇ ਨੇ, ਪਤਾ ਨਹੀਂ ਖੈਰ ਹੋਏ ਸੇ ਲਾਮਾ ਸਾਹਿਬ ਇੱਥੇ ਬੈਠੇ ਨੇ। ਔਰ ਅਗਰ ਕੋਈ ਇਹ ਕਹਿੰਦਾ ਹਾਂਜੀ ਆਹੋ ਗੁੱਜਰ ਸਾਹਿਬ ਪਹਿਲੇ ਗੱਲ ਤੇ ਸੁਣ ਲਓ। ਸਾਹਿਬ ਤੁਹਾਨੂੰ ਨਹੀਂ ਪਤਾ? ਬਹੁਤ ਥੋੜੀ ਦਰਜ ਮਿਲ ਜਾਵੇ ਤੇ ਉੱਥੋਂ ਦੀ ਸਿਰ ਨਗਾ ਕੇ ਆਪਣਾ ਪੂਰਾ ਜੀਵਨ ਬਣਾਈ। ਆਖਰੀ ਗੱਲ ਜੱਜਾ ਸਾਹਿਬ ਈਦ ਵਾਲੇ ਦਿਨ ਉਹ ਇੱਕ ਬੰਦਾ ਬੈਲਜੀਅਮ ਚ ਉਹਦਾ ਫੌਤਗੀ ਹੋ ਗਈ ਹੈ, ਉਹ ਤੇ ਬਕਾਇਦਾ ਟਿਕਟੋਕ ਦੇ ਪੋਸਟਰ ਲੱਗੇ ਨੇ, ਤੇ ਉਹ ਲਾਮਾ ਸਾਹਿਬ ਆਏ ਨੇ ਅਫਸੋਸ ਕਰਨ। ਗੁੱਜਰ ਸਾਹਿਬ ਕੋਈ ਗੱਲ ਕਰ ਰਹੇ ਨੇ, ਪਹਿਲਾਂ ਉਹਨਾਂ ਦੀ ਮੈਂ ਕਹਿੰਦਾ ਮੈਂ ਆਪਣੀ ਗੱਲ ਖਤਮ ਕਰ ਦਿਆਂ ਤਾਂ ਕਿ ਨਾ ਮੁਕੰਮਲ ਗੱਲ ਹੋਏਗੀ, ਤੇ ਫਿਰ ਤੂੰ ਕਹਿਣਗੇ ਤੁਸੀਂ ਇੰਜ ਕਿਹਾ ਵੇ। ਅਗਰ ਕੋਈ ਇਹ ਨਹੀਂ ਕਰਦਾ ਇਹ ਕੰਮ, ਫੋਟੋ ਵਿਗਾੜ ਕੇ ਲਾਉਂਦਾ ਵੇ ਬਦਲੇ ਦੇ ਤੌਰ ਤੇ, ਜਾਂ ਪਹਿਲ ਕਰਦਾ ਵੇ, ਉਹੀ ਉਹਦੇ ਤੇ ਫਤਵਾ ਜਾਰੀ ਹੋ ਜਾਂਦਾ ਹੈ, ਜਿਹੜਾ ਅੱਲਾਹ ਤਾਲਾ ਨੇ ਫਤਵਾ ਦਿੱਤਾ, ਸਾਡਾ ਨਹੀਂ, ਅੱਲਾਹ ਤਾਲਾ ਨੇ, ਕਿ ਜਿਹੜਾ ਇਹੋ ਜਿਹਾ ਕੰਮ ਕਰੇਗਾ ਜੋ ਸਿਫਤ ਹੋਏਗਾ। ਸਵਾਲ ਤੇ ਕਿ ਜਮਾਤ ਅਹਿਮਦੀ ਦੀ ਖਿਲਾਫਤ, ਇਮਾਮਤ, ਜਿਹੜੀ ਇਮਾਮਤ ਵੀ ਖਿਲਾਫਤ ਵੀ, ਤੇ ਜਿਹੜੇ ਮੁਰੱਬੀਆਨ ਸਿਲਸਿਲਾ ਨੇ, ਤੇ ਜਿਹੜੇ ਬਿਹਤਰੀਨ ਦਾਇਲ ਅੱਲਾ ਨੇ, ਉਹ ਇਹਨਾਂ ਚੀਜ਼ਾਂ ਦੇ ਸਖਤ ਖਿਲਾਫ ਨੇ। ਬਾਕੀ ਜਿਹੜਾ ਕਰਦਾ ਉਹ ਆਪਣੀ ਜ਼ਾਤੀ ਜ਼ਿੰਮੇਵਾਰੀ ਤੇ ਕਰਦਾ, ਭਾਵੇਂ ਮੇਰਾ ਉਹ ਸਕਾ ਭਰਾ ਹੀ ਕਿਉਂ ਨਾ ਹੋਵੇ, ਉਹ ਮੁਜਰਮ ਹੈ। ਬਸ ਮੈਂ ਨਹੀਂ ਕਹਿੰਦਾ। ਸ਼ਾਬਾਸ਼ ਗੁੱਜਰ ਸਾਹਿਬ, ਬਹੁਤ ਖੂਬ। ਇੱਕ ਤੁਸੀਂ ਗੁੱਜਰ ਹੋ ਜਿਹੜੇ ਕਿ ਕਿਆ ਸੁਭਾਨ ਤਾਹਿਰ ਸਾਹਿਬ ਕਹਿੰਦੇ ਤੁਹਾਡਾ ਤੇ ਜਨਾਜ਼ਾ ਇਹਨਾਂ ਨੇ ਪੜ ਦਿੱਤਾ। ਅੱਛੀ ਗੱਲ ਕਰਦੇ। ਮੇਰਾ ਹੀ ਜੇ ਕਿ ਮੇਰਾ ਹੀ ਜਨਾਜ਼ਾ। ਅੱਛਾ ਯਾਰ, ਕੈਸੇ ਬੰਦੇ ਨੇ ਯਾਰ। ਆ ਤੁਸੀਂ ਉਹਨਾਂ ਨੂੰ ਆਗਿਆ ਕਰੋ, ਜਦੋਂ ਰਜ਼ਾ ਇਲਾਹੀ ਹੋਣੀ ਤੇ ਮੂਲ ਨਹੀਂ ਰਹਿਣੀ ਡੱਕੀ, ਤੇ ਹੁਕਮੋਂ ਬਾਜ ਨਾ ਮਰਾਂ ਕਿਸੇ ਤੋਂ, ਮਾਲੂਮ ਹੈ ਗੱਲ ਪੱਕੀ। ਤੁਸੀਂ ਪੋਸਟਰ ਦੇਖਿਆ ਨਹੀਂ? ਬੇਗਨਾਹ ਨੇ ਮੈਂ ਨਹੀਂ ਵੇਖਿਆ ਕੋਈ ਵੀ, ਜੇ ਕਿ ਕੀਤਾ ਤੁਹਾਡੇ ਵਾਸਤੇ ਇਸ ਤਰ੍ਹਾਂ ਦਾ ਤੇ ਉਹਨੂੰ ਨਹੀਂ ਕਰਨਾ ਚਾਹੀਦਾ, ਤੁਹਾਨੂੰ ਵੀ ਨਹੀਂ ਕਰਨਾ ਚਾਹੀਦਾ। ਇਹ ਤਕੱਬਰ ਜਿਹੜਾ ਹੈ ਨਾ ਸਾਡੇ ਵਿੱਚ, ਇਹ ਬਹੁਤ ਐਸੀ ਵੱਡੀ ਬਿਮਾਰੀ ਹੈ ਕਿ ਜਿਹੜਾ ਸ਼ੈਤਾਨ ਹੈ ਦਰਗਾਹ ਇਲਾਹੀ ਦੇ ਵਿੱਚੋਂ ਰੱਦਿਆ ਹੀ ਤਕੱਬਰ ਦੀ ਵਜ੍ਹਾ ਤੋਂ ਗਿਆ ਸੀ। ਤਕੱਬਰ ਭਾਵੇਂ ਕੋਈ ਵੀ ਕਰੇ, ਤੁਸੀਂ ਕਰੋ, ਆਮਰ ਨਜ਼ੀਰ ਕਰੇ, ਜ਼ੈਦ ਬਕਰ ਕਰੇ, ਕੋਈ ਅਹਿਮਦੀਆਂ ਦੇ ਵਿੱਚ ਹੋਏ ਉਹ ਕਰਨ, ਜੋ ਵੀ ਕਰੇਗਾ, ਤਕੱਬਰ ਬਹੁਤ ਬੁਰੀ ਚੀਜ਼ ਹੈ, ਤਬਾਹ ਕਰਦੀ ਹੈ, ਇਨਸਾਨ ਨੂੰ ਜ਼ਲੀਲ ਕਰਦੀ ਹੈ। ਸ਼ੈਤਾਨ ਜ਼ਲੀਲ ਹੋ ਗਿਆ ਤਕੱਬਰ ਕਰਕੇ, ਤੇ ਸਾਨੂੰ ਕੀ ਤਕੱਬਰ ਕਰਕੇ। ਜੱਜਾ ਸਾਹਿਬ ਇਸ ਮਸਲੇ ਦਾ ਹੱਲ ਵੀ ਕੱਢੋ ਨਾ। ਕੀ ਹੱਲ ਕੱਢੀਏ ਅਸੀਂ? ਤੁਸੀਂ ਵੇਖੋ ਨਾ, ਇੱਕ ਸ਼ਰੀਫ ਬੰਦਾ ਹੈ, ਤਾਹਿਰ ਸਾਹਿਬ ਨੇ ਕੋਈ ਕਿਸੇ ਨੂੰ ਨਹੀਂ ਕੁਝ ਕਿਹਾ ਸੀ, ਤੇ ਜਰੀਉल्ला ਵੀ ਆਪਣੀ ਫੀਲਡ ਵਿੱਚ ਕੰਮ ਕਰ ਰਿਹਾ, ਉਸਨੂੰ ਗਾਲਾਂ ਕੱਢਣ ਦੀ ਕੀ ਲੋੜ ਸੀ?
ਨਹੀਂ ਇਹ ਗੱਲ ਠੀਕ ਹੈ ਤੁਹਾਡੀ ਕਿ ਕਿਸੇ ਨੂੰ ਕੋਈ ਲਫ਼ਜ਼ ਕਿਸੇ ਵਾਸਤੇ ਨਹੀਂ ਬੋਲਣੇ ਚਾਹੀਦੇ। ਜਿਹੜਾ ਬੰਦਾ ਵੀ ਬਰਾੜ ਲਗਾਉਂਦਾ ਹੈ ਆਪਣੀ, ਤਾਹਿਰ ਸਾਹਿਬ ਆਪਣੀ ਲਗਾਉਂਦੇ ਨੇ, ਉਹ ਆਪਣੀ ਲਗਾਉਂਦੇ ਨੇ, ਜਰੀਉਲਾ ਸਾਹਿਬ ਫਲਾਣਾ ਜਿਹੜੇ ਵੀ ਲਾਉਂਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਇੱਕ ਦੂਸਰੇ ਦੇ ਖਿਲਾਫ ਮੁਖਾਲਫ ਗੱਲ ਨਹੀਂ ਕਰਨੀ ਚਾਹੀਦੀ। ਹਾਂ ਆਪਣਾ ਆਪਣਾ ਕੰਮ ਕਰ ਰਹੇ ਨੇ ਉਹ ਕਰਨ। ਹਰ ਇੱਕ ਬੰਦਾ ਹਰ ਇੱਕ ਅਲੱਗ-ਅਲੱਗ ਮੈਦਾਨ ਦਾ ਸਿਪਾਹੀ ਹੁੰਦਾ। ਕਈ ਬੰਦੇ ਜਿਹੜੇ ਨੇ ਸੁਲਹ ਸਫਾਈ ਦੇ ਨਾਲ ਬਹਿ ਕੇ ਕਿਸੇ ਨਾਲ ਗੱਲ ਕਰ ਸਕਦੇ ਨੇ, ਕਈ ਜਿਹੜੇ ਨੇ ਜਜ਼ਬਾਤੀ ਹੋ ਜਾਂਦੇ ਨੇ ਥੋੜਾ ਜਿਹਾ, ਤੇ ਉਹਨਾਂ ਦੀ ਅਲੱਗ ਮਜਲਿਸ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ, ਆਪਣਾ ਆਪਣਾ ਕਰਨ, ਦੂਸਰਿਆਂ ਦੇ ਉੱਤੇ ਫਤਵੇ ਨਾ ਲਾਣ। ਜਰੀਉਲਾ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ, ਕੋਈ ਵੀ ਫਤਵਾ ਨਾ ਕਿਸੇ ਕਿਸਮ ਦਾ ਲਾਵੇ। ਹਾਂ ਇਹ ਜ਼ਰੂਰ ਕਹੋ ਜਿਹੜਾ ਕੋਈ ਕਰਦਾ ਤੁਹਾਨੂੰ ਨਹੀਂ ਸਮਝ ਆਉਂਦੀ ਕਿ ਬਈ ਇਹ ਅੱਛੀ ਗੱਲ ਨਹੀਂ ਕੀਤੀ ਉਹਨੇ, ਤੁਸੀਂ ਆਖੋ ਖੁਦਾ ਦਾ ਉਹਦਾ ਮਾਮਲਾ ਅੱਲਾਹ ਤਾਲਾ ਉਹਨੂੰ ਪੁੱਛੇਗਾ, ਅਸੀਂ ਆਪਣਾ ਹਿਸਾਬ ਦੇਣਾ ਹੈ। ਹਰ ਇੱਕ ਬੰਦਾ ਆਪਣਾ ਹਿਸਾਬ ਦੇਗਾ, ਕਿਸੇ ਦਾ ਕੋਈ ਹਿਸਾਬ ਨਹੀਂ। ਤਾਰ ਸਾਹਿਬ ਤੁਹਾਨੂੰ ਵੀ ਮੈਂ ਇਹੋ ਹੀ ਮਿੰਨਤ ਸਮਾਜਤ ਹੀ ਕਰਕੇ ਕਹਾਂਗਾ ਕਿ ਇਹ ਤਕੱਬਰ ਛੋਟੇ ਛੋਟੇ ਕੀਨੇ ਜਿਹੜੇ ਨੇ ਇਹ ਤਬੀਤਾਂ ਦੇ ਵਿੱਚੋਂ ਜਿੰਨੇ ਤੱਕ ਨਾ ਨਿਕਲੇ ਉਹਨਾਂ ਤੱਕ ਕੋਈ ਵੀ ਹਕੀਕਤ ਜ਼ਾਹਰ ਨਹੀਂ ਹੋ ਸਕਦੀ ਤੁਹਾਡੇ ਤੋਂ, ਕਿਸੇ ਨੂੰ ਕੋਈ ਫਾਇਦਾ ਨਹੀਂ ਪਹੁੰਚ ਸਕਦਾ। ਬਿਲਕੁਲ ਜੀ ਬਿਲकुल। न मैं ना रहा, मेरी मैं ना रही। वो क्या किसी ने कहा है, मैं खुद ना रहा, मेरी खुद ही ना रही। मैं ना रहा, मेरी मैं ना रही। ਤੇ ਜਦੋਂ ਮੈਂ ਨੂੰ ਮਾਰੀਏ ਨਾ, ਮੈਂ ਦਾ ਸਿਰ ਭੰਨੀਏ ਤੇ ਤਾਂ ਗੱਲ ਬਣਦੀ ਏ। ਤੇ ਜੇ ਇਸ ਤਰ੍ਹਾਂ ਹੀ ਜੰਗ ਕਰਨੀ ਆਪਸ ਦੇ ਵਿੱਚ ਬੈਠ ਕੇ ਵੀ, ਤੇ ਕਿਸੇ ਨੇ ਕੋਈ ਗੱਲ ਕਰ ਦਿੱਤੀ ਏ, ਤੇ ਇਹ ਆਪਸ ਦੇ ਵਿੱਚ ਆਪਣੀਆਂ ਗੱਲਾਂ ਨੇ, ਕੋਈ ਦੀਨੀ ਮਾਮਲਾਤ ਨਹੀਂ ਹੈ ਕਿ ਨਾਲ ਤੁਸੀਂ ਲੜੋ ਝਗੜੋ ਜੋ ਮਰਜ਼ੀ ਕਰੋ। ਅਠਵਾਲ ਸਾਹਿਬ ਕਦੇ ਤੁਹਾਨੂੰ ਉਂਝ ਮਾਰ ਹਟਦੇ ਨੇ ਤੇ ਕਦੇ ਕੀ ਕਰਦੇ ਨੇ, ਤੇ ਜ਼ਿਆਦਤੀ ਉਂਝ। ਇਹ ਤੀਲੀ ਫੜੀ ਜੇ ਆਏ ਜੇ ਪਿੱਛੋਂ, ਆਂਦੇ ਨੇ ਖਲੋ ਜੋ, ਮੈਂ ਸ਼ੈਤਾਨ ਦਾ ਰੋਲ ਪੂਰਾ ਅਦਾ ਕਰ ਦੇਣਾ ਪਿੱਛੋਂ ਆ ਕੇ ਕਿ ਬੇ ਤਾਹਰ ਸਾਹਿਬ ਅਠਵਾਲ ਸਾਹਿਬ ਚੁੱਕ ਕੇ ਰੱਖੋ ਸਿੰਘਾਂ ਦੇ ਉੱਤੇ, ਤੇ ਚੁੱਕੀ ਰੱਖੋ, ਸਾਨੂੰ ਕੀ ਫਰਕ ਪੈਣਾ ਵੇ। नहीं जज्जा साहब देखो है तो मुखालफ ही, मगर गल उन्हें ठीक की है। किसी जिंदा आदमी नु मारना है तो गल गलत है ना। हेलो अस्सलाम वालेकुम जी। वालेकुम सलाम उकाब साहेब, की हो रहा ताहर साहब? ठीक ठाक हो? अंदर जींदे जी मर रहना हो, जींदे जी मर के रहो। पहलो कम पैद नहीं गया लगदा जी, गालां पैंदियां ने जी, गालां पैंदियां ने, पै गया कम, मार दिंदा कदी कोई गालां। ਉਕਾਬ ਸਾਹਿਬ ਮਾੜੇ ਬੰਦੇ ਨੂੰ ਕਦੇ ਮਾਰ ਹਟਦੇ ਨੇ, ਕਦੇ ਉਹਦੀ ਗਾਲਾਂ ਕੱਢਦੇ ਨੇ। ਗੱਲ ਤੇ ਸੁਣੋ, ਮੈਨੂੰ ਕਈ ਵਾਰੀ ਇੱਥੇ ਥੱਲੇ ਬੈਠੇ ਲੋਕ ਜਿਹੜੇ ਨੇ ਗਾਲਾਂ ਕੱਢ ਜਾਂਦੇ ਨੇ, ਕੋਈ ਆਪਣਾ ਵੀ ਕੱਢ ਜਾਂਦਾ, ਕੋਈ ਪਰਾਈ ਵੀ ਕੱਢ ਜਾਂਦਾ। मैं चुप करो यार एक मिनट। हाँ जी ताहर साहब किन्ने गाला कढ़ियां ने? अपने जरीउल्ला भाई ने, कोई पता नहीं कौन यार की होया उन्हां नूं जी। ਉਹ ਥੱਲੇ ਜਿੱਦਾਂ ਕੋਈ ਬੰਦਾ ਆ ਜਾਵੇ ਤੇ ਉਹ ਤੋਂ ਕਮੈਂਟ ਜੇ ਪਾਸ ਕਰਦੇ ਨੇ ਥੱਲੇ, ਫਿਰ ਉਹਨਾਂ ਦੇ ਜਿਹੜੇ ਹਵਾਰੀ ਨੇ ਉਹ ਲਿਖਣ ਲੱਗ ਪੈਂਦੇ ਨੇ, ਤੂੰ ਬਹੁਤ ਬੜਾ ਗਾਲੀਬਾਜ਼ ਹੈ, ਤੂੰ ਇੰਝ ਹੈ, ਤੂੰ ਦਫਾ ਹੋ ਜਾ, ਤੂੰ ਇੰਝ ਕਰਦੇ। ਉਹ ਅੱਗੋਂ ਮਿਊਟ ਨਹੀਂ ਕਰਦੇ, ਫਿਰ ਜੇ ਉਹਨਾਂ ਦੀ ਲਾਈਵ ਤੇ ਜਾਓ ਗਾਲਾਂ ਗੁਲਾਂ ਕੱਢ ਕੇ ਥੱਲੇ ਲਾ ਦਿੰਦੇ ਨੇ। ਤੇ ਬਲਾ ਲੇਲੇ ਕਾਦੇ ਵਾਸਤੇ ਭਾਏ ਜੇ ਫਿਰ ਇਹਨਾਂ ਕੋਲ ਸਾਫ਼ ਕਰਾਉਣਾ ਜੀ? ਨਹੀਂ ਉਹ ਇਨਸਾਫ ਤੇ ਨਹੀਂ, ਉਹ ਤੇ ਅਫਸੋਸ ਕਰਨ ਆਏ ਨੇ ਈਦ ਵਾਲੇ ਦਿਨ। ਬੰਦਾ ਇਨਸਾਨੀਅਤ ਤੇ ਹੈ ਨਾ, ਕਦੇ ਕਿਸੇ ਨੂੰ ਕੋਈ ਮਾਰ ਹਟਦਾ, ਕਦੇ ਕੀ ਕਰਦਾ। ਤੇ ਬੰਦੇ ਮੰਗੇ ਚੰਗੇ ਮੰਗਾਣਾ, ਮੈਂ ਹਿਸਾਬ ਲਾਇਆ ਤਾਹਰ ਮੀਆਂ ਯਾਰ, ਹੱਦ ਹੋ ਗਈ ਹੈ ਜੀ। ਫਿਰ ਜਿੱਥੇ ਵਾਸਲ ਜਾਣਾ ਉੱਥੇ ਹੀ ਉਹਨੇ ਚੱਲਣਾ। ਠੀਕ ਗੱਲ ਹੈ, ਮੰਗਿਆ ਦਾ ਟੋਲਾ ਮੰਗਾ ਦੇਖ ਚਾੜ ਲਵੋ ਜਨਾਬ, ਮੰਗੇ ਸੱਦ ਲਵੋ, ਆ ਜਾਓ ਬਈ ਬਦਮਾਸ਼ੋ, ਆ ਜਾਓ ਫੜ ਲਈਏ ਨਾ, ਸਾਨੂੰ ਕਿਉਂ ਆ ਦਿੱਤਾ ਮਰ ਗਏ ਹੋ ਜਾਂ ਉਹ ਫਲਾਣਾ ਹੋ ਗਿਆ। ਬਈ ਆਖਰ ਮਰਨਾ ਹੀ ਹੈ, ਕੀ ਹੋ ਗਿਆ? ਕਿਸੇ ਨੇ ਅੱਜ ਕਹਿ ਦਿੱਤਾ ਵੱਡਾ ਬਦਮਾਸ਼ ਜਿਹੜਾ ਇਹ ਨਹੀਂ ਬੋਲ ਰਿਹਾ ਕੋਈ ਵੀ, ਘੁੰਗਣੀਆਂ ਪਾਈਆਂ ਉਹ ਨਹੀਂ। ਜੀਂਦੇ ਜੀ ਮਰ ਰਹਿਣਾ ਹੋਵੇ ਤੇ ਵਾਂਗ ਫਕੀਰਾਂ ਰਹੀਏ ਹੂ, ਤਾਨੇ ਮਿਹਣੇ ਗਾਲ ਅਲਾਮੇ ਸਭ ਯਾਰ ਦੀ ਖਾਤਰ ਸਹੀਏ ਸਭ ਕੁਝ। ਮੈਂ ਵੱਡਾ ਬਦਮਾਸ਼ ਨਹੀਂ ਪੁੱਛਣ ਆ ਜਾਂਦੇ ਨੇ ਮਜ਼ਲੂਮ ਬੰਦੇ ਨੂੰ, ਤੇ ਉੱਥੇ ਤੇਰਾ ਕਲੋਬ ਨੂੰ ਕੋਈ ਵੀ ਨਹੀਂ ਪੁੱਛਦਾ ਪਿਆ ਜਾ ਕੇ ਵਾ ਤੂੰ ਕੀ ਕੀਤਾ। ਅੱਛਾ ਚਲੋ ਪੁੱਛਨੇ ਆ, ਉਹਨੂੰ ਵੀ ਪੁੱਛਨੇ ਆ ਕਿਹੜਾ ਉਹਨੇ ਅਗੜੇ ਮੂੰਹ ਚ ਅੱਗ ਕੱਢੀ। ਉਹਨੂੰ ਆਵਾਜ਼ ਮਾਰ ਲਓ, ਇੱਥੇ ਆਵਾਜ਼ ਮਾਰ ਲਓ ਉਹਨੂੰ, ਲੈ ਉਸ ਨੂੰ। ਆਹ ਕਹਿਣ ਦੇ ਆ ਵੀ ਆਜੋ, ਚਲੋ ਗੱਲ ਮੁੱਕ ਜੇ। ਚਲੋ ਮੁਕਾ ਲੈਨੇ ਆ, ਐਡੀ ਕਿਹੜੀ ਗੱਲ। ਮੈਂ ਕਿਹਾ ਵੱਡਾ ਬਦਮਾਸ਼ ਜਿਹੜਾ ਉਹਨੇ ਮੂੰਹ ਚ ਘੁੰਗਣੀਆਂ ਪਾਈਆਂ ਨੇ। ਭਾਈ ਮੁਸਲਮਾਨ ਨਮਾਜ਼ ਵੀ ਪੜ੍ਹਦੇ ਨੇ, ਅਗਲਾ ਬੰਦਾ ਨਮਾਜ਼ ਵੀ ਪੜ੍ਹਨ ਲੱਗਿਆ ਹੁੰਦਾ, ਤੇ ਇਸ ਤਰ੍ਹਾਂ ਨਾ ਮੁਖਾਤਬ ਕਰੋ। ਮਦਰਸ਼ਤਾਨੀ
ਤਾਨੀ ਅੱਡਾ ਲਾ ਕੇ ਤੇ ਜਨਾਬ ਵਾਲੀ ਨਮਾਜ਼ ਨਹੀਂ ਜਿਹੜੀ ਖਵਾਬ ਉਹ ਭਾਈਜਾਨ ਗਾਲਾਂ ਤੁਹਾਡੇ ਅਹਿਮਦੀ ਭਰਾ ਨੇ ਹੀ ਕੱਢੀਆਂ ਨੇ, ਉਹ ਤੇ ਸਭ ਰਿਸਪੈਕਟ ਕਰਦੇ ਨੇ, ਅਫਸੋਸ ਕਰਨ ਆਇਆ ਅਗਲੇ ਝੜ ਮਾਰ ਖੜਿਆ ਨੇ, ਅੱਜ ਗਾਲਾਂ ਕੱਢੀਆਂ ਨੇ। ਤੇ ਇਨਸਾਨੀਅਤ ਵੀ ਤੇ ਕੋਈ ਚੀਜ਼ ਹੁੰਦੀ ਹੈ ਨਾ ਉਕਾਬ ਸਾਹਿਬ। ਚੰਗੇ ਬੰਦੇ ਯਾਰ ਭਾਈ ਕੁਝ ਨਹੀਂ ਆਖਿਆ ਉਹਨਾਂ ਨੂੰ। ਤਾਹਰ ਸਵਾਬ 80 ਬੰਦੇ ਤੋਂ ਆਦੇ ਇਕੱਠੇ ਕੀਤੇ, ਲੱਗਦਾ ਕੋਈ ਭੈਣ ਜੋ ਵੱਡੀ ਜੰਗ ਲੱਗੀ ਏ। ਅੱਛਾ, ਬੱਲੇ ਬੱਲੇ ਬੱਲੇ, ਬੜੀ ਦੁਨੀਆ ਬਈ ਤਮਾਸ਼ਬੀ। ਓਏ ਉਕਾਬ ਸਾਹਿਬ, ਹਾਂਜੀ ਹਾਂਜੀ, ਕੋਈ ਵੀ ਗੱਲ ਹੋ ਜਾਂਦੀ ਹੈ ਉਹਦਾ ਹੱਲ ਕੱਢੋ ਨਾ ਬਾਦਸ਼ਾਹ। ਹਾਲੇ ਜਨਾਬ ਗਾਲਾਂ ਜਿਹੜੀਆਂ ਨੇ ਉਹ ਤੇ ਬੰਦ ਕੀਤੀਆਂ ਨੇ, ਤੇ ਭਾਰਤ ਮੈਨੂੰ ਰਿਕਾਰਡਿੰਗ ਫਿਰ ਚਾਹੀਦੀ ਹੈ ਆਪਣਾ ਤਾਹਰ ਸਾਹਿਬ, ਜਿਹੜੇ ਬੰਦੇ ਨੇ ਗਾਲਾਂ ਕੱਢੀਆਂ ਨੇ ਨਾ ਉਸ ਬੰਦੇ ਦੀ ਮੈਨੂੰ ਰਿਕਾਰਡਿੰਗ ਦੇ ਦਿਓ, ਤੇ ਉਹ ਬੰਦਾ ਜਿਹੜਾ ਉਹ ਆਇੰਦਾ ਤੁਹਾਡੇ ਕੋਲ ਤੁਹਾਨੂੰ ਗਾਲਾਂ ਨਹੀਂ ਕੱਢੇਗਾ ਔਰ ਮਾਜ਼ਰਤ ਰਿਕਾਰਡਿੰਗ ਅਮਰ ਨਜ਼ੀਰ ਕੋ ਸੁਣ ਲਵੋ, ਫਿਰ ਤੁਸੀਂ ਰਿਕਾਰਡਿੰਗ ਦੇ ਉੱਤੇ ਜੇ ਬਹਿਣਾ ਤੇ ਸੁਣੋ ਸੋਦੇ ਕੋਲ। ਉਕਾਬ ਸਾਹਿਬ ਜਿਹੜਾ ਇਸ ਉਕਾਬ ਸਾਹਿਬ ਇਸ ਗੱਲ ਦੇ ਦਰਮਿਆਨ 'ਚ ਤੁਸੀਂ ਆਵੋ ਤੇ ਇਹ ਤੁਸੀਂ ਫੈਸਲਾ ਕਰਨਾ ਹੈ, ਤੇ ਇਹ ਤੁਹਾਡੇ ਸਿਰ ਤਾਜ ਰੱਖਿਆ ਜਾਂਦਾ ਹੈ। ਸ਼ਰਮ ਦੀ ਗੱਲ ਤੇ ਇੱਕ ਬੰਦਾ ਵੀ ਹੱਕ ਵਿੱਚ ਨਹੀਂ ਬੋਲਦਾ ਪਿਆ, ਜਿਨ੍ਹਾਂ ਨੇ ਜੋ ਕੀਤਾ ਵੇ ਅੱਲਾਹ ਤਾਲਾ ਤੇ ਛੱਡੋ, ਤੁਸੀਂ ਆਪਣਾ ਕੰਮ ਕਰੋ। ਅਠਵਾਲ ਸਾਹਿਬ ਦੇ ਹੱਕ ਵਿੱਚ ਵਾ ਤੁਹਾਡੇ ਨਾਲ ਜ਼ਿਆਦਤੀ ਹੋਈ। ਓਏ ਆ ਮੈਂ ਆ ਨਹੀਂ ਗਿਆ, ਕੀ ਹੋ ਗਿਆ ਈ ਲੈ ਲਿਆ ਜਿਆ। ਦੇਖੋ ਜ਼ਿਆਦਤੀ, ਇੰਨਾ ਫਿਕਰ ਲੱਗਾ ਇਹਨੂੰ ਕਿ ਜਿਵੇਂ ਇਹਦੇ ਨਾਲ ਜ਼ਿਆਦਤੀ ਹੋ ਗਈ। ਮੇਰਾ ਤਾਂ ਨਾਮ ਹੀ ਹਿਊਮੈਨਿਟੀ ਹੈ, ਇਨਸਾਨੀਅਤ। ਜੱਜਾ ਸਾਹਿਬ, ਅਕਾਬ ਸਾਹਿਬ ਨਾ ਵੇਖੋ, ਦੂਜਾ ਵੀ ਇੱਕ ਬੰਦਾ ਇਹਨਾਂ ਦੇ ਸਿੱਧੂ ਦੀ ਕਹਿੰਦਾ ਕਦੀ ਮੈਂ ਕਿਤੇ ਪਿਸ਼ਾਬ ਕਰਾਂ, ਮੈਂ ਕਿਤੇ ਪਿਸ਼ਾਬ ਕਰਾਂ, ਉੱਥੇ ਇਹਨਾਂ ਨੂੰ ਗੱਲ ਕਰਦਾ। ਸਿੱਧੂ ਦੇ ਆਂਦੇ ਨੇ ਅਮੇਂਟੀ, ਅਗਲੇ ਦਿਨ ਕਹਿੰਦੇ ਮੈਂ ਸਿੱਧੂ ਦੀ ਮਾਂ ਭੈਣ ਦੇ ਮੂੰਹ 'ਚ ਪਿਸ਼ਾਬ ਕਰਾਂ, ਗਾਲਾਂ ਕੱਢਣ ਲੱਗ ਪਿਆ ਜੇ। ਚਲਾ ਦਿਓ, ਵੇਖ ਲਓ, ਹੁਣੇ ਲੱਗ ਪਤਾ ਜਾਏਗਾ। नहीं यार काब भाई, ये आपस में इनकी बातें, वो पीर स्कानी ने अभी तक वो लगाई हुई है, कहता है इधर आमर जीरा आके माफी मांगे। चलो हमारे भाई ने की है तो आपस में कर लेंगे बात, कोई भी नहीं, जिसकी भी गलती है ठीक है। लेकिन वो जो पीर स्कानी ने अभी भी लगाई हुई है वो नहीं कोई आके आमर जीर साहब उधर तो मुंह करो ना, नमाज छो। मार मार के ना ਕੇਸ ਮਾਰ ਕੇ ਕੋਲ ਬੈਠਾ, ਕੋਈ ਨਮਾਜ਼ ਨਮੂਦ ਨਹੀਂ ਉਹਨੇ ਨੀਤੀ। ਤੁਸੀਂ ਨਹੀਂ ਉਹਨੂੰ ਜਾਣਦੇ, ਬੜਾ ਵੱਡਾ ਖਚਰਾ ਤੇ ਦਾਈ ਬੰਦਾ ਉਹ। ਮੈਂ ਸਮਝਣਾ ਬੰਦਾ ਦੇਖੋ, ਉਹਨੂੰ ਥੋੜੀ ਜੀ ਦਰਜ ਲੱਭੀ, ਉਹ ਛੇਤੀ ਨਾਲ ਇੱਥੇ ਆ ਕੇ ਬਹਿ ਗਿਆ। ਬਾਦਸ਼ਾਹ ਮੈਂ ਨਾ ਜ਼ਿਹਨੀ ਮਰੀਜ਼ ਹਾਂ, ਲੋਕਾਂ ਨੇ ਮੈਨੂੰ ਜ਼ਿਹਨੀ ਮਰੀਜ਼ ਕਰਾਰ ਦਿੱਤਾ, ਤੇ ਮੈਂ ਕੁਝ ਵੀ ਕਰ ਸਕਦਾ। ਤੁਸੀਂ ਨਹੀਂ, ਬਿਲਕੁਲ ਜ਼ਿਹਨੀ ਮਰੀਜ਼ ਨਹੀਂ ਹੈ, ਤੁਸੀਂ ਬਿਲਕੁਲ ਦਰੁਸਤ ਹੋ। ਤੁਸੀਂ ਸਾਡੇ ਮੁਹਤਰਮ ਹੋ, ਐਸੀ ਕੋਈ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਕੀਤਾ। ਤੇ ਬਾਕੀ ਇਹ ਹੈ ਕਿ ਜਿਹੜਾ ਤੁਸੀਂ 7-8 ਦਿਨਾਂ ਬਾਅਦ ਜਨਾਬ ਅਲੀ ਮੰਗੇ ਸੱਦ ਲੈਂਦੇ ਹੋ, ਬੜਾ ਚੰਗਾ ਕਰਦੇ ਹੋ। ਮੈਂ ਨਾ ਕੰਮ ਗਰਮ ਭਾਈ ਰੱਖਦੇ ਹੋ, ਠੰਡਾ। ਮੈਂ ਉਸੇ ਦਿਨ ਹੀ ਗੇਮ ਪਾਣਾ ਜਿੱਦਣ ਹੀ ਉਦਣ ਮੈਂ। ਤਾਰ ਸਾਹਿਬ ਤੁਸੀਂ ਬ੍ਰਾਂਡ ਹੋ, ਤਾਰ ਸਾਹਿਬ ਪਰੇਸ਼ਾਨ ਨਾ ਹੋਇਆ ਕਰੋ, ਤੁਸੀਂ ਬ੍ਰਾਂਡ ਹੋ, ਬ੍ਰਾਂਡ ਤੇ ਬਾਕੀ ਕਦਰ ਦਾ ਨਹੀਂ ਪਤਾ ਹੀ। ਬਿਲਕੁਲ ਕੋਈ ਫਿਕਰ ਨਾ ਕਰਿਆ ਕਰੋ। ਮੰਗੇ ਜਨਾਬ ਅਲੀ ਕਿਸੇ ਬੰਦੇ ਦੇ ਸਿਰ ਦੇ ਉੱਤੇ ਮੰਗੇ ਵੀ ਉਹ ਬੰਦਿਆਂ ਦੇ ਚੌਰੀਆਂ ਦੇ ਮੰਗੇ ਹੁੰਦੇ ਨੇ, ਮਾੜੇ ਮੋਟੇ ਬੰਦੇ ਦੇ ਤੇ ਆਖੇ ਮੰਗਾ ਵੀ ਕੋਈ ਨਹੀਂ ਆਉਂਦਾ। ਕੀ ਖਿਆਲ ਹੈ? ਬਿਲਕੁਲ ਮੰਗਾ ਅੱਲਾ ਦੇ ਬੰਦਿਆ ਪੂਰਾ ਹਿਸਾਬ ਨਾਲ ਬਣ ਫੱਬ ਕੇ ਆਏ ਨੇ। ਵੇਖ ਨਾ ਨਮਾਜ਼ਾਂ ਨੀਤੀਆਂ ਨੇ, ਆਣ ਕੇ ਬਹਿ ਗਏ ਨੇ, ਮਸਲੇ ਡਾਲੇ ਨੇ ਉਹਨਾਂ ਨੇ। ਇੱਥੇ ਹੀ ਮੌਤ ਹੋਣੀ ਹੈ ਮੰਗਿਆਂ ਦੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਪੇਸ਼ ਨਹੀਂ ਚੱਲਣੀ ਨਾ, ਤਾਂ ਚੁੱਪ ਕਰ ਗਏ। ਮੰਗਿਆਂ ਦੀ ਹੁਣ ਮੌਤ ਜੱਜਾ ਸਾਹਿਬ ਇੱਥੇ ਹੀ ਹੋਣੀ ਹੈ। ਕੀ ਖਿਆਲ ਹੈ? ਨਹੀਂ, ਮੈਂ ਥੋੜਾ ਜਿਹਾ ਵੇਸ ਹਾਂ। ਜਾਓ ਉਹਨੂੰ ਆਖੋ ਕਿ ਮਾਫੀ ਮੰਗੇ, ਕਿ ਇੱਥੇ ਗੱਲਾਂ ਕਰਨ ਦਾ ਫਾਇਦਾ ਕੀ? ਵਕਾਬ ਸਾਹਿਬ ਤੁਸੀਂ ਪਹਿਲਾਂ ਪੀਰ ਸਕਾਨੀ ਸਾਹਿਬ ਕੋ ਮਾਫੀ ਮੰਗੋ। ਇੱਥੇ ਜੋ ਮਾਰ ਲੈ ਸਲਾਮ ਮੰਗਿਆ, ਪੀਰ ਸਕਾਨੀ ਸਾਹਿਬ ਮਾਫੀ ਮੰਗਵਾ ਰਹੇ, ਉਹਨਾਂ ਕੋ ਮਾਫੀ ਮੰਗੋ ਪਹਿਲਾਂ। ਚੱਲ ਗਏ ਯਾਰ, ਮੈਨੂੰ ਲੋੜ ਹੋਈ ਤਾਂ ਮੈਂ ਮੰਗ ਲਾਂਗਾ, ਲੇਕਿਨ ਇਹ ਜਿਹੜੀ ਮੰਗ ਲਏਗਾ ਠੀਕ ਹੈ। ਤੁਹਾਨੂੰ ਕੀ ਮਸਲਾ ਹੈ? ਤੇ ਤੁਸੀਂ ਕੀ ਲੈਣ ਆਏ ਹੋ ਫਿਰ? ਤੁਸੀਂ ਫਿਰ ਤਾਹਿਰ ਸਾਹਿਬ ਦੇ ਪੈਰ ਫੜ ਲਓ ਆ ਕੇ। ਜੱਜਾ ਸਾਹਿਬ ਖਲੋ ਜਾਓ, ਤੁਸੀਂ ਤਾਹਿਰ ਸਾਹਿਬ ਦੇ ਪੈਰੀ ਪੈ ਜਾਓ। ਸਾਡੇ ਭਾਈ ਨੇ ਜੋ ਉਹਦੇ ਪੈਰ ਹੀ ਪਵਾਂਗੇ, ਉਹਦੇ ਪੈਰ ਚੁੰਮਾਂਗੇ ਵੀ ਤੁਹਾਨੂੰ। ਨਜ਼ੀਰ ਸਾਹਿਬ ਤੇ ਫੜ ਲਓ ਪੈਰ, ਫੜ ਲਓ। ਉਹ ਗੱਲ ਸੁਣੋ ਯਾਰ ਜੱਜਾ ਸਾਹਿਬ, ਇੱਕ ਮਿੰਟ ਗੱਲ ਤਾਂ ਸੁਣੋ। ਅਮਨ ਨਜ਼ੀਰ ਸਾਹਿਬ ਜੀ ਸਰ, ਸਾਡੇ ਪਿੰਡ ਦੇ ਨਾਲ ਇੱਕ ਮਾਂਗਾ ਪੁਲ, ਮਾਂਗਾ ਪਿੰਡ, ਉੱਥੇ ਹੋ ਪਈ ਲੜਾਈ। ਉਹਨਾਂ ਨੇ ਕੋਈ ਮਾਂਗਾ ਸੱਦਿਆ ਸੀ, ਠੀਕ ਹੈ, ਤੁਹਾਡੇ ਵਰਗਾ ਮਾਂਗਾ। ਲੜਾਈ ਹੋ ਪਈ ਨਾ, ਉਹਨਾਂ ਨੇ ਆਖਿਆ ਕਿ ਜਨਾਬ ਉਹ ਫਲਾਣਾ ਬਦਮਾਸ਼, ਉਹ ਬੰਦੇ ਬੜੇ ਮਾਰਦਾ, ਉਹਨੂੰ ਸੱਦ ਲਓ ਮਾਂਗੇ ਨੂੰ।
ਉਹਨੂੰ ਕੋਈ ਤੁਹਾਡੇ ਤੁਸੀਂ ਤਾਂ ਪਤਾ ਨਹੀਂ ਹੁਣ ਰੁਪਈਏ ਲੈ ਕੇ ਆਏ ਹੋਗੇ ਜਾਂ ਉਂਝ ਹੀ ਆ ਗਏ ਹੋ। ਬਹਰਲ ਉਹ ਮੰਗਾ ਜਿਹੜਾ ਸੀ ਉਹ ਰੁਪਈਏ ਲੈ ਕੇ ਆਉਂਦਾ ਸੀ। ਨਹੀਂ ਉਹ ਜ਼ਮਾਨੇ ਦੇ ਵਿੱਚ ਉਹਨੂੰ ਮੇਰੇ ਖਿਆਲ ਨਾਲ ਕੋਈ 2 ਤੋਲੇ ਸੋਨਾ ਜਿਹੜਾ 4 ਤੋਲੇ ਸੋਨਾ ਜਿਹੜਾ ਨਾ ਉਹ ਦੇ ਕੇ ਤੇ ਮੰਗੇ ਨੂੰ ਲਿਆਂਦਾ ਗਿਆ। ਮੰਗੇ ਨੇ ਪਹਿਲੀ ਸੱਟ ਵੀ ਨਹੀਂ ਖਾਧੀ ਕੋਈ ਵੀ ਤੇ ਮੰਗਾ ਡਾਂਗ ਦੇ ਨਾਲ ਡਿੱਗ ਪਿਆ ਪਹਿਲੀ ਡਾਂਗ ਤੇ। ਮੰਗਾ ਮਰ ਗਿਆ। ਉਹ ਹੁਣ ਪਿੰਡ ਦਾ ਨਾਂ ਹੀ ਮੰਗਾ ਪੈ ਗਿਆ ਨਾ, ਡੇਰੇ ਦਾ। ਡੇਰੇ ਤੋਂ ਵੱਡਾ ਵੱਡਾ ਮੰਗਾ ਹੋ ਗਿਆ। ਤੇ ਮੈਂ ਨਾ ਕਿਤੇ ਤੁਹਾਡਾ ਵੀ ਕੋਈ ਨਾਂ ਮੰਗਾ ਮੁੰਗਾ ਹੀ ਨਾ ਪੈ ਜਾਵੇ। ਅੱਗੇ ਬੜੇ ਨਾਂ ਪਏ ਨੇ। ਇਹ ਵਾਕਈ ਗੱਲ ਠੀਕ ਹੈ। ਜਦੋਂ ਮੈਂ ਰੋਜ਼ ਤਾਰ ਸਾਹਿਬ ਦੇ ਮਗਰ ਮੈਂ ਆ ਕੇ ਖਲੋ ਜਾਣਾ ਨਾ, ਇਹ ਮੇਰੀ ਬੁੱਤੀ ਖਿਜਣੀ ਪੈਣੀ ਤੁਹਾਨੂੰ। ਨਹੀਂ ਖਲੋਇਆ ਕਰੋ। ਮੈਂ ਤੇ ਤੁਹਾਨੂੰ ਦੱਸਣ ਡਿਆ ਕਿ ਅੱਗੇ ਮੰਗੇ ਵਾਲਾ ਜਿਹੜਾ ਰੋਲੇ ਦਾ ਹੋਇਆ ਸੀ ਤੇ ਕਿਸੇ ਵੇਲੇ ਮੰਗੇ ਨੂੰ ਡਾਂਗ ਵੱਜਦੀ ਹੁੰਦੀ ਹੈ ਤੇ ਮੰਗਾ ਹੀ ਮਰਦਾ ਹੁੰਦਾ ਪਹਿਲਾਂ। ਮਰਨਾ ਦੇਖੋ, ਮਰਨਾ ਤੇ ਇੱਕ ਦਿਨ ਹੈ ਹੀ ਹੈ ਨਾ। ਤੇ ਮੇਰਾ ਖਿਆਲ ਹੈ ਕਿ ਤੁਸੀਂ ਬਜਾਏ ਇਸ ਦੇ ਕਿ ਉਹਨੂੰ ਬੁਲਾ ਕੇ ਤੇ ਉਹਨੂੰ ਆਖੋ ਵੀ ਮਾਫੀ ਮੰਗ ਆਪਣੇ ਭਰਾ ਤੋਂ। ਉਹਨੂੰ ਮੈਂ ਕਿੱਥੋਂ ਬੁਲਾ ਲਾਂ? ਮੇਰੇ ਕੋਲ ਚੰਗਾ ਕੋਈ ਨੈਟਵਰਕ ਹੈ ਜਿਹੜਾ ਉਹਨੂੰ ਬੁਲਾ ਲਾਂ। ਨੈਟਵਰਕ ਕਿਉਂ ਨਹੀਂ? ਬਰਾੜ ਲੱਗੀ ਹੋਣੀ ਉੱਥੇ ਲੱਗੇ ਜੋ ਬਰਾੜ ਨੂੰ ਆਖੋ ਵੀ ਉੱਥੇ ਜਾ ਕੇ ਉੱਥੇ ਜਾ ਕੇ ਉਹਦੇ ਕੋਲ ਜਾਵਾਂ, ਜਾ ਕੇ ਉਹਨੂੰ ਆਖਾਂ ਜੱਟ ਸਾਹਿਬ ਬਰਾੜ ਨਹੀਂ ਲੱਗੀ ਉਹਦੀ, ਬਰਾੜ ਲੱਗੀ ਹੁੰਦੀ ਉਹਦੀ। ਤੁਸੀਂ ਆਪਣਾ ਕੰਮ ਪਕਾਓ, ਆਪੇ ਹੀ ਆ ਜਾਏਗਾ ਵੇਖ ਕੇ ਤੁਹਾਨੂੰ। ਦੋਵੇਂ ਭਰਾਵਾਂ ਨੂੰ ਉਹਨੇ ਅੱਗੇ ਸ਼ਾਸਨ ਕਰਾਰ ਦੇ ਦਿੱਤਾ ਹੈ, ਉਹਨੂੰ ਬੰਬਾਸਟਕ ਨੂੰ ਤੇ ਹੁਣ ਸਾਰਾ ਕੁਝ ਕਰਨ ਲੱਗੇ 5 ਮਿੰਟ ਚ ਸਿੱਧਿਆਂ 1 ਮਿੰਟ ਮੈਂ ਪਹਿਲੇ 9 ਮਿੰਟ ਦੀ ਗੱਲ ਸੁਣੋ। 9 ਮਿੰਟ ਦੀ ਗੱਲ ਸੁਣੋ। ਕਾ ਭਾਈ ਇਜਾਜ਼ਤ ਆ, ਇਜਾਜ਼ਤ ਗੱਲਾਂ ਮੁੱਕੀਆਂ ਨੇ। ਤੁਸੀਂ ਤਾਂ ਮੰਗੇ ਯਾਰ ਅਮਨਵੀਰ 1 ਮਿੰਟ ਸਾਹ ਲੈ ਯਾਰ, ਥੱਲੇ ਹੋਰਾਂ ਬੰਦਿਆਂ ਨੂੰ ਵੀ ਮੌਕਾ ਦੇ। ਹੁਣ ਤੂੰ ਯਾਰ ਹੋਰਾਂ ਬੰਦਿਆਂ ਨੂੰ ਇੱਕੋ ਹੀ ਗੱਲ ਹੈ, ਹੋਰਾਂ ਬੰਦਿਆਂ ਨੂੰ ਜਾ ਕੇ ਤੇ ਲੈਵਣਾ ਚਾਹੀਦਾ ਉਹਨੂੰ ਤੇ ਆ ਕੇ ਮਾਫੀ ਮੰਗੇ। ਲਿਆਉਣੇ ਆ ਸਾਹ ਤੇ ਲੈ ਛੁਰੀ ਥੱਲੇ ਤੇ ਆ। ਕਰਨ ਵਾਲੀ ਕਿਹੜੀ ਏ? ਹੋਰ ਇੱਥੇ ਕੋਈ ਮਤਲਬ ਮੱਝਾਂ ਕਾਵਾਂ ਦੀਆਂ ਗੱਲਾਂ ਕਰਨੀਆਂ ਨੇ। ਇੱਕੋ ਗੱਲ ਏ ਕਿ ਉਹਨੂੰ ਆਖੋ ਵੀ ਆ ਕੇ ਮਾਫੀ ਮੰਗੇ। ਗਾਲਾਂ ਕੱਢੀਆਂ ਤਾਰ ਸਾਹਿਬ ਨੂੰ। ਪੀਰ ਸਕਾਨੀ ਕੋ ਪਹਿਲਾਂ ਮਾਫੀ ਤੁਸੀਂ ਮੰਗ ਕੇ ਆਓ। ਮੈਂ ਕਿੱਥੋਂ ਮਾਫੀ ਮੰਗਾਂ? ਪੀਰ ਸਕਾਨੀ ਕੋ ਤੁਹਾਨੂੰ ਤਾਂ ਸਾਡੇ ਕੇਸ ਦਾ ਹੀ ਨਹੀਂ ਪਤਾ। ਉਹ ਆਂਦੇ ਮੈਨੂੰ ਗਾਲਾਂ ਕੱਢੀਆਂ ਨੇ ਇਹਨਾਂ ਨੇ ਤੇ ਮੇਰੇ ਕੋ ਮਾਫੀ ਮੰਗੇ। ਤੇ ਗਾਲਾਂ ਤੁਸੀਂ ਕੱਢੀਆਂ ਨੇ, ਮੰਗ ਲਾਂਗਾ। ਤੁਹਾਡੀਆਂ ਰਿਕਾਰਡਾਂ ਮੌਜੂਦ ਨੇ। ਮੰਗ ਲਾਂਗਾ। ਫਿਲਹਾਲ ਆਖਿਆ ਕਿ ਪੀਰ ਸਕਾਨੀ ਦੀ ਭੈਣ ਨੂੰ ਡੰਡਾ ਦੇਣਾ ਹੈ ਵੀਡੀਓ ਦੇ ਤੁਹਾਡੀ ਆਈਡੀ ਦੇ ਵਿੱਚ। ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਮਾੜੀਆਂ। ਮੈਂ ਪਹਿਲਾਂ ਉਹਨੂੰ ਫੜ ਕੇ ਲਿਆਓ, ਉਹਨੂੰ ਜਰੀਉਲਾ ਨੂੰ ਬੁਲਾ ਕੇ ਲਿਆਓ, ਉਹਨੂੰ ਆਖੋ ਇੱਥੇ ਆ ਕੇ ਮਾਫੀ ਮੰਗ ਤਾਰ ਸਾਹਿਬ। ਇੱਥੇ ਪੀਰ ਸਕਾਨੀ ਨੂੰ ਸੱਦੋ ਯਾਰ ਜ਼ਰਾ। ਯਾਰ ਉਹਨੂੰ ਛੱਡ, ਮੈਂ ਪਹਿਲਾਂ ਉਹਨੂੰ ਕਿਉਂ ਛੱਡੀਏ? ਤੁਹਾਡਾ ਤੇਰਾ ਕੀ ਤਲਕ ਹੈ? ਪਹਿਲਾਂ ਉਹਨੂੰ ਪੁੱਛੀਏ ਵੀ ਉਹਨੇ ਸ਼ਾਤਮ ਜਿਹੜਾ ਕਰਾਰ ਸਾਡੇ ਘਰ ਦਾ ਮਸਲਾ ਹੈ। ਤੂੰ ਆਪਣੇ ਘਰ ਦਾ ਮਸਲਾ ਤੇ ਹੱਲ ਕਰ। ਫਿਰ ਘਰ ਦਾ ਮਸਲਾ ਤੇ ਹੱਲ ਕਰ। ਤੈਨੂੰ ਕੀ ਤਕਲੀਫ ਹੈ? ਸਾਡੇ ਤਾਂ ਅਸੀਂ ਤਕਲੀਫ ਹੈ ਤੇ ਮੈਂ ਆਇਆ ਨਾ। ਤੂੰ ਕਿਉਂ ਤਕਲੀਫ? ਨਹੀਂ ਪੀਰ ਸਕਾਨੀ ਨੂੰ ਦੇ ਨਾਲ ਕਿਉਂ ਨਹੀਂ ਤੇਰਾ ਮਸਲਾ ਹੱਲ ਹੁੰਦਾ? ਤੇਰੇ ਘਰ ਦਾ ਮਸਲਾ ਹੈ? ਨਹੀਂ ਨਾ, ਮੇਰੇ ਘਰ ਦਾ ਮਸਲਾ ਹੈ ਹੀ ਨਹੀਂ। ਤੇਰੇ ਘਰ ਦਾ ਹੀ ਮਸਲਾ ਤੂੰ ਖੁਦ ਕੀ ਯਾਰ ਫਜ਼ੂਲ ਗੱਲਾਂ ਕਰੀ ਜਾਂਦੇ ਹੋ, ਫਜ਼ੂਲ ਗੱਲਾਂ ਕਰੀ ਜਾਂਦੇ। ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰੋ। ਉਹਨੂੰ ਫੜ ਕੇ ਲਿਆਓ, ਉਹਨੂੰ ਆਖੋ ਵੀ ਆ ਕੇ ਤਾਰ ਸਾਹਿਬ ਦੇ ਪੈਰੀ ਪੋ। ਤੂੰ ਐਡਾ ਤੇ ਨਾ ਆਪਣੇ ਆਪ ਨੂੰ ਸਮਝ ਲੈ ਵੀ ਤੂੰ ਲੋਕਾਂ ਨੂੰ ਸ਼ਾਤਮ ਕਰਾਰ ਦੇ ਦਿੱਤਾ ਹੈ ਤੇ ਤੂੰ ਹੁਣ ਮੁਫਤੀ ਬਣ ਗਿਆ ਇੱਥੇ ਜਮਾਤ ਦਾ। ਇਹ ਪਤਾ ਜੀ ਸ਼ਾਤਮ ਦੇ ਉੱਤੇ ਫਤਵਾ ਕੀ ਹੁੰਦਾ ਹੈ ਜਿਹੜਾ ਉਹਨੇ ਸ਼ਾਤਮ ਕਰਾਰ ਦਿੱਤਾ ਹੈ? ਸ਼ਾਤਮ ਦਾ ਮਤਲਬ ਮਿਰਜ਼ਾ ਸਾਹਿਬ ਆਂਦੇ ਨੇ ਕਿ ਜਿਹੜਾ ਸ਼ਾਤਮੀਅਤ ਕਰਦਾ ਉਹਦੇ ਹਰਾਮੀ ਹੋਣ 'ਚ ਸ਼ੱਕ ਹੀ ਕੋਈ ਨਹੀਂ। ਤੇ ਜਰੀਉਲਾ ਨੇ ਆਖਿਆ ਬੰਬਾਸਟਕ ਤੇ ਐਮ ਮੂਸਾ ਜਿਹੜੇ ਨੇ ਦੋਏ ਸ਼ਾਤਮ ਨੇ। ਪਤਾ ਜੇ? ਸੁਣਾਵਾਂ ਉਹਨਾਂ ਦੀ ਵੀਡੀਓ ਮੈਂ ਤੁਹਾਨੂੰ? ਸੁਣਾਓ ਜੀ, ਸੁਣਾਓ। ਮੈਂ ਤੁਹਾਨੂੰ ਸੁਣਾਣਾ ਜੀ, ਖਲੋ ਜਾ। ਉਹਨਾਂ ਨੂੰ ਉੱਥੇ ਸ਼ਾਤਮ ਕਰਾਰ ਦਿੰਦਾ ਫਿਰਦਾ। ਇੱਥੇ ਜਨਾਬ ਇਹ ਆਓ ਦੇਖਣਾ ਤਾਂ ਆਓ ਤੇ ਮੈਂ ਜੀ ਕਿੱਧਰ ਗਈ ਹੈ ਵੀਡੀਓ? ਨਹੀਂ ਦੇਖੋ ਜੀ ਗੱਲ ਇਹ ਵੇ ਤਾਹਿਰ ਸਾਹਿਬ ਜੀ ਸਾਨੂੰ ਤੁਸੀਂ ਬਾਰ-ਬਾਰ ਥੱਲੇ ਬੇਸ਼ੱਕ ਲਾਵੋ। ਆਮਰ ਨਜ਼ੀਰ ਸਾਹਿਬ ਤੁਹਾਡੀ ਤਾਜ਼ੀਅਤ ਕਰਨ ਆਏ ਨੇ ਤੇ ਤਾਜ਼ੀਅਤ ਉਹਨਾਂ ਕੋਲ ਤੁਸੀਂ ਲਵੋ, ਬਣਦੀ ਵੀ ਤੁਹਾਡੀ। ਤੇ ਹੋ ਸਕਦਾ ਤੁਹਾਡੇ ਦਿਲ ਦੇ ਵਿੱਚ ਜਿਹੜਾ ਦੁੱਖ ਹੈ ਉਹ ਐਡਾ ਹੀ ਵੱਡਾ ਹੋ ਗਿਆ ਕਿ ਤੁਸੀਂ ਉਹਨਾਂ ਦੇ ਕੋਲੋਂ ਤਾਜ਼ੀਅਤ ਲੈ ਕੇ ਤੇ ਆਪਣੇ ਦਿਲ ਨੂੰ ਤਸਕੀਨ ਹਾਸਲ ਕਰ ਸਕੋ ਤੇ ਕਰੋ ਤੁਸੀਂ। ਬਾਕੀ ਇਹ ਸ਼ਾਤਮ ਵਗੈਰਾ ਦੂਸਰੇ ਤੀਸਰੇ ਇਹਨਾਂ ਦੇ ਫਤਵੇ ਲਾਣੇ। ਆਮਰ ਨਜ਼ੀਰ ਸਾਹਿਬ ਜਿਹੜੇ ਨੇ ਖੁਦ ਸ਼ਾਤਮ ਨੇ। ਇਹਨਾਂ ਨੇ ਇਹ ਕਿਹਾ ਕਿ ਹਜ਼ਰਤ ਅਲੀ ਦੀ ਸੁਨਨਤ ਤੇ ਔਰਤਾਂ ਦੇ ਕੱਪੜੇ ਲਾਣੇ। ਸੁਣੋ ਜ਼ਰਾ ਇਹ ਫਤਵਾ ਸੁਣੋ ਜਿਹੜਾ ਸ਼ਾਤਮ। ਆਮਰ ਨਜ਼ੀਰ ਸਾਹਿਬ ਤੁਸੀਂ ਸ਼ਾਤਮ ਖੁਦ। ਚੁੱਪ ਕਰੋ ਨਾ ਇੱਕ ਮਿੰਟ, ਆਪਣੇ ਮੁਫਤੀ ਦਾ सिर्फ और सिर्फ नबी पाक सल्लल्लाहु अलैहि वसल्लम है। जब वो मुझे कहते हैं कि तुम्हारा तल्लक उस पाक रसूल के साथ नहीं है जिसके साथ तल्लक मेरा खुदा ने बनाया,
तो मैं भी कहता हूं इनका कोई तल्लुक उस पाक हस्ती के साथ नहीं है। मुझे नहीं पता कि इनका नबी कौन है जिसकी इतनी गंदी इनको तरबियत है, इतनी गलीज जुबान है। मैं नहीं जानता कौन है ये वो। तो मैं वो उस नबी की बात करता हूं जिसकी इतनी गंदी तरबियत है इनको। वो कोई भी मौलवी मोहम्मद हुसैन बटालवी हो सकता है, अहमद रजा खान बरेलवी हो सकता है, मौलाना अमृतसरी हो सकता है, अमर नजीर हो सकता है, मिर्जा साहब ना किताबा जी लिखे बहुत चाला बकवास बंद कर कुत्ते, बंद कर बकवास कुत्ते तू shut up idiot, keep your mouth shut, shut your mouth bastard, don't talk to me, तेरे जैसे talk with me bastard. I am talking with you, बात है यार ये बंद कराएं, आसफ साहब बंद करो, कैमरा बंद करो। ये तुम्हारे जैसे चूतिए की बात है कि मेरे साथ बात करें। आसफ साहब ये आपके आखिरी कते की तरह मैं तुम्हें झटक दूं। इनकी बात सुनी है ना, अब इनको म्यूट भी लगाए कोई बंदा, बहुत शुक्रिया जिसने भी लगाया। मैंने अपना एक्सप्रेस कर दी है और चाणक्य कुत्ते के बच्चे। यार बासिफ भाई टाइम लगा दे प्लीज, इसकी बात मैंने सुनी है, मुझे बात करने दे। ये जरीउल्लाह साहब जस्टिफिकेशन ले लें, ये कहता है मुझे नहीं पता अगलू का नबी कौन है। जब करके चीख चीख बात करने दो ना। जमील है, हम भी कहते हैं कि हमारे भगवान जमील मैंने कहा छड़ के हमारा मेरा बच्चा मैं कहा छड़ के जमील है शाह जमीयत सारी मेरा पुत्र मैं मिर्जा साहब तक छड़ के आवा था की हो गई सलाहकार है जरीउल्लाह ने आज मुंह अटे मुंह अटिया ना ਹੁਣ ਮਿਊਟ नहीं सुपिया पटींदा बंदा शातम साहब ने ਤੁਹਾਡੇ सामने किया कि मैं ये काम दोबारा कर सकता हूँ। जड़ा जाहिद अस्कानी साहब मनु पे कहते देखें दलेराना तरीके से कह रहे मैं फिर करूंगा। बम्बास्टिक साहब ने कहा मैं फिर करूंगा ये काम। अब कहें जमीया तेरे अकल कलूब साहब फतवा दें कि ये शातम रसूल है या नहीं, इनको जमात से कोई खराज वगैरह को करवाएंगे या नहीं, कोई एक्शन होगा या नहीं, वो बताएं मुझे। बिस्मिल्लाह करें। जी अब्बासी साहब मैं बोल सकता हूँ? जी बोले बोले बोले। जज़ाकल्लाह, बहुत शुक्रिया। अच्छा सबसे पहली बात तो ये है कि जो पहले M. मूसा की बात की गई है, वो जिस कमेंट का जिक्र किया गया, मैं साफ और सरी तौर पे कहता हूँ कि उस बंदे ने जो है वो बदतमीजी की है, बदजुबानी की है और ये शातमियत है। मैं साफ और सरी तौर पे कहता हूँ कि वो शातमियत है कि जिस तरह का तुम हो और उस तरह का तुम्हारा नबी, उनका नबी कौन है? ये आगे से तशरीयात और तावीलात है कि नहीं जी वो ये नहीं मानते या वो ये नहीं कहते या वो इस तरह नहीं कहते या वो उस तरह नहीं कहते, ये एक तावीलात है, ये दुरुस्त तरीका नहीं है। किसी भी आपकी आवाज नहीं आ रही अगर आप बोल रहे हैं तो। कोई नहीं बोल रहा, आप बोले। कोई भी नहीं बोल रहा, आप बोले। अच्छा तो ये किसी भी अहमदी को ये ज़ेब नहीं देता कि वो इस तरह के अल्फाज इस्तेमाल करे। कोई भी बंदा हो इस तरह के अल्फाज इस्तेमाल करना गोया खुद नबी करीम सल्लल्लाहु अलैहि वसल्लम को जो है वो बदतमीजी करने वाली बात है, बदजुबानी करने वाली बात है। तो ये शातमियत के जुमरे में आती है। उनको इस बात पर एलानिया माफी मांगनी चाहिए। जब तक कि वो माफी नहीं मांगते और इसी बात पर जो है वो उनका खला हो जाता है तो वो खुदा के यहाँ काबिल मुआवजा है और बड़े बड़े मुजरिम बन के सामने होंगे इंशाअल्लाह ताला, क्योंकि ये बहुत बड़ी बात उन्होंने की है। किसी भी अहमदी की ये शायान शान नहीं है। दूसरा ये अभी जो मिस्टर बॉम्बास्टिक की बात आपने की ऊपर जो जिक्र किया है, मुझे पता है मानी जी आप जिसका नाम दे रहे हैं आपको शायद वो बंदे भी ना पता हो जिनका मुझे भी पता है कि जो उस तरह की बात करते हैं और अपने आप को अहमदियत की तरह मंसूब करते हैं, लेकिन ये जमात अहमदिया का बिल्कुल भी शेवा नहीं है। इसको एलानिया कंडेम करते हैं। मेरी इस बात को रिकॉर्ड करना बेशक और हो भी रही होगी, हम इसको कंडेम करते हैं। ये मिस्टर बॉम्बास्टिक ने भी जो बात की और इसकी अभी जो तावील की और जो तशरीह की, ये बिल्कुल दुरुस्त नहीं है, बिल्कुल गलत है। बिल्कुल इसको कंडेम करने के काबिल है कि जी वो पता नहीं किसको मानते हैं किसको कहते हैं। तो मैंने वो बात कही है, ये दुरुस्त तरीका नहीं है, ये इंतहाई गलत तरीका है। ये भी शातमियत के ज़मरे में आता है, ये बिल्कुल गलत तरीका है। जो बंदा भी शातम करता है, शातमियत करता है, मैं उसको एलानिया कहता हूँ, चाहे वो कोई बंदा भी हो, क्योंकि ये बात नबी करीम सल्लल्लाहु अलैहि वसल्लम की हुर्मत की है। यहाँ पर मेरा चाचा फुफ्फा मामा ताया कोई भी नहीं है। ये जो भी बात होगी वो नबी सल्लल्लाहु अलैहि वसल्लम की हुर्मत के ऊपर बात होगी। जज़ाकल्लाह, मेरा ये स्टांस है वाजे और मौकफ मेरा ये वाजे बयान। ਲੋ ਜੀ ਸਾਫ ਉਹਨਾਂ ਨੇ ਇਹਨਾਂ ਨੂੰ ਸ਼ਾਤਮ ਕਰਾਰ ਦੇ ਦਿੱਤਾ ਦੋਵਾਂ ਨੂੰ। ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਜਿਹੜਾ ਨਬੀ ਪਾਕ ਦੀ ਸ਼ਾਨ ਚ ਗੁਸਤਾਖੀ ਕਰੇ, ਸ਼ਾਤਮੀਅਤ ਕਰੇ, ਉਹ ਉਹਦੇ ਹਰਾਮੀ ਹੋਣ ਚ ਕੋਈ ਸ਼ੱਕ ਹੀ ਨਹੀਂ ਹੁੰਦਾ। ਹੁਣ ਦੱਸੋ ਜੀ। सुन लिया। अच्छा अस्सलाम वालेकुम तार साहब।
तार साहब जरीउल्ला साहब तो फिर जिंदाबाद हुए ना, जिनकी आपने आइडियो लगाई है। एक सेकंड जरा तार साहब आप हैं यहाँ पे? तार साहब असल भी है जरीउल्ला साहब को आप जरीउल्ला साहब के पीछे लगे हुए हैं, वो तो अमर लो जाओ तार साहब को उठ लेने दो। जज्जा साहब ओ जज्जा साहब तार साहब ਨੂੰ ਉੱਠ ਲੈਣ ਦਿਓ, ਸੁੱਤੇ ਨਹੀਂ ਕਿੱਧਰ ਨੇ ਅਸਲ ਨੇ ਤਾਰ ਸਾਹਿਬ ਕੌਣ ਨੇ? जी एक ताहिर साहब अस्सलाम वालेकुम। जी वालेकुम अस्सलाम मौलवी साहब। ताहिर साहब किस कादी ते बराड़ लगाई जे की मौजू चल ਰਿਹਾ? ਜਰੀਲੁੱਲਾ ਸਾਹਿਬ ਸਾਨੂੰ ਗਾਲਾਂ ਕੱਢੀ ਜਾਂਦੇ ਨੇ, ਅਸੀਂ ਕੀ ਕਰੀਏ? ਕਿਨੂੰ ਗਾਲ ਕੱਢੀ ਨੇ ਜੀ ਬੜਾ ਕੁਝ ਕੀਤਾ ਨੇ। ਦੱਸੋ ਤੇ ਸਹੀ ਕਿਨੂੰ ਗਾਲ ਕੱਢੀ ਨੇ? ਮੈਨੂੰ ਕੱਢੀ ਹੈ। ਅੱਛਾ ਤੇ ਉਹ ਗਾਲਾਂ ਲਾਓ ਫਿਰ। ਇਹ ਤੇ ਆਮਰ ਸਾਹਿਬ ਨੂੰ ਤੁਸੀਂ ਪਲੇਟਫਾਰਮ ਦਿੱਤੇ ਹੈ, ਤੁਸੀਂ ਗਾਲਾਂ ਲਾਓ ਜਿਹੜੀਆਂ ਤੁਹਾਨੂੰ ਕੱਢੀਆਂ। ਹੁਣ ਮਤਲਬ ਕਿ ਅਸੀਂ ਅਹਿਮਦੀਆਂ ਕੋਲੋਂ ਵੀ ਗਾਲਾਂ ਖਾਈਏ ਤੇ ਗੈਰ ਅਹਿਮਦੀਆਂ ਕੋਲ ਖਾਈਏ ਤੇ ਮੈਂ नहीं ते तार नहीं साहब ਉਹਨਾਂ ਜਿਹੜੀ अमर ਗਾਲ नज़ीर ਕੱਢੀ साहब ਹੈ ते जरीउल्ला ਤਾਹਿਰ ते ਸਾਹਿਬ ਸੁਣ ਤੇ ਜੱਜਾ ਸਾਹਿਬ ਇੱਕ ਮਿੰਟ ਦਿਓ ਨਾ। ਤਾਹਿਰ ਭਾਈ ਜਿਹੜੀ ਗਾਲ ਉਹਨਾਂ ਤੁਹਾਨੂੰ ਕੱਢੀ ਹੈ ਉਹ ਗਾਲਾਂ ਲਾਓ ਬਹੁਤ ਸਬਰ ਹੋ ਗਿਆ ਮੌਲਵੀ ਸਾਹਿਬ, ਕੰਡਮਨੇਸ਼ਨ ਕਰੀਏ ਸਬਰ ਤੋਂ ਤੇ ਗੱਲ ਹੈ। ਸਬਰ ਤੋਂ ਗੱਲ ਤੇ ਹੋ ਗਿਆ, ਲੇਕਿਨ ਜਿਹੜੇ ਨੇ ਆਮਰ ਸਾਹਿਬ ਤੇ ਉਹਦੀਆਂ ਤਾਰੀਫਾਂ ਕਰ ਰਹੇ ਨੇ ਤੇ ਤੁਸੀਂ ਆਂਦੇ ਮੈਂ ਉਹਨਾਂ ਦੇ ਖਿਲਾਫ ਲਾਈ ਹੈ। ਤੁਸੀਂ ਵੀ ਅਠਵਾਲ ਜੇ ਤੁਸੀਂ ਪਹਿਲਾਂ ਮੇਰੇ ਕੋਲ ਆ ਕੇ ਬਹਿੰਦੇ ਹੁੰਦੇ ਸੀ ਜਦੋਂ 2 ਗੁਲਫਾਂ ਵਾਲੀ ਤੁਹਾਡੀ ਆਈਡੀ ਹੁੰਦੀ ਸੀ, ਪਤਾ ਜੇ ਨਾ ਉਹ ਆਈਡੀ? ਮੁਝੇ ਕਹਿ ਰਹੇ ਆਪ? ਹਾਂਜੀ ਤਾਹਿਰ ਸਾਹਿਬ ਮੈਨੂੰ ਤੇ ਦੱਸੋ, ਤੁਸੀਂ ਸਬਰ ਸਾਡੇ ਨਾਲ ਚਲੇ ਗਏ ਹੋ। ਗੁਲਫ ਹੁੰਦੇ ਸਨ ਤੁਹਾਡੇ ਬਣਾਏ ਕਿ ਤੁਸੀਂ ਆ ਨਹੀਂ ਮੇਰੇ ਬਾਤ मेरी कोई आईडी नहीं है। बिल्कुल ਤੁਸੀਂ ਝੂਠ ਹੋ, ਤੁਸੀਂ ਅਮਰੀਕਾ ਤੋਂ ਨਹੀਂ ਬੋਲ ਰਹੇ? नहीं ਹਾਂਜੀ ਕਿੱਥੋਂ ਬੋਲ ਰਹੇ ਹੋ? ਇਹ ਵੈਸਟ ਇੰਡੀ, ਤੁਸੀਂ ਵੈਸਟ ਇੰਡੀਜ਼ ਨਹੀਂ ਹੁੰਦੇ ਸਬਰ ਸਾਹਿਬ? ਅਮਰੀਕਾ ਤੋਂ ਬੋਲ ਰਹੇ ਵੈਨਕੂਵਰ ਕੈਨੇਡਾ, ਵੈਨਕੂਵਰ ਕੈਨੇਡਾ। ਵੈਸਟ ਇੰਡੀਜ਼ ਉਹ ਕੈਨੇਡਾ ਤੋਂ ਹੋ ਗਏ, ਬੜਾ ਤੁਹਾਡੀ ਮੈਂ ਆਵਾਜ਼ ਸੁਣ ਕੇ ਪਛਾਣ ਗਿਆ। ਅਸਲ ਨਾਂ ਤੁਹਾਡਾ ਮਮੂਦ ਹੈ ਕਿ ਕੀ ਨਾਂ ਹੈ ਤੁਹਾਡਾ? मैंने आज तक कोई आईडी नहीं बनाई और जाली आईडी होनी है ताहिर साहब, मुझे आपको बताने की इतनी जरूरत नहीं है। ਹਾਂਜੀ ਇਹ ਵੀ ਸਮਝ ਲਓ ਜਾਲੀ ਉਹ ਤੁਸੀਂ ਜਿੱਥੇ ਬਿਆਨ ਦਿੱਤਾ ਨਾ ਉਹ ਬਿਆਨ ਦਰਾਓ ਵੀ ਤੁਸੀਂ ਕਿਉਂ ਬਿਆਨ ਦਿੱਤਾ ਸੀ। हाँ जी वो बताता हूँ मैं आपको। बात ये है कि ये जो चीज़ आप कर रहे हैं ना, कि जैसे आप जरीउल्ला साहब को या किसी उनके जो अपने अहमदी भाई, मैं किसी को टारगेट नहीं कर रहा, मैं आपको गाली तो नहीं ना दी किसी ने। मैं आपको ये एक छोटी सी बात बताना चाहता हूँ। ताहिर साहब बड़े साहब बंदे हैं, वो ਸਬਰ ਸਾਹਿਬ ਤਾਹਿਰ ਸਾਹਿਬ ਕਦੀ ਕਿਸੇ ਦੇ ਬਾਰੇ ਗਾਲੀ ਨਹੀਂ ਦਿੰਦੇ, ਉਹ ਕਦੀ ਵੀ ਕੋਈ ਅਸੀਂ ਸਿਰਫ ਜੇਕਰ ਉਹਨਾਂ ਕੋਈ ਐਸੀ ਨਹੀਂ ਉਹ ਤੱਕ ਕਮੈਂਟ ਹੋਇਆ ਨਾ ਜ਼ਿਆਦਾ ਵੀ ਤੂੰ ਗਾਲੀਬਾਜ਼ ਹੈ ਤੂੰ ਇੰਜੇ ਉਹ ਜਰੀਉਲਾ ਸਾਹਿਬ ਜਿੰਨੇ ਵੀ ਤਾਹਿਰ ਸਾਹਿਬ ਨੂੰ ਕਿਸੇ ਨੇ ਗਾਲੀ ਦਿੱਤੀ ਹੈ ਤਾਂ ਅਸੀਂ ਉਹਦੀ ਕੰਡਮਨੇਸ਼ਨ ਕਰਨੇ ਆ। ਲੇਕਿਨ ਤਾਹਿਰ ਸਾਹਿਬ ਆਮਰ ਨਜ਼ੀਰ ਸਾਹਿਬ ਨੂੰ ਤੁਸੀਂ ਬਿਠਾਏ ਹੈ, ਇਹ ਤਾਂ ਉਹਨਾਂ ਦੀ ਤਾਰੀਫਾਂ ਕਰਦੇ ਨੇ ਪਏ ਤੇ ਮੈਨੂੰ ਥੱਲੇ ਲਵਾਓ ਕਿਸੇ ਤਰ੍ਹਾਂ, ਮੈਨੂੰ ਲਵਾਓ ਨਹੀਂ ਤਾਂ ਬੰਦਾ 200 ਹੋ ਜਾਣਾ ਜੇ। ਸਵਾ 100 ਹੋ ਗਿਆ, ਬੰਦਾ 200 ਹੋ ਚੱਲਿਆ, ਮੈਨੂੰ ਥੱਲੇ ਲਵਾਓ ਜਲਦੀ ਜਲਦੀ। ਤੁਸੀਂ ਉੱਤੇ ਭੇਜਿਆ ਕਰੋ, ਬੈਠੇ ਰਹੋ। ਇਹ ਤਾਹਿਰ ਸਾਹਿਬ ਤੁਹਾਨੂੰ ਸਮਝ ਨਹੀਂ ਕਿਉਂਦੀ ਆਮਰ ਨਜ਼ੀਰ ਸਾਹਿਬ ਤਾਰੀਫਾਂ ਤੇ ਕਰਦੇ ਨੇ, ਤੁਸੀਂ ਉਹਨਾਂ ਦੇ ਖਿਲਾਫ ਬਰਾੜ ਲਗਾਈ ਹੈ, ਦੋ ਕੰਮ ਇਕੱਠੇ ਤੇ ਨਹੀਂ ਹੋ ਸਕਦੇ। ਮੈਂ ਕਿਹਦੀ ਤਾਰੀਫ ਪਿਆ ਕਰਨਾ? ਮੈਂ ਪਹਿਨਾ ਜਰੀਉਲਾ ਨੇ ਜਰੀਉਲਾ ਸਾਹਿਬ ਦੀ ਜਰੀਉਲਾ ਨੇ ਦੇਖੋ ਇਹ ਦੇਖ ਲਓ ਮਿਰਜ਼ਾ ਸਾਹਿਬ ਦੇ ਖਿਲਾਫ ਵੀ ਹੁਣ ਚੱਲ ਪਏ ਜੇ। ਇਹ ਵੇਖ ਲਓ ਇਹ ਆਮਰ ਨਜ਼ੀਰ ਸਾਹਿਬ ਤੁਹਾਡੇ ਸ਼ੋਲਡਰ ਤੇ ਬੈਠ ਕੇ, ਇਹ ਤੁਹਾਡੇ ਸ਼ੋਲਡਰ ਤੇ ਬੈਠ ਕੇ ਤੇ ਕੀ ਕਰਦੇ ਜੇ ਕਰਦੇ ਪਏ। ਮੈਂ ਭਾਈ ਚੱਲਾ ਜੇ, ਇਹ ਤੁਹਾਡੇ ਮੁੰਡਿਆਂ ਤੇ ਬਹਿ ਕੇ ਕਿਹੜਾ ਤੁਸੀਂ ਜਾਣਾ ਹੀ ਬਣਦਾ, ਤੁਹਾਡਾ ਜਾਣਾ ਹੀ ਬਣਦਾ। ਮੈਂ ਤੁਹਾਨੂੰ ਸਬੂਤ ਦੇਣ ਲੱਗਾ ਕਿ ਤੁਹਾਡੇ ਜਰੀਉਲਾ ਨੇ ਫਤਵਾ ਮਿਰਜ਼ਾ ਸਾਹਿਬ ਦੇ ਖਿਲਾਫ ਦਿੱਤਾ ਹੈ, ਇਹ ਸਬੂਤ ਸੁਣ ਲਿਓ। But on Mirza Sahib, yes. जी वो बात ये है कि नहीं कोई भी जी करे, कोई मेरा ख्याल है जरूरत नहीं है फतवा पीर इसकानी का सुनाना।
चाहिए यार, जो उसके फतवे वो कौन सा? एक सेकंड जरीउल्लाह साहब, हर बंदे का उन्होंने क्लियर ओ भाई कब्र साइड है, आपके भाई कहते हैं, साहब ओ कब्र साइड सबर कर ਹੁਣ ਇੱਥੇ कोई गल पे करना है ना वजीर साहब, यहाँ सबर थे करनी है यहाँ या खबर, लड़ना है, यहाँ सबर कर या कबर लड़ना है या गल सुनो गल ਮਿੱਟੀ ਪਲੀਜ਼ ਮੈਂ ਕਰ ਦੇਣਾ ਯਾਰਾ ਤੇਰਾ ਮੁਰਦਾ ਰੋਲ ਦੇ ਯਾਰਾ ਕਰਨ ਦੇ ਨੇ ਤੂੰ ਪਹਿਲਾਂ ਆਪਣੀ ਜਿੰਨੇ ਫੁੱਦੂ ਮੁਸਲਮਾਨ ਨੇ ਉਹ ਤੇਰੀ ਮਿੱਟੀ ਪਲੀਜ਼ ਕਰ ਤੋ ਯਾਰਾ ਤੂੰ ਆਪਣੀ ਕਬਰ ਦੀ ਮਿੱਟੀ ਸਾਫ਼ ਕਰ ਯਾਰਾ ਓਏ ਬੜੀ ਕੰਮ ਖਰਾਬ ਹੋਏ ਕੋਈ ਤੇਰੇ ਤੇ ਜਿਹੜਾ ਸ਼ਾਤਮੀਅਤ ਦਾ ਫਤਵਾ ਲੱਗਾ ਨਾ ਉਹ ਬਾਰੇ ਮਿਰਜ਼ਾ ਸਾਹਿਬ ਆਂਦੇ ਨੇ ਕਿ ਜਿਹੜਾ ਨਬੀ ਪਾਕ ਦੀ ਸ਼ਾਤਮੀਅਤ ਕਰੇ ਉਹਦੇ ਹਰਾਮੀ ਵਿੱਚ ਸ਼ਾਕੀ ਹੋ ਜਾਂਦਾ। चलो कोई गल नहीं, मैं अगर मिर्जा साहब ने कहा कोई बात नहीं, मैं हरामी हां जी, आज तो बाद अगर मैं शातमियत कीती हुई हुन तू दस के तेरा प्यो कादियानी सी, तू कादियानी दा नुतफा है, ਉਹ ਤੇ ਫਤਵਾ तेरी मां दा कसम कादियानी सी कि नहीं मानना? ਇਹ ਹੁਣ ਗਾਲਾਂ ਕੱਢਣ ਲੱਗ ਪਿਆ ਜੀ ਤਾਰ नहीं तो ਸਾਹਿਬ मैं गाना पे करना यार, मैं ऐसे गरीब आ गया कादियानी सी के ਗਾਲਾਂ ਕੱਢਣ ਲੱਗ ਪਿਆ ਮਰਜ਼ੋਟਾ ਤੇ ਇਹਨੂੰ ਲਾ ਲੋ ਥੱਲੇ ਨਹੀਂ ਤੇ ਇਹਨੇ ਉਮਰ ਬਾਪ ਦਾ ਫਤਵਾ ਹੀ ਓਏ, ਉਮਰ ਬਾਪ ਦਾ ਫਤਵਾ ਹੀ ਇਹ ਗਾਲਾਂ ਕੱਢਣ ਲੱਗ ਪਿਆ ਇਹਨੂੰ ਥੱਲੇ ਲਾ ਦੋ ਨਹੀਂ ਕੋਈ ਗਾਲਾਂ ਨਹੀਂ ਕੱਢਣ ਦਿਆ ਟੁਰ ਜੇਦੀ। ਓਏ ਓਏ ਪੀਰਸ ਕਾਨੀ ਔਰ ਉਮਰ ਬਾਪ ਦਾ ਚੁੱਪ ਕਰ ਜਾ ਉਹਨੂੰ ਜਾ ਕੇ ਬੁਲਾ ਕੇ ਲਿਆ ਉਹਨਾਂ ਦਾ ਫਤਵਾ, ਉਹਨਾਂ ਦਾ ਮਾਫੀ ਮੰਗੇ ਆ ਕੇ ਗੁੱਸੇ ਕਿਉਂ ਉਹਨੂੰ ਬੁਲਾਓ ਜਾ ਕੇ। ਮੈਂ ਨਾ ਪੀਰਸ ਕਾਨੀ ਤੇ ਉਮਰ ਬਾਪ ਨੂੰ ਬੁਲਾਓ ਹਾਂ ਓਏ ਉਮਰ ਬਾਪ ਨੂੰ ਛੱਡ ਤੂੰ ਜਰੀਉਲਾ ਨੂੰ ਬੁਲਾ। ਫਤਵੇ ਤੇਰੇ ਤੇ ਵੀ ਲੱਗੇ ਨੇ। ਹੁਣ ਕੁਝ ਜ਼ਿਆਦਾ ਹੀ ਹੋ ਗਿਆ ਸੀ ਤੇ ਜਰੀਉल्लाह ਸਾਹਿਬ ਨਹੀਂ ਆਣਾ ਚਾਹੁੰਦੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਾਬਰੀਨ ਤੇ ਗੱਲ ਜਾਏ। ਨਹੀਂ ਸ਼ੁਕਰੀਆ, ਬਹੁਤ ਅੱਛਾ ਕੀਤਾ ਤੁਸੀਂ। ਦੇਖੋ ਤਾਹਿਰ ਸਾਹਿਬ, ਇਹ ਅੱਜ ਕੋਈ ਬੰਦਾ ਗੱਲ ਕਰੇ ਤੇ ਅਮਰਜੀਤ ਦਾ ਸਾਡੇ ਘਰ ਦੀ ਗੱਲ ਏ ਤੇ ਸਾਡੇ ਘਰ ਦੀ ਗੱਲ ਏ ਤੇ ਸਾਡੇ ਘਰ ਦੀ ਗੱਲ ਸਾਡੇ ਤੱਕ ਰਹਿਣ ਦੇ। ਨਹੀਂ ਸਾਡੇ ਵੀ ਆਪਣੇ ਗਾਲਾਂ ਕੱਢਦੇ ਨਾ, ਉਹ ਵੀ ਗੱਲ ਨਹੀਂ ਸਹੀ ਨਾ। ਉਹ ਵੀ ਗੱਲ ਨਹੀਂ, ਉਹ ਵੀ ਉਹਨਾਂ ਦੇ ਵੀ ਕੱਢਦੇ ਨੇ ਨਾ। ਤੇ ਕਦੀ ਤੁਹਾਨੂੰ ਉਹਨਾਂ ਨੇ ਬਹਿ ਕੇ ਮੌਕਾ ਦਿੱਤਾ ਕਦੀ ਇਸ ਤਰ੍ਹਾਂ ਕਰਨ ਦਾ ਕਿ ਬਈ ਆ ਸਾਡੇ ਵਿੱਚ ਤੂੰ ਬਹਿ ਤੇ 10 ਫਲਾਣਾ ਜਿਹੜਾ ਉਹਨੇ ਗਾਲਾਂ ਕੱਢੀਆਂ ਨੇ, ਜਾਂ ਅਮਰਨ ਜੀ ਨੇ ਤੁਹਾਨੂੰ ਕਦੀ ਸੱਦਿਆ ਕਿ ਆ ਜਾ ਬਈ ਬਹਿ ਇੱਥੇ ਤੇ ਮੈਨੂੰ ਫਲਾਣੇ ਨੇ ਗਾਲਾਂ ਕੱਢੀਆਂ, ਜਾਂ ਉਹ ਦੂਸਰੇ ਸਾਹਿਬ ਢੂੰਡ ਲੋ, ਮੁਝੇ ਪਿਆਂਦਾ ਹੈ ਵੀ ਤੁਹਾਡੀ ਕੰਪਲੇਂਟ ਮੈਂ ਕਰ ਦਿੱਤੀ ਹੈ ਤੇ ਤੁਸੀਂ ਹੁਣ ਆਪਣਾ ਹਾਲ ਕਰ ਲਓ ਜੀ। ਠੀਕ ਹੈ ਜੀ। ਰਿਕਾਰਡਿੰਗ ਕਰਕੇ ਨਾ ਉਹਨੇ ਸੈਂਟਰ ਨੂੰ ਕੰਪਲੇਂਟ ਕਰਤੀ ਹੈ ਕਿ ਇਹਨੇ ਅਮਰ ਨੂੰ ਭਾਇਆ ਤੇ ਇਹ ਜਨਾਬ ਅਮਰ ਨੂੰ ਭਾਣਾ ਕਿਹੜਾ ਜੁਰਮ ਹੈ? ਉਹਨਾਂ ਦੀ ਇਹਦੇ ਨਾਲ ਵੱਡਾ ਜੁਰਮ ਹੀ ਕੋਈ ਨਹੀਂ। ਬੈਠਾ ਰਵੇ ਲੇਕਿਨ ਉਧਰ ਉਮਰ ਬਾਪ ਤੇ ਪੀਰ ਸਕਾਨੀ ਸਾਹਿਬ ਜਿਹੜੇ ਫਤਵੇ ਲਾਏ ਨੇ ਯਾਰ ਲਾਣ ਦਿਓ, ਉਹ ਯਾਰ ਉਹਨਾਂ ਨਾਲ ਮੇਰਾ ਇਹਨਾਂ ਨੂੰ ਵੀ ਲਾਣ ਦੇ, ਇਹਨਾਂ ਦਾ ਤੇਨਾਂ ਕੀ ਤਲਕ ਹੈ? ਤੂੰ ਐਡਾ ਸ਼ਿਕਾਰ ਬਣ ਕੇ ਕਿਉਂ? ਤੁਹਾਡਾ ਤਾਂ ਤਲਕ ਹੈ ਕਿ ਨਹੀਂ? ਨਹੀਂ ਸਾਡਾ ਤਲਕ ਹੈ, ਅਸੀਂ ਖੁਦ ਨਿਬੜਾਂਗੇ। ਤੇਰਾ ਕੀ ਤਲਕ? ਫਿਰ ਜੇ ਤਲਕ ਹੈ ਤੇ ਬੁਲਾਓ ਉਹਨੂੰ ਜਰੀਉਲਾ ਨੂੰ। ਤੂੰ ਚੁੱਪ ਕਰ, ਤੂੰ ਜਾ, ਤੇਰਾ ਕੰਮ ਹੀ ਨਹੀਂ ਇਹਦੇ ਵਿੱਚ। ਤੇਰਾ ਮਤਲਬ ਚੁੱਪ ਕਰਾਂ? ਮੈਂ ਕਿਉਂ ਚੁੱਪ ਕਰਾਂ? ਉਹ ਅਸੀਂ ਕਿਉਂ ਚੁੱਪ ਕਰੀਏ ਜਦੋਂ ਉਮਰ ਬਾਪ ਦੀ ਗੱਲ ਹੈ? ਕਿਉਂ ਉਹ ਗਾਲਾਂ ਕੱਢਦਾ ਕੀ ਆਪਣੇ ਆਪ ਨੂੰ ਸਮਝਣ ਲੱਗ ਪਿਆ? ਜਦੋਂ ਉਮਰ ਬਾਪ ਦੇ ਪੀਰ ਸਕਾਨੀ ਇਹਨੂੰ ਬੁਲਾ, ਇਹਨੂੰ ਮਾਫੀ ਮੰਗੇ। ये है गुजरात का क्षमा खुसरा, इधर की बातें उधर तो उधर की बातें क्षमा खुसरा। ਤੈਰ ਸਾਹਿਬ ਤੁਹਾਡੀ ਸ਼ਿਕਾਇਤ ਹੋ ਗਈ ਜੀ। ਪਿਆ ਕਹਿੰਦਾ ਜੇ ਸ਼ਿਕਾਇਤ ਹੋ ਗਈ ਜੀ। ਗੱਲ ਸੁਣ, ਫਲਾਣਾ ਬੰਦਾ ਪਿਆ ਕਹਿੰਦਾ ਜੇ ਆਪਣਾ ਤੇਰੀ ਮੈਂ ਤਾਂ ਸ਼ਾਤਮੀਅਤ ਦੇ ਉੱਤੇ ਮਿਰਜ਼ਾ ਸਾਹਿਬ ਦਾ ਫਤਵਾ ਠੁੱਕਿਆ। ਫਲਾਣਾ ਬੰਦਾ ਪਿਆ ਫਲਾਣੇ ਨੂੰ ਫਤਵਾ ਦੇ ਦਿੱਤਾ। ਤੁਹਾਡੀ ਸ਼ਾਤਮੀਅਤ ਦੇ ਉੱਤੇ ਅੱਲਾਹ ਤੇ ਅੱਲਾਹ ਦੇ ਰਸੂਲ ਦਾ ਫਤਵਾ ਉੱਠ ਚੁੱਕਿਆ ਹੈ। ਮਿਊਟ ਲਾਓ
लगाओ जजा साहब, आप भी हो सब मुझे बात म्यूट लगाओ जरा, को बात करने दो। हाँ जी हाँ जी, गल करो। ਜਿਹੜਾ ਵਿੱਚ ਜ਼ਿਆਦਾ ਪਾਛੜ ਹੋਵੇ ਉਹ ਗੱਲ ਕਰੇ। हाँ जी गल करो। ਤੁਸੀਂ ਪਾਛੜ ਹੋ ਜ਼ਿਆਦਾ ਹੈ? ਤੁਸੀਂ ਜ਼ਿਆਦਾ ਪਾਛੜ ਹੋ। ਨਹੀਂ ਤੂੰ ਬਹੁਤ ਵੱਡਾ ਪਾਛੜ ਹੈ ਫੁੱਦੂ ਮੁਸਲਮਾਨਾਂ ਦਾ। ਯਾਰ ਮੈਂ ਤਾਂ ਇਹਨੂੰ ਜਰੀਉਲਾ ਨੂੰ ਬੁਲਾ ਕੇ ਲੈ ਮਾਫੀ ਮੰਗਿਆ ਇੱਥੇ। ਤੂੰ ਜਾ ਲੈ ਆ ਜਰੀਉਲਾ ਨੂੰ ਬੁਲਾ ਕੇ ਆਂਦਾ ਤੇ ਅੱਜ ਸੋ ਬਿਸਮਿਲ੍ਲਾ ਹੈ, ਮੇਰਾ ਭਰਾ ਹੈ ਜਰੀਉਲਾ, ਜਿਗਰੇ ਗੋਸ਼ ਹੈ। ਭਰਾ ਨੂੰ ਬੁਲਾ ਕੇ ਲਿਆਣਾ, ਉਹਨੂੰ ਆ ਮਾਫੀ ਮੰਗੇ। ਮੈਂ ਕਿਦੋਂ ਬੁਲਾਵਾਂ? ਤਾਂ ਅਸੀਂ ਕੋ ਫੁੱਦੂ ਮੁਸਲਮਾਨ ਇੱਕ ਦੂਸਰੇ ਦੇ ਪਿੱਛੇ ਨਸੀ ਫਿਰਨੇ ਆ। ਅਸੀਂ ਕੋ ਪਾਗਲ ਆ? ਇਹ ਜਿਹੜੇ ਮੁਸੱਲੇ ਨੇ ਉਹ ਹਰਕਤਾਂ ਕਰਦੇ ਨੇ। ਤੂੰ ਕਿਸੇ ਦਾ ਟੈਲੀਫੋਨ ਨੰਬਰ ਲੈ ਕੇ ਉਹਨੂੰ ਫੋਨ ਕਰ, ਉਹਨੂੰ ਮਾਫੀ ਮੰਗਿਆ। ਓਏ ਇਹ ਮੁਸਲਮਾਨ ਕਰਦੇ ਨੇ, ਅਸੀਂ ਨਹੀਂ ਕਰਦੇ। ਉਹਨੇ ਮੈਨੂੰ ਕਿਹਾ ਜੋ ਕਿਹਾ ਅਸੀਂ ਰੱਖਾਂ ਤੇ ਗੱਲ ਹੀ ਕੋਈ ਨਹੀਂ। ਉਹ ਮਰਜ਼ਈ ਨੇ, ਉਹ ਜਿਹੜਾ ਮਰਜ਼ਈ ਹੈ ਤਾਂ ਉਹ ਕੀ ਨਾਂ ਉਹਦਾ, ਜਰੀਉਲਾ ਮਲਕ ਮੁਬੀਨ ਟੀਜੇ ਅਸਲ ਉਹਦਾ ਨਾਂ ਹੈ। ਤੇ ਜਰੀਉਲਾ ਨਾਂ ਰੱਖੇ ਆ, ਵੇਖੋ ਨਾ ਜਰੀਉਲਾ। ਫੇਰ ਹੈ ਜਰੀਉਲਾ ਸਭ ਦੀ ਮੰਜੀ ਠੋਕਦਾ ਮੁਸਲਿਆਂ ਦੀ। ਉਹਨੂੰ ਮਲਕ ਮੁਬੀਨ ਟੀਜੇ ਨੂੰ ਆਖੋ। ਸ਼ੇਰ ਹੈ ਜਰੀਉਲਾ, ਅੱਲਾ ਦਾ ਸ਼ੇਰ ਹੈ, ਮੈਂ ਮੰਨਦਾ। ਬੱਬਰ ਸ਼ੇਰ ਤੇ ਇੱਥੇ ਆ ਕੇ ਮਾਫੀ ਮੰਗੇ ਕਿਹਦੇ ਕੋਲੋਂ? ਇੱਕ ਜਰੀਉਲਾ ਤੇ ਆਇਤੁੱਲਾ ਵੀ ਹੈ। ਜੱਜਾ ਸਾਹਿਬ ਤੋੜ ਪੈਣ ਲੱਗ ਪਈ ਇਹਨਾਂ ਨੂੰ। ਕਿਹਦੇ ਕੋਲੋਂ ਮੰਗੇ ਮਾਫੀ? ਕਿਹਦੇ ਕੋਲੋਂ? ਤਾਹਿਰ ਸਾਹਿਬ ਜਿਨ੍ਹਾਂ ਨੂੰ ਗਾਲਾਂ ਕੱਢੀਆਂ। ਉਹ ਮੰਗਾ ਲੈਂਗੇ ਤਾਹਿਰ ਸਾਹਿਬ ਆਪਣੇ ਨੂੰ ਵੀ, ਆਪਣੇ ਕੋਈ ਫਿਕਰ ਦੀ ਗੱਲ ਨਹੀਂ। ਤਾਹਿਰ ਸਾਹਿਬ ਵੀ ਦਿਓ, ਫਿਰ ਕੇ ਮੰਗਾ ਦਿਓ। 200 ਬੰਦਾ ਹੋ ਜਾਵੇ ਫਿਰ ਬਾਗ ਦੀ ਮੂਲੀ ਹੈ ਤੂੰ, ਕਾਫਰ ਮੁਸੱਲੀ। 150 ਬੰਦਾ ਹੋ ਚੱਲਾ, ਜਿਸ 200 ਹੋ ਜਾਏਗਾ ਫਿਰ ਮਾਫੀ ਮੰਗਾਣੀ ਜੇ ਤੂੰ ਕੋਲੋਂ। ਉਹ ਤੂੰ ਕਾਫਰ ਮੁਸੱਲੀ ਹੈ, ਤੇਰਾ ਕੀ ਤੱਲੇ ਕਿ ਤੂੰ ਜਾ ਕੇ ਆਪਣੀ ਭੈਣ ਨੂੰ ਸੰਭਾਲ, ਉਹਨੇ ਜਾ ਕੇ ਕੱਪੜੇ ਲਾਸ਼। ਉਹਨੂੰ ਮਰਜ਼ੋਟੇ ਨੂੰ ਬੁਲਾਓ ਇੱਥੇ, ਉਹ ਜਿਹੜਾ ਮਬੀਨ ਟੀਜੇ ਵੇ, ਉਹਨੂੰ ਮਰਜ਼ੋਟੇ ਪਟਾਲ ਦੀ ਲਾਂਤੀ ਨੂੰ ਬੁਲਾ, ਸ਼ੋਰੇ ਨੂੰ ਜਾ ਮਿਰਜ਼ੋਟੇ ਨੂੰ ਬੁਲਾ ਆਪਣੇ ਨੂੰ, ਤੈਨੂੰ ਮਾਫੀ ਮੰਗਿਆ ਕਿ ਪਟਾਲ ਵੀ। ਗਰਮਾ ਗਰਮੀ ਵਾਵਾ ਹੋ ਗਈ ਹੈ ਤੇ ਥੋੜਾ ਜਿਹਾ ਹੁਣ ਰੈਸਟ ਕਰ
ਕੰਮ ਅਸਲ ਨਾਲ ਖਰਾਬ ਹੋ ਜਾਂਦਾ, ਗਰਮਾ ਗਰਮੀ ਹੋ ਜਾਂਦੀ ਹੈ। और ताहिर साहब इसको तो एमदी आपस में ਇਹ ਵਿੱਚ ਕਿਥੋਂ ਮਾਈ ਫਟੇ ਫਫੇ ਕੁੱਟਣੀ ਆ ਜਾਂਦੀ ਏ। ਓਇਆ ਕਰੋ ਏ, ਓਇਆ ਕਰੋ ਏ, ਫਲਾਣੇ ਨੂੰ ਬੁਲਾਓ ਏ। ਤੂੰ ਜਾ ਕੇ ਆਪਣੀ ਬੇਬੇ ਦੀ ਕਬਰ ਤੇ ਜਾ ਕੇ ਪਾਣੀ ਤਰੋਂਕ ਜਾ ਕੇ ਤੂੰ ਇੱਥੇ ਕਦ ਲਈ ਅੰਬ ਲੈਣ ਆ ਜਾਣਾ ਸ਼ੋਰਿਆ ਗੁਜਰਾਤੀ ਖੁਸਰੇ हैं अपना दाना डालने आ जाता तेरी मंजी ठोक दे पई ये पूरी उम्मत ते ताड़ी जड़ी जैली अपना सरकारी उम्मत कोई कहंदा ये लौंडेबाज है कोई कहंदा हरामदा है कोई कहंदा है प्यो खा दिया नहीं यार साहब ये बकवास करन लगे तेनू समझा लो हां यार मैनू समझा लो जी मैं समझ गया बड़े बदमाश नू ते माफी आए ओए वदा तो क्षमा खुसरा गुजरात दा ਦੁੱਧ ਦਾ ਟਰੱਕ ਉਹਨੂੰ ਜਾਗ ਲਾ ਕੇ ਆ ਗਿਆ ਦੁੱਧ ਨੂੰ ਦੁੱਧ ਦੇ ਟਰੱਕ ਨੂੰ ਜਾਗ ਲਾ ਕੇ ਆ ਗਿਆ ਪੇਂਡੂ ਪ੍ਰੋਡਕਸ਼ਨ ਇਹਨੂੰ ਆਖੋ ਇਹ ਓਏ ਸ਼ਮਾ ਖੁਸਰੇ ਮੈਨੂੰ ਕੀ ਆਖਣੇ ਸ਼ਮਾ ਖੁਸਰੇ ਲਿਆਵੇ ਆਪਣੇ ਭਰਾ ਨੂੰ ਓਏ ਮੇਰਾ ਭਰਾ ਹੈ ਤੇਰੀ ਭੈਣ ਦਾ ਖਸਮ ਹੈ ਤੇਰਾ ਹਰਾਮਜ਼ਾਦਾ ਇਹਨੂੰ ਹਰਾਮਜ਼ਾਦਾ ਕਰਾਰ ਦਿੱਤਾ कैसा लानती आदमी अच्छा दिल्ली में ताहिर मैं तेरी वजह से चुप कर जाता हूं म्यूट ਤੈਨੂੰ ਹਰਾਮਜ਼ਾਦਾ ਕਰਾਰ ਦਿੱਤਾ ਮਿਰਜ਼ਾ ਸਾਹਿਬ ਨੇ ਨਹੀਂ ਆਪਣੇ ਅਮਰ ਨਜ਼ੀਰ ਸਾਹਿਬ ਤੁਸੀਂ ਵੀ ਐਸੀ ਗੱਲ ਨਾ ਉਹਨੇ ਗਾਲ ਕੱਢੀ ਪਹਿਲਾਂ ਚਲੋ ਕੋਈ ਨਹੀਂ ਤੁਸੀਂ ਉਹਨਾਂ ਦੀ ਜ਼ਾਤ ਤੇ ਕੱਢ ਲਓ ਨਾ ਉਹਨਾਂ ਨੂੰ ਆਪ ਨੂੰ ਤੇ ਮੈਂ ਉਹਨੂੰ ਹੀ ਕਿਹਾ ਕਿ ਮਿਰਜ਼ਾ ਸਾਹਿਬ ਇਹਨੂੰ ਹਰਾਮਜ਼ਾਦਾ ਕਿਹਾ ਨਾ ਮਿਰਜ਼ਾ ਸਾਹਿਬ ਕਹਿੰਦੇ ਜਿਹੜਾ ਸ਼ਾਤਮ ਰਸੂਲ ਹੁੰਦਾ ਹਰਾਮੀ ਹੁੰਦਾ रसूल अल्लाह ने कहा तू अपनी माँ के साथ ज़िना करने वाला तू लानती तू वो बगैरत मोहम्मद मिर्ज़ा कादियानी ने हरामज़ादा करार वसल्लम की हरामज़ादा वो ही हुंदा है ये जो खुद मुसलमान है ये अपनी माँ के साथ ज़िना करने वाले हैं यहूदियों की तरह बम्बास्टिक भाई अस्सलाम वालेकुम एक मिनट वालेकुम अस्सलाम व रहमतुल्लाहि व बरकातहू भाईजान ताहिर भाई अस्सलाम वालेकुम जी वालेकुम अस्सलाम मलक साहब ताहिर भाई तुसी कहंदे हो कि मैं अहमदी हां और जेड़ा दुनिया दा बगैरत तरीन इंसान है यार आपस में लड़ाई ना करें मलक भाई नहीं लड़ाई नहीं करना लड़ाई नहीं मैं भाई को कह रहा हूँ ठीक है जेड़ा बगैरत तरीन इंसान हर वेले नबी हज़रत मसीह मौऊद अलैहिस्सलाम ते इतनी खबीस गल नहीं हुई इत्थे ना इत्थे कोई गल नहीं मलक साहब उन्होंने उतार दिया था नीचे ताहिर भाई ने नीचे उतार दिया ताहिर भाई ने फौरन नीचे से उतार दिया उन्होंने भाई हैं उनको कुछ ना कहें आप नहीं इसको नहीं लेना चाहिए हाँ वो ठीक है वो कर लेंगे बात हम ठीक है ताहिर भाई ने ठीक किया तो कोई बंदा फौत हो जाए ते अपने आप दी दोस्त दा ऐलान कर देने ये बंदा मर गया है तो लोग फिर वो गलत बात है ताहिर भाई आपको पहले कहता बड़े अफसोस की बात है नहीं करना चाहिए ऐसा उन्होंने जो किया है हम उसको कंडेम करते हैं और उन्होंने मेरे साथ वादा किया था कि हम आइंदा से नहीं करेंगे हमें अफसोस है उन्होंने भाईजान एक सेकंड मेरी बात सुन ले बिल्कुल सही है उन्होंने जो किया वो गलत किया उनको नहीं करना चाहिए मगर ताहिर साहब कट तो समझाया उन्होंने जी समझाया भाईजान मैंने समझाया था मैं जानना ताहिर भाई मैं जानना या मेरा खुदा जानता कि मैं उन्होंने कितना समझाया और मेरी सुन लो क्या जाए कि इनकी कब्र सब तो छोटी होनी है इन्हें जलाया जाना है छोड़ दे यार दफा अल्लाह फजल करेगा अल्लाह फजल करेगा मेरी गल ते सुनो उन्होंने मैनू ताडे भी WhatsApp मैसेज सुनाए ने ते गल कल्ले एक पासे दी नहीं तुसी भी घट नहीं कीती चलो मलक भाई कोई गल नहीं छाड़ दे दफा रफा दफा करया करो गल्लां नूं असी कोई सरकारी मुसलमानां वकना नहीं कि असी गल्लां नूं खिंचीए खत्म करना चाहिए हमें इन बातों को हाँ दफा करो मिट्टी पाओ लड़ाइयां छोड़ो ताहिर भाई हमारे सामने बहुत बड़े और हदफ हैं हमने इन फुदू मुसलमानों को हकीकी मुसलमान बनाना है ये हमारा हदफ है अपनी जंग दुरुस्त लड़े आप ऐसे ना ये बहुत गलत लड़ाई है ये लानती जो है वो हमें रखना डालने आते हैं ये यहूदी हैं नबी करीम सल्लल्लाहु अलैहि वसल्लम के जमाने में ये वही यहूदी हैं कि जिन्होंने जंगे खदक के दौरान गद्दारी की और मुसलमानों के 4 खुलफा शहीद कराई यही तो लानती हैं और उसकी वजह से हज़रत इमाम बात ये है कि और उन्होंने कहा कि ये बाईद नहीं कि इसने नबूवत का दावा किया हो
اس کو زندگی دے, لمبی زندگی دے, فضل کرے اس کے بچوں کے اوپر, اپنے بچوں پہ اس کا سایہ قائم رہے. کیوں جی ایسی بات ہو؟ جی بمباسٹک بھائی آخر صبر ہوں ایک دن ٹوٹ جاتا بندے کا. کوئی گل نہیں میرے پرا صبر کر. حضرت مسیح موعود نے فرمایا کہ سچے ہو کے جھوٹوں کی طرح تسلی اختیار کرو. ہاں, حضرت مسیح موعود نے فرمایا طاہر بھائی کہ سچے ہو کر جھوٹوں کی طرح تذلل اختیار کریں. یہ ہمارے اس مسیح کا فرمان ہے جس کے ہاتھ پہ ہم نے بیعت کیا ہے, جو کہ حضرت محمد مصطفیٰ صلی اللہ علیہ وسلم کے غلام صادق تھے ہیں اور ان کے حقیقی ذل اور بروز ہیں, اور اس زمانے کے امام آخر الزمان ہیں. تو اس لیے یہ چھوٹی موٹی باتوں کو دفع کیا کرے, بات کو ختم. ابھی مجھے جری اللہ بھائی نے کچھ کہہ دیا تو کیا فرق پڑتا ہے, میں کوئی بڑا کوئی امپورٹنٹ چیز ہوں, پھر کیا ہوا؟ جب ان کو گالیاں پڑتی ہیں نا تو یہ جواب دیتے ہیں. آپ کو امام حسین دے گھوڑے, او گھوڑے امام حسین دے, تو کتوں آ گیا اوے زلجنا دی لید نو کنے چک لیتا سی, زلجنا دی لید نو. طاہر بھائی جی جی قسم سے میں قسم اٹھا کر کہتا ہوں, مجھے اپنے لوگ جن کو میں ذاتی طور پہ جانتا ہوں, اپنے لوگ اور جن سے بڑی دوستی بھی ہے, سب کچھ ہے, نیچے کمنٹ میں وہ بہت برا کچھ لکھ کر چلے جاتے ہیں. تو قسم سے میں ان کو یہی کہتا ہوں کہ شکریہ یار. مجھے دیکھ لو, میں بحث کروں گا تو آگے بات بڑھتی جائے گی, لوگوں کے لیے تماشا بنے گا. یہ دونوں اپنے احمدی بھائی ہیں نا, ججا اور صابر. میں خود کہتا ہوں اپنے منہ سے, میں ان دونوں سے بڑی زیادتی کرتا ہوں, اور شاباش ہے ان دونوں کا کہ انہوں نے کبھی نیگیٹو رسپانس نہیں کیا. کہتے اچھا یار بمباسٹک تیری لے میں چپ کر جانا. اچھا بھائی, یہ ہونا چاہیے بیہیویئر خدا تعالیٰ کے فضل سے. ہم تو اس لڑی میں پڑوئے ہوئے ہیں, اور میں خود اپنے منہ سے کہہ رہا ہوں میں زیادتی کرتا ہوں ان دونوں کے ساتھ. ججا صاحب کے ساتھ تو بہت کرتا ہوں. میں نے ان کو گالی بھی نعوذ باللہ کئی دفعہ نکالی ہوئی. پپو ملک صاحب بھی آگے نے, پپو ملک صاحب. او یار بغیر پیندی دے لوٹا ہے پپو ملک. پیارے بھائی میرا ایک سوال ہے آپ سے, اگر اجازت ہو. کس سے ہے بندہ نومینیٹ کر میرے کو؟ باسٹک صاحب تواڈے کو سوال ہے. جی فرمائیے. یہ بھی تازہ برانڈ نیو میں نے آپ کے منہ سے الفاظ سنے ہیں کہ مرزا صاحب ذل اور بروز, بڑا آپ نے زور دیا ہے اس بات پہ. جی جی, کہ وہ رسول اللہ صلی اللہ علیہ وسلم کے ذل اور بروز ہیں, اور پتہ نہیں خادم ہے کیا کہ. تو سر غلام صادق جی, میرا کوشچن یہ ہے, ہاں جی, آج کوئی اٹھ کے بندہ اعلان کر دے, پپو ملک کہہ دے, پپو ملک کون ہے گا, میں کہہ دوں کہ میں مرزا صاحب کا ذل یا بروز ہوں, ہاں ٹھیک ہے, تو آپ مجھ سے پوچھیں گے نہیں کہ بھائی قرآن و حدیث میں کہاں میں آیا ہوا ہے کہ کوئی ذل ہے کوئی بروز ہے. اس طرح تو ہر کوئی بھی اٹھ کے کہتے ہیں میں فلانے کا ذل ہوں بروز ہوں. تو اس کا کوئی ایویڈنس ہے آپ کے پاس, کوئی قرآن سے یا حدیث سے؟ جی وہ دے دیں, شکریہ. اگر پپو ملک کہے گا تو اگر میرے دل کو تسلی ہوگی تو میں مان لوں گا, اگر نہیں ہوگی میں کہوں گا یہ جھوٹ ہے. کیونکہ جیسے نبی پاک صلی اللہ علیہ وآلہ وسلم جب انہوں نے کفار مکہ کے سامنے کہا کہ میں خدا تعالیٰ کا رسول ہوں اور مجھ سے خدا ہم کلام ہوتا ہے اور میرے پہ فرشتے نازل ہوتے ہیں, تو کیا انہوں نے فرشتے کی فوٹو دکھائی تھی اترتی ہوئی کہ ویڈیو دکھائی تھی؟ ایویڈنس دیا تھا؟ نہیں. حضرت ابوبکر صدیق نے ایویڈنس مانگا تھا, کسی نے بتایا بھی تیرے دوست محمد رسول اللہ نے دعویٰ کر دیا, انہوں نے کہا محمد نے کیا, لا الہ الا اللہ محمد رسول اللہ. کسی نے مہر نبوت نہیں مانگی, کسی نے ایویڈنس نہیں مانگا. یہ خدا اور بندے کا رشتہ, اور خدا ہے جو سعید روحوں کے دلوں میں محبت ڈالتا ہے. ادروائز تو کسی بھی نبی کے پاس کوئی ایسا امپیریکل ایویڈنس تو تھا ہی نہیں کہ بھی یہ دیکھو فرشتہ جبرائیل میرے پہ اترا ہے, یہ ویڈیو کلپ ہے, یہ مجھے وہ قرآن پڑھا رہا ہے, یہ حدیث پڑھا رہا ہے, یہ تورات زبور انجیل میرے پہ اتری ہے. نہیں, یہ بندے کا اور خدا کا معاملہ ہے, اور خدا تعالیٰ کا وعدہ ہے کہ ہمیشہ میرے رسول غالب آئیں گے. وہ کیسے غالب آتے ہیں؟ وہ جو سعید روحیں ہوتی ہیں جو اس کی طرف پیاس سے بھاگے ہوئے چلے جاتے ہیں, ان کا بھی دلی طور پہ ربط ہوتا ہے ان پاک روحوں کے ساتھ, اور جن کا نہیں ہوتا. ابو جہل جو تھا وہ سب سے پڑھا لکھا مکہ کا بندہ تھا. دیکھیں شارٹ سی بات کا شارٹ جواب دیں. اچھا آپ نے بات دیکھیں کھچڑی نہیں بنانی. پہلی بات یہ ہے آپ نے حضرت ابوبکر صدیق کا ایگزامپل دیا, وہ انہوں نے ایمان لایا کیونکہ وہ رسول اللہ صلی اللہ علیہ وسلم وہ تھے صادق اور امین تھے, ٹھیک ہے. انہوں نے زندگی میں بالکل, تو ظاہر ایک بندہ صادق اور امین ہو اور ہدایت دینا تو اللہ کا کام ہے, لیکن ظاہر انہوں نے ان کی
पुरानी जिंदगी हिस्ट्री देखी होगी, बेशक, तो उन्होंने बेशक, कहा, "भाई यार, बिल्कुल बंदा ठीक है। झूठ बोल ही नहीं सकता", हाँ, तो मैं हाँ, ये मानता। ठीक है। तो मिर्जा साहब की पुरानी जिंदगी देखी जाए तो मैं कुछ नहीं कहता, आपकी बुक्स में लिखा हुआ है, ठीक है। अब मेरे ऊपर आपने कोई फतवा नहीं लगाना। मेरा क्वेश्चन ये है, देखें, आप कहते हैं जी अल्लाह ताला प्यार डालते, प्यार तो फिर वो मुसलमान कज़ाब के मानने वाले भी उससे करते थे, असवद जो भी था उसके भी मानने वाले करते थे। बिल्कुल ऐसा होता है, ऐसा बुतों की होता है। पूजा कर रहे हैं आज जो, उनका भी प्यार जो होता है। चौंट रहे हैं उनको भी बिल्कुल प्यार होता होता है। है। ये हाँ, की बात ना हुई और अल्लाह मेरी बात कंप्लीट होने दे। अच्छा, जब अल्लाह के नबी खिचड़ी में सल्लल्लाहु बता अलैहि दो, वसल्लम आए थे, लंबी सुन ले, अच्छा आखिरी बात देखें, अल्लाह के नबी आए थे ना, आखिरी भाई, तो यहूद नसारा की कुतुब में तो था, यहूद नसारा की कुतुब में तो था एक नबी आएगा आखिरी, यही उसकी निशानी है। और अल्लाह तो कुरान में कहता है ये तो तुम्हें ऐसे पहचानते हैं जैसे अपने बेटों को या पता नहीं बाप को पहचानते हैं। मैं मिर्जा साहब का पूछ रहा हूँ, जिल या ब्रूस कुरान हदीस में कहाँ पे है जी? हदीस में हमारे आका मौला मोहम्मद रसूलुल्लाह ने हजरत इमाम महदी के मुतल्लक फरमाया कि आखिरी ज़माने में आएंगे, हजरत ईसा के मुतल्लक फरमाया कि वो आएंगे। हजरत ईसा जो यहूदियों के नबी थे वो तो फौत हो गए, तो इसका मतलब है कि उम्मत मोहम्मदिया में एक नबी ने पैदा होना है। उस पे आपका भी ईमान है, हमारा भी है। हम कहते हैं कि वो उम्मत मोहम्मदिया में पैदा होंगे, आप कहते हैं कि वो आसमान से आएंगे। फर्क बस इतना है। इंतजार तो आप भी कर रहे हैं, हम भी कर रहे हैं, जिक्र तो है। जो ईसा इब्ने मरियम आएंगे तो उनकी वालदा का नाम तो मरियम होगा, तो मिर्जा साहब की वालदा का नाम तो मुझे नहीं मालूम क्या है, लेकिन मरियम नहीं है। देखे ना, बात सुने, हजरत ईसा इब्ने मरियम जो हैं वो तो एक मेटाफोरिक है ना। हजरत मरियम भी फौत होगी 2000 साल पहले। किसने कहा मेटाफोरिक है? किस कहाँ पे लिखा है वो मेटाफोरिक? कुरान सारा मेटाफोरिक ही है। ये तो सारे ये तो फिर से तो मिर्जा साहब को मैं कहता वो भी मेटाफोरिक थे, ये भी आप भी मेटाफोरिक हो, मैं भी है। ये तो ये एक तो नहीं सी बात है। खुदा ताला का असलूब यही है बयान करने का। जब नबी करीम सल्लल्लाहु अलैहि वसल्लम कुफार पर आयात पढ़ते थे तो वो कहते थे कि तू शेर क्यों पढ़ना है, तू तो शेर व शायरी करता है। क्योंकि कुरान सारा खुदा ताला का असलूब ही ऐसा है, बयान करने का अंदाज इस तरह है। इसी तरह हजरत ईसा अलैहिस्सलाम जब अंजील की आयत पढ़ते थे तो वो भी कहते थे कि ये तू कहानियां क्यों नहीं सुनाना, जिदी कोई समझ ही नहीं सानू आंदी है, की पे पढ़ना है, ये कैसी बातें तू करता है। और कुरान मजीद में कहा गया है कि हारून की बहन, वो भी मेटाफोरिकली है। अभी हजरत हारून हजरत मूसा के भाई थे और हजरत मरियम 500 साल बाद हो रही हैं, 500 साल बाद आ रही हैं। भाई आप उससे मौजूद थे क्या? आपको क्या पता कि उनकी कोई भाई का नाम हारून था? हमें तो नहीं मालूम। नहीं था। देख सुन, इस बहस कि कुरान और हदीस से कोई जिल और बुरूज आप नहीं दिखा पा रहे, ठीक है? आपने पुराने एविडेंस दिया ही नहीं है। एक सवाल पूछना चाहता हूँ। हाँ पूछे जैसा पूछो, उसके बाद ये मसला हल हो जाएगा। वार्निंग साहब, क्या नाम है? रोंग नंबर साहब है ये। मुझे ये पप्पू मलक का पप्पू यार, तंग ना कर पप्पू यार। सवाल ये है कि जिल बरूज कैसे किसी का बना जा सकता है? कि बंदा कहता है कोई कि मैं फलां का जिल बरूज हूँ, तो बना कैसे जा सकता है? उसके तरीका कार क्या है, पहले ये मुझे बता दें। मैं तो मानता ही नहीं हूँ कि कोई किसी का जिल या बरूज बन सकता है। या मैं मानता हूँ तो मैं बता दूं, मैं मानता हूँ, मैं अगर बता दूं तो आप वो मानेंगे ना कि जो हम समझते हैं वो ये है। आप बताएं ना। देखिए आप जो बताएंगे लाजमी तो नहीं, मैं आप अभी कह देते। जी बताएं। जिल, पहले लफ्ज जिल है। जिल का मतलब होता है साया। साया असल के बगैर हो नहीं सकता। बरूज वो होता है कि जो कि उससे ही निकला हो, जैसे कि दरख्त जो है उसके अंदर से शाख निकलती है और शाख में फूल भी निकलता है, फल भी निकलता है, तो वो उसी से ही निकला हो, जिसका वो असल है उसी से ही है। ये होता है जिल और बरूज का मानी। और ये बगैर अतायत के किसी का जिल बरूज बना नहीं जा सकता। अव्वल तो ये बात है, इस बात को गौर से समझ ले। बगैर अतायत के किसी का जिल बरूज बना ही नहीं जा सकता। और कुरान करीम में अतीउल्लाह और अतीउ रसूल का हुक्म है। यही एक जरिया है जिससे जिल बरूज बना जा सकता है। और यही आयात हैं जिसमें बताया है अल्लाह ताला ने कि वह मय्युति इल्ला व रसूला फाउलाइका माल्लज़ीना अनअमल्लाहु अलैहिम मिनन नबिय्यीना वस्सिद्दीकीना वश्शुहदाए वसालिहीन व हसना उलाइका रफीका। यही आयत जिल बरूज बता रही है, इसी से ही निकलता है। जो भी करेगा क्या साहब, एक सेकंड जजा साहब, ला इलाहा इल्ला अंता सुब्हानका इन्नी कुन्तु मिनज़ ज़ालिमीन, ठीक है?
सुभान अल्लाह व बिहम्दिही सुभान अल्लाह अज़ीम, इस तरह तो मैं भी कुछ ना कुछ पढ़ता रहूं, तो इससे जिल और बुरूज तो नहीं ना निकल आएगा भाई। देखें आपने कहा कि की डेफिनेशन जजा साहब इस बाप बेटे का इस होता है, बंदे के साथ टाइम है। देखो जी पप्पू जी नहीं, बात नहीं, सुने, पप्पू जी बात सुने। जी बबासी साहब, मैंने आपसे अर्ज की है, आपको जो हमें जवाब हमें देना चाहिए था हमने दे दिया। आपको हम बिल्कुल मजबूर नहीं करते कि आप माने। आप बता नहीं ना सके कि जिल और नहीं बुरूज बता सके। हाँ जी, हाँ जी, मैं नहीं बता कुरान में आया है। नहीं मिर्जा बता साहब सकते। एक बंदा उसकी अतायत में मैं दिल कहता बुरूज हूँ, नहीं रखा। हम आपको बता भी मिर्जा दें साहब तो मैं कहता हूँ मैं बुरूज हूँ, मैं जिल हूँ। हाँ। मिर्जा साहब की मैंने इताअत की, ला हौला वला कुव्वता इल्ला बिल्लाह, मैं एग्जांपल दे रहा हूँ, तो मैं उनका जिल बन का मान लोगे। ला हौला वला कुव्वता, आपकी मर्जी, आप खुदा ला का जिल हौला अपने क्यों आप को कहते हैं? देखिए पाकिस्तान में हर एक सुने, पाकिस्तान में हर बाबे ने 10-20 अल्लाह इकट्ठे तो कर कहता लिए है कि हैं। इसकी इतायत करो, आप कहते हैं ला हौला इल्ला। यार अल्लाह ताला कहाँ पे कहते हैं मिर्जा साहब की इताअत करो भाई, खुदा का रसूलुल्लाह की खौफ करो। इतायत नहीं बताई अल्लाह ताला ने? और यार वो तो अल्लाह के रसूल की बताई है, और कुरान में अल्लाह बारहा की रसूल कहा की है। बताई है अतायत, तो उसके बदले में क्या है? अल्लाह ताला ने इनाम क्या दिया है? उसके बदले में कौन सा नाम मिलेगा? नेक आना लोगों के मल्लाहु रास्ते पे अलैहिम, जी आना नेक मल्लाहु लोगों के अलैहिम। रास्ते पे, जी नेक अतायत लोगों के के बदले रास्ते में पे क्या चला। आगे मिलना है? एक मिनट, अतायत तो उन्होंने की, जिसने अतायत की उसके बदले में क्या मिलना है उसको? यानी अल्लाह फरमा रहा है आयत में, जो भी अल्लाह और रसूल, इस रसूल रसूलुल्लाह सल्लल्लाहु अलैहि वसल्लम, मोहम्मद रसूलुल्लाह सल्लल्लाहु अलैहि वसल्लम की बात हो रही है। नहीं जो हर भी नहीं, उस रसूल की बात हुई है, अर रसूल, इस रसूल इस जो रसूल भी इस रसूलुल्लाह खुदा सल्लल्लाहु और इस रसूल की अतात करेगा उसके लिए 4 इनामात है। हाँ, नबीना सद्दीकीना व शहीदीना व सालिहीन, ये कुरान में अतायत लिखा नबी हुआ भी है। है। हाँ जी, अतायत में नबी नबूवत भी है, और वो ही जिली नबूवत है, क्योंकि वो अतायत के जरिए से है, और जिल बगैर अतायत के हो नहीं सकता। अब्बास साहब को मानते क्यों नहीं हो लो आप? आप आगे भाग निकले हो, आप आगे भाग निकले मान हो। लो आपको किसी ने नहीं, मना है। यहाँ से छलांग लगाई, आगे भाग निकले हो आप। नहीं भाई आप देखिए, आपके मिर्जा साहब साहब कह रहे आपको हैं बम्बास्टक साहब ने जो बात बताई थी ना वो ठीक है मेरा कि जी, हर जगह मुझे पे इजाजत तबलीग नहीं सब्र करते। करें, सब्र नहीं, करें। मुझे इजाजत है, बस मेरा यही जंबा सवाल था और साहब, जवाब आप नहीं दे जंबा साहब सके। जो हैं, जंबा साहब मेरे खुश रहें। गुलाम अहमद के अस्सलाम दिल में वालेकुम नहीं है। वरहमतुल्लाह। मेहरबानी जी, वालेकुम तशरीफ सलाम। ले जाएं आप, वालेकुम मेहरबानी, सलाम थैंक्स फॉर आने। अल्लाह, वो ਤੁਹਾਨੂੰ नहीं, समझ इसको लग गई है। सलाम
ਬੰਬਾਸ਼ਕ ਭਾਈ ਇੱਕ ਮਿੰਟ, ਇੱਕ ਮੌਕਾ ਦਿਓ। ਮੈਂ ਜਿਹੜਾ ਵੀ ਮੇਰੇ ਜ਼ਿਹਨ ਨੇ ਸੋਚਿਆ ਨਾ, ਅੱਗੋਂ ਵੀ ਤੁਹਾਡੇ ਬਾਰੇ ਗੱਲ ਹੋਣੀ, ਜੋ ਮੇਰੇ ਜ਼ਿਹਨ ਵਿੱਚ ਸੋਚਿਆ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ। ਤੁਸੀਂ ਇਹ ਜਿਹੜੇ ਲੋਕ ਜਿਸ ਤਰ੍ਹਾਂ ਦਾ ਇਹ ਆਇਆ ਸੀ ਨਾ, ਤੁਸੀਂ ਇਹਨਾਂ ਲੋਕਾਂ ਨੂੰ ਮੁਖਾਤਬ ਕਰਕੇ ਔਰ ਇਹਨਾਂ ਦੀ ਮਿਸਾਲ ਦੇ ਕੇ ਇਹ ਆਖਿਆ ਸੀ ਕਿ ਜਿਸ ਤਰ੍ਹਾਂ ਦਾ ਤੁਹਾਡਾ ਰਸੂਲ ਹੈ ਨਾ, ਜਿਸ ਰਸੂਲ ਨੂੰ ਤੁਹਾਨੂੰ ਐਡੀ ਗੰਦੀ ਤਾਲੀਮ ਦਿੱਤੀ ਹੈ, ਅਸੀਂ ਉਸ ਰਸੂਲ ਨੂੰ ਨਹੀਂ ਮੰਨਦੇ, ਤੁਹਾਡਾ ਉਹ ਰਸੂਲ ਨਹੀਂ ਹੈ। ਤਾਂ ਇਹ ਗੱਲ ਸੀ ਤੁਹਾਡੀ। ਆਡੀਓ ਉਹਨੂੰ ਬਾਰ-ਬਾਰ ਸੁਣ ਕੇ ਦੇਖ ਲਓ। ਸਾਨੂੰ ਗੱਲ ਕਰਨ ਦੇ 1 ਮਿੰਟ ਰੌਂਗ ਨੰਬਰ, ਸਾਨੂੰ ਰੌਂਗ ਨੰਬਰ ਯਾਰ, ਸਾਨੂੰ ਗੱਲ ਇੱਕ ਕਰ ਲੈਣ ਦੇ। ਯਾਰ ਮੈਨੂੰ ਪਤਾ ਤੁਸੀਂ ਕੋਈ ਬਦਤਮੀਜ਼ੀ ਕਰਨੀ ਹੈ, ਮੈਂ ਤਾਂ ਹੀ ਆਇਆ। तो तू कल भी ऐसे आ गया, तू साडी बदतमीजी रोक सके ना? सुन लो, तेरी औकात है ये बदतमीजी रोकन दी, जाके अपने दी बदतमीजी रोक। नहीं, 1 सेकंड नहीं, मेरी सुन तो लो ना। नहीं ਤੁਸੀਂ ਬੋਲੋ। हाँ नहीं, चल म्यूट ला। ਸ਼ੁਕਰੀਆ। ਇੱਥੇ ਐਡਾ ਵੱਡਾ ਆ ਗਈ ਬਾਉਂਡਰੀ ਕਮਿਸ਼ਨ। ਮੈਂ ਸੁਣਦਿਆਂ ਗਿਣਦਿਆਂ ਸਾਰਿਆਂ ਨੂੰ, 1 ਮਿੰਟ ਬੰਬਾਸ਼ਰ ਭਾਈ, ਮੈਂ ਸੁਣਦਿਆਂ ਗਿਣਦਿਆਂ ਸਾਰਿਆਂ ਨੂੰ ਇਹ ਗੱਲ ਦੱਸਣਾ, ਅਮਰ ਨਜ਼ੀਰ ਨੇ ਹੁਣ 10 ਮਿੰਟ ਪਹਿਲਾਂ ਵੀ ਇੱਥੇ ਉਹ ਆਈਡੀਓ ਚਲਾਈ ਹੈ ਜੋ ਕਿ ਬੰਬਾਸਟਕ ਨੇ ਗੱਲ ਕੀਤੀ, ਉਹਦੇ ਵਿੱਚ ਵੀ ਸੁਣ ਲਵੋ। ਉਹਦੇ ਵਿੱਚ ਵੀ ਇਹੋ ਹੀ ਗੱਲ ਹੈ ਕਿ ਜਿਸ ਮੈਂ ਇਸ ਨਬੀ ਦੀ ਗੱਲ ਕਰ ਰਿਹਾ, ਜਿਸ ਨਬੀ ਨੇ ਇਹਨਾਂ ਨੂੰ ਇਹ ਤਾਲੀਮ ਦਿੱਤੀ ਹੈ ਜਿਹਦੀ ਗਾਲਾਂ ਕੱਢਦੇ। और जज्जा साहब गल है वे कि उन्हें जिन्नी चलानी है चलान दो, इस चीज के ऊपर हमें रिएक्ट नहीं करना और ना मुझे परवाह है। वो जाके पाकिस्तान के मैदानों में फैला दे, पहाड़ों में फैला दे, एजेंसियों को दे कि मैं दुध चलान वाला ट्रक हाँ जी, लो मैं दुध चलाना वहां ते मैं इटली च रहना, मैं यहूदी बुढ़ी नाल वसना पिया। तो ये इस तरह इनका तो काम ही ये बुलाया, लो जी ए जे फोटो जे, ए देखो ए वीडियो क्लिप जे, ए फलानी दी बुढ़ी दी फोटो, एदी बुढ़ी दा नाम फरहाना में, ओदी मां जड़ी ओ फीजी की गश्ती है ते फीजी टैक्सी है। तो इनका तो ये प्रोफेशन है, इसके इनका जो खुद साख्ता इस्लाम है उसका ये हिस्सा है, इनका ये दीन है। तो इनको करने दो, इनके हमें नहीं पागल बनना कि इनकी बातों का जवाब दें और इनके पीछे चले। हमें पता कि हम क्या कहते हैं, हमें इन लंतियों के सवालों के जवाब और इनको जवाब दें कि इनके कटहरों में खड़े हो, जिन्हें पटना पट लो। चल छुट्टी कर रहे तुम। मैं हैरान हूँ उस एजेंसी पे जिसको आमर नजीर का पता नहीं चला कि उसने ये तली के बारे में शातमियत किया, वो इसको पकड़ने नहीं लाना था। वो जो आमरुल हक है जो कि लाहौर, वो जो कि पाकिस्तान में रहता है, उसने नबी करीम को सब ज़ारा ज़री गंदी गालियां निकाली हैं और कहते हैं जी मुसलमान जो है वो कभी शातमियत है, वो स्लिप ऑफ टंग है। उस वक्त इनकी लौंडेबाज एजेंसियां उनको नहीं पकड़ती। वो मुफ्ती पाकिस्तान में घूम रहा है, हाँ, जिसने कहा नाउज़ बिल्ला नबी करीम। मुझे भाई मुझे लगता है मैं कुछ अर्ज करूं यहाँ, मैं चला यार तू ऐ भी बकबकी कर नहीं, तो मुझे उठाया भाई, पर मुझे उठाया क्यों है भाइयों ने, क्यों पता नहीं। तू थले ले जा, तेनू लेथना नहीं, तू बच्चा टह पाएगा, तेरा मथा बजेगा जमीन थले ले जा। ਪੁੱਛਣ ਦੇ ਉਹਨੂੰ ਕੀ ਮਸਲਾ ਹੈ। ਜ਼ਿਲ ਬਰੂਜ ਦਾ ਮਸਲਾ ਹੱਲ ਹੋ ਗਿਆ, ਜ਼ਿਲ ਬਰੂਜ ਦਾ ਹੱਲ ਹੋ ਗਿਆ, ਅਗਲਾ ਮਸਲਾ ਕੀ ਹੋਇਆ? जज्जा साहब 1 सेकंड, वो तो क़यामत तक नहीं हाजिर हो सकता। बात सुन, ओए मासिक साहब ऐसे तो ठहरो 1 मिनट ठहरो। तू तो बड़ा गैरतमंद बन रहा था जब मैं नीचे कमेंट कर रहा था वहां पे अस्कानी की, तूने कहा ये शातम आ गया, इसको ब्लॉक करो, तो हुन आके मेरे कुचड़ बह गए हैं तू शातम दे। बस ये इतनी गैरत है तुम लोगों में बढ़ो। 1 सेकंड, मैंने यार वहां पे तो कहते हैं कि इसको ब्लॉक करो, इसके साथ इसको हम देख रहे हैं। ऐसे आके मेरे कुचड़ के बैग में, आप अपने कान साफ करो, मैंने नहीं कहा था। इधर आके मेरे कुचड़ बैग हैं तू। ला हौला, ओ भाई मैंने मैंने खुद और नीचे एक बंदा मिर्जा साहब को गालियां दे रहा था, मैंने उसको कहा था इसकी वजह से शातमियत होती है। तूने मेरा नाम लिया था, भाई मैंने कहा था जब मिर्जा साहब, अभी वो देखो वो यूसुफी जिसके नजदीक में कोई शातमियत नहीं देगा तो बम्बास्टिक भी आगे से भौंकेगा, मैंने ये कहा था। भौंकेगा, पप्पू कहता था मैं अकेले भौंकता हूं, मैं की वजह से शातमियत नहीं होती। नहीं, मैंने ये कहा था कि अगर मिर्जा साहब पे कोई गाली देगा तो बम्बास्टिक भी आगे से भौंकेगा, लिहाजा उस बंदे को म्यूट करो जो गाली तो सिर्फ मुसलमानों का काम है, तुझे ये कहना देख लो। मैंने ये कहा कि वो मुसलमान ना भौंके, देख लो। तो मैंने यार कौन सी गलत बात की मेरे भाई, मुझे बताओ। अगर मैं यहाँ पे आके गाली दूंगा तो अल्लाह माला आप मुझे गाली दोगे, दुरुस्त करें। तो लिहाजा मेरा काम है मैं आपको गाली ना दूं। मैं अपने भाई मुसलमानों से भी यही रिक्वेस्ट करने आया हूँ, मिर्जा गुलाम अहमद का बदला नहीं है, मुंह काला ना कराओ, इसलिए आके गाला ना, या इल्मी बात करो, नहीं कर रही तो दफा हो जाओ यार। आके हमारी बात सुनेंगे कि नहीं? सुने, जज़ाकमुल्लाह। ना कोई मिर्जा गुलाम अहमद अलैहिस्सलाम का मसला है, ना किसी और का मसला है।
ये कोई भी नहीं, सिर्फ और सिर्फ ये उन लोगों की वजह से ऐसा मामला तो होते हैं कि ये जो हैं वो रसूलुल्लाह सल्लल्लाहु अलैहि वसल्लम की तरफ खुद को मंसूब करते हैं, और ये एक ताने के तौर पर बंदे को बताया जाता है कि देखो तुम जिस बाप की तरफ मंसूब होते हो, शायद उसको गैरत हो तो उसी बात से कट जाए कि कहे कि भाई मैंने ऐसा आइंदा से नहीं करना, मैंने कोई किसी को गाली नहीं देनी, मैंने किसी को बुरा नहीं, क्योंकि मुझे मेरे नबी की तलीम ये नहीं है। ये मकसद है, सिर्फ और सिर्फ ये मकसद है, और कोई नहीं है। मेरे साहब को कोई गाली देगा तो हम रसूलुल्लाह सल्लल्लाहु अलैहि वसल्लम को नऊजुबिल्लाह गाली देंगे, हरगिज नहीं है, हरगिज ऐसा नहीं है। ये सिर्फ मसला सिर्फ इस हद तक है कि जब आमिर नज़ीर साहब के बनाए हुए जो चेले हैं वो आकर यहाँ पर गालियां देते हैं और बुरी बुरी गालियां देते हैं, और उसके बदले में फिर ये कहा जाता है कि ये वो उम्मत है, ये वो उम्मत है जो खुद को मोहम्मद रसूलुल्लाह सल्लल्लाहु अलैहि वसल्लम की तरफ मंसूब करती है, कहती है। अब बस सब्र करो ना, बात कर रहा हूँ मैं, मेरी बात पीछे करता है इन्होंने आके सानू गालां कट दो, बात पूरी होने दो भाई। तार साहब ਇਹ ਜਿਹੜੇ ਕੰਮ ਵਾਸਤੇ जजा साहब आप दोनों उठा लें, जजा साहब ये बेचारे को बोल लेने दे, बेचारे ਨੂੰ ਟੱਟੀ ਤਾਰ ਸਾਹਿਬ ਇਹਨਾਂ ਨੂੰ ਬਾ ਕੇ ਉੱਤੇ ਇਹਦੀ ਟੱਟੀ ਬੰਦ ਹੋ ਗਈ ਹੈ, बेचारे ਨੂੰ नहीं आ रही है। गालियां देते हैं इसकी वजह से हम ये कहते हैं कि ये मंसूब होते हैं, ये किसी और रसूल की तरफ मंसूब होते हैं। हमारे रसूल सल्लल्लाहु अलैहि वसल्लम ने तो ये तलीम नहीं दी जो ये करते हैं। ਇਹਨੂੰ ਥੱਲੇ ਲਾਓ। ਜਦੋਂ ਉਹਨੇ ਇਹਨੂੰ ਸ਼ਾਤਮ ਕਰਾਰ ਦੇ ਦਿੱਤਾ ਹੈ ਜਰੀਉल्ला ਨੇ, ਤੇ ਮਿਰਜ਼ਾ ਸਾਹਿਬ ਨੇ ਇਹਨੂੰ ਹਰਾਮਜ਼ਾਦਾ ਕਰਾਰ ਦਿੱਤਾ, ਤੇ ਇਹਨੂੰ ਥੱਲੇ ਲਾਓ। ਪੀਰ ਸਕਾਨੀ ਨੇ ਤੈਨੂੰ ਹਰਾਮਜ਼ਾਦਾ ਕਰਾਰ ਕਰ ਦਿੱਤਾ ਤੇ ਤੈਨੂੰ ਥੱਲੇ ਕਿਉਂ करना? रसूल अल्लाह ने अपनी मां ਇਹਨੂੰ ਇੱਥੇ ਲਾਂਤੀ ਮਰਜ਼ੋਟੇ ਨੂੰ ਥੱਲੇ ਸੁੱਟੋ। ਹਰਾਮਜ਼ਾਦੇ ਇਹਨੂੰ ਮਿਰਜ਼ਾ ਕਹਿ ਦਿਆ ਨਹੀਂ, ਹਰਾਮਜ਼ਾਦਾ ਕੀ ਹੈ? ਸਾਰੀ ਮਜ਼ਾਈਅਤ ਤੁਹਾਡੇ ਪੈਰੀ ਨਾ ਆ ਕੇ ਪਈ। ताहर भाई देखिए, मसला ये है कि ये पीर सकानी और उमर बाब इनके दरमियान में जो जजा साहब और ताहिर भाई देखे इन्हू आके किड्डी लगी, बेचारे को बर्दाश्त नहीं पिया हुंदा। उत्ते आके की करे चुकी तार साहब थले ला दियो, मैं केड़े पर इतने ये करुंडिये हैं कि ये अपने ऊपर थोड़ी सी बात को बर्दाश्त ही नहीं कर सकते कि मैनू क्या, हाँ कि मैनू क्या है, वो मेरी ईगो एडी हाई है, आपस में कुत्तों की तरह लड़ते फिरते हैं ईगो की वजह से। हालांकि हम तो इनका ठट्ठा उड़ाते हैं, तू जिन्नी मर्जी मैनू गाला कड, मेरिया फोटो ला, मेरी मां दियां, भैन दियां, बुढ़ी दियां। ਉਹ ਕੋਈ ਕਹਿੰਦਾ ਮੇਰੀ ਕੁੜੀ ਕਿਸੇ ਕਾਲੇ ਨਾਲ ਨੱਸ ਗਈ, ਮੈਂ ਕਿਹਾ ਮੁਬਾਰਕ ਹੋਏ, ਤੇਰੀ ਕੁੜੀ ਨੱਸੀ ਸੀ, ਉਹਨੂੰ ਕਾਲਾ ਵਾਪਸ ਕਰ ਗਿਆ ਕਿ ਉਹਦਾ ਸੁਰਾਖ ਬੰਦ ਸੀ। ਇਹੋ ਜਿਹੇ ਖੋਤੀ ਮਾਂ ਦੇ ਬੱਚੇ ਨੇ कोई ना कोई फजूल बात लेके फिर मेरा आपसे सवाल बात करनी है, सवाल ही नहीं खत्म होते यार। ताहिर साहब मैं आपसे एक छोटी सी बात करके अब जाना चाहता हूँ। ताहिर साहब जिन्हों मिर्जा साहब ने हराम दा एक सेकंड ताहिर साहब, वो यूसुफी भी बड़ी आग लगी मिर्जा साहब उन्होंने खुदा के नबी ने तुम्हें कहा कि तुम यहूदियों की तरह अपनी माँ के साथ ज़ना करोगे, फुद्दू मुसलमानों, उससे भी बड़ी बात हो सकती है। ये भंड है यार, इनका काम मतलब से कोई नहीं है। इन्होंने ये रसूलुल्लाह ने कहा है, मुबाशक ने नहीं कहा। मुबाशक के ऊपर ना कोई गुस्ताखी का इल्जाम लगा देना। नसर ने वालद ने किया था ना, शायद उसके लिए बोला, वो हमारे लिए नहीं बोला। जज़ाकल्लाह। तो आपके तो घर में पप्पू जी निदा नसर के कई हैं, वो अभी मैरी की जो आई है, मैरी देखो कम पांदा मजा आंदा है। और मेरे भरा अपना की ना पप्पू मलक नु भेज देंगे वीडियो देख, और कम ते है पांदा ओ मैरी और मैनू किसे दी नहीं हो परवाह मैरी। ओ चाचा एदियां लत्तां फड़ियो चाचा। एक सेकंड मुबाशक साहब एक सेकंड। मेरा ये तार साहब से क्वेश्चन है कि जो सोशल मीडिया के ऊपर जो अपने मामला हल करने हैं ना, इससे बड़ा दुनिया में कोई पागल आदमी मैंने आज तक नहीं देखा। अगर मैं इसलिए कह रहा हूँ कि आप मेरे अहमदी भाई हैं, अगर कोई मसला मसाइल है तो हम उसको कर लेते हैं। आप ये जो काम है ना, आपको पता नहीं है कि आप उन लोगों के लिए इंटरटेनमेंट बन रहे हैं,
उनसे आपसे कोई प्यार नहीं है। मैं आपको गारंटी से कह रहा हूँ, यहाँ आप पर जो है ना वो एंटरटेनमेंट बन रहे हैं प्यार नहीं अपने जी। साबर साइड भाई जी जी, आपको अगर प्यार होता तो उस दिन पोस्टर उतरवा कर आते। बम्बास्टिक भाई को प्यार था ना, उतर गया था। उतरवा के आए थे। देखे मेहतार साहब, मैं सीसीडी की ब्राड पे गया था, ठीक है, उनसे बात की थी। मैं डरते डरते गया था उनकी ब्राड पे भी, और मुझे बड़ी खुशी हुई कि उन्होंने मेरी बात सुनी और उन्होंने कहा कि मैंने कभी आज तक नहीं गाली निकाली, ठीक है। और बात यह है कि जो बंदा बात सुन लेता है ना, नहीं ना 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 ऐसा ना करें। बात यह है कि हम उनको भी सबर साइड टॉपिक छोड़ दे यार, उसको अकल आता है। अच्छा भला मिच्योर आदमी है, पढ़ा, उसको सब पता, ठीक है। इंशाल्लाह ताला सब ठीक हो जाएंगे। नमाज पढ़ो मस्जिद में जाके इकट्ठे, अल्लाह के हुजूर कोई भी झुको, ऐसी दिल बात साफ हो नहीं जाता है। बिल्कुल। रब्बना ला तुज़िग़ क़ुलूबना बअद इज़ हदायतना व हब लना मिन लदुनका रहमा इन्नका अंतल वहाब। ये पढ़ो अपना 33 दफा पढ़ेगा तो बिल्कुल सेट हो जाएगा, दिल साफ हो जाएगा। तार भाई आप ठीक है, आप हमारे भाई हैं बिल्कुल। आप कोई किसी ने कोई गलत किया है तो हम उसको कंडम करते हैं, बिल्कुल। चलो कोई बात नहीं। हाँ जी, वैसे ऐसे लोग जो हैं वेरी गुड वेरी गुड। और मौलवी साहब आगे ने जजा साहब, मौलवी साहब दी को गल सुनी। एक छोटी सी मिसाल देता हूँ, छोटी सी मिसाल दे देता। बिल्ली जो होती है ना, बिल्ली का सार जहाँ से गुजर जाता है ना, तो जितनी मर्जी मोटी हो, पिछला अपना जो है वो अपना पार्ट गुजार लेती है वहां से। तो इसलिए ये जो वो बिल्ली है, ये कहीं विथ ढूंढती है जहां से उसका सार निकले, तो वहां भाग कर आता है कि देखो हम यहाँ पर ये तमाशा करेंगे। जरीउल्लाह के से आपको दुख पहुंचा है, आप उसके मुखालिफ होकर बैठे हैं, लेकिन वो जरीउल्लाह की तकलीफें कर रहा है आपके सामने बैठकर, आपके ही भाई को गुस्ताख बनाने के लिए, जो बम्बास्टिक साहब है। ना मैं जरीउल्लाह के खिलाफ क्यों बात करूं? उसने कह दिया कोई बात नहीं, खैर है, मेरा भाई है यार। वो पीर इसकानी कहता है ये तो नुतफा है, देश का चेकअप करवा लो अपने बाप का नुतफा नहीं। वो कहते थे डीएनए लबो, बेचारे दा लाभा कौन है? अल्लाह उमेर बात ये कहती है, ये तो फतवे उनके नहीं है, हमारा आपस में मामला है, तो उनका आपस में मामला नहीं है। उसको लाए यहाँ पर, उसको लाते हैं यहाँ पर, पेश करें यहाँ पर हमारे सामने। हजरत अली चोर दिया पुत्रा सानू दाल लाने की कोशिश करेगा तू। हजरत अली का फतवा है, हम तेरे कपड़े उतारेंगे। फुद्दू मुसलमानों, इसको मुसलमान ना समझो, इसके कपड़े उतार दिए हैं। उस वक्त कोई एजेंसियां नहीं इनकी आती कि हजरत अली करमुल्ला वजहों के ऊपर इतना गंदा गलीज इल्जाम तुमने लगाया, बेशर्मा, बेगैरतो, भड़वो। और फिर उसके साथ आमर भाई आओ न फूल मार देने, बूटे मार देने कंजर नू। इतना गंदा गलीज आदमी है कि उसकी अपनी पर्सनल ईगो इतनी है ये कि किसी नबी, किसी रसूल, किसी सहाबा, किसी खलीफा की उसको परवाह नहीं है। उस दोधी को 2 टके का कंजर जानी, जो कि उधर एक यहूदन औरत को अपनी जो बीवी है गुजरात में बच्चियां छोड़ी ही हैं मौलवियों के सहारे पे, तो उथे इटली च दौदा ट्रक पे चलांदा है। फिड़े में लानती है बड़वेया। तो उसके साथ ये बाकी बड़वे, ये शुएब राजा जो चमचे हैं, तो यूसफी फिजी टैक्सी का मुड़ा, ते अपना सफदर टेंटा वाला दा साला, ये इनके स्टैंडर्ड है। सफदर टेंटा वाला, ते फिजी खुसरा, ते शमा खुसरा, ते पता नहीं कौन कौन सी इनकी बातें हैं आपस की, अल्लाह माफ करे। हम तो सुनते हैं और हंसते हैं बस इनके ऊपर। ते एक वो आ जाते, यो की ना है ओदा, मलक कैसा, असी इस्लाम दे मालक हैं, इस्लाम रजिस्टर होया साडे नाम। अच्छा भाई, तो इनकी बातें सुन के हंसा करो। अगर ये गुस्ताखों का पोस्टर बनाते हैं तो अमन नजीर का नाम सबसे पहले आता है। ओ यार बना दे, हमें क्या है, लिखे ना लिखे हमें कोई फर्क नहीं पड़ता। नहीं, मैं वैसे बात कर रहा हूँ कि उनका नाम तो सबसे पहले आता है। ओ भाई, नंबर ये सारे आपस में भड़वे कंजर दल्ले दलाल हैं। वो कहते हैं बिजनेस चलना चाहिए यारा वलाजा। वो क्या कहते हैं कि जब वो 74 की असेंबली में हमारे खलीफा ने इनको पानी पिला पिला के मारा, तो कहते हैं हुन की करिए, चलो शिया नु बुला लईए। वो शिया कलो भी कुछ नहीं, उन्हें कहा मुफ्ती तेरे प्यो दाऊस दी भी तहजीरुन नास निकल आई है कि अगर कोई नबी आ भी जाए तो रसूलुल्लाह की खातमियत पे कोई फर्क नहीं पड़ता।
ਕਹਤਾ ਉਹਨੇ ਕਿਹਾ ਯਾਰ ਬਾਹਰ ਜਾ ਕੇ ਆਪਸ ਵਿੱਚ ਗੱਲ ਕਰ ਲਾਂਗੇ, ਹੁਣ ਤੇ ਮਦਦ ਕਰ ਦੇਣਾ, ਛੱਡ ਦੇ ਯਾਰਾ, ਇਹ ਆਪਸ ਦੀਆਂ ਗੱਲਾਂ ਨੇ। ਇਹ ਡਾਢੇ ਪਿਓ ਨੇ, ਛੱਡ ਦੇ। ਇਹ ਪਿਓ ਡਾਢੇ ਨੇ, ਇਹਨਾਂ ਨਾਲ ਨਿਬੜ ਲਈਏ, ਬਾਕੀ ਫਿਰ ਆਪਸ ਵਿੱਚ ਕਰ ਲਾਂਗੇ। ਉਹ ਛੋਟੇ ਛੋਟੇ ਧੌਣਾ ਸੁੱਟ ਗਏ ਨੇ ਤੇ ਧੋਣੇ ਸੁੱਟ ਕੇ ਕਹਿੰਦਾ ਅਹੀਂ ਉਹਦੀ ਧੌਣ ਥੱਲੇ। ਉਹ ਵੇਖਾ ਕੱਲ ਕੇ ਬੱਚਿਆਂ ਰਜ਼ੀ ਔਰ ਰਹੀ ਕਿਵੇਂ ਛਿੱਤਰ ਫੇੜੇ ਨੇ ਇਹਨਾਂ ਦੇ ਬਾਬਿਆਂ ਨੂੰ, ਆਪਣੇ ਬਾਬਿਆਂ ਨੂੰ ਮੰਨਣ ਤੋਂ ਛੱਡ ਕੇ ਗੌਸ ਬਾਗ ਨੂੰ ਵੀ ਕੰਧ ਨਾਲ ਚੱਕ ਕੇ ਮਾਰਿਆ ਸਾਰੇ ਬਾਬਿਆਂ ਨੂੰ। ਕਹਿੰਦਾ ਸਾਡਾ ਤੱਲੇ ਕੀ ਕੋਈ ਨਹੀਂ, ਆ ਫੇੜੇ ਗੌਸ ਪਾਕ ਅੱਜ ਕਰਮ ਕਰੋ, ਅੱਜ ਕਰਮ ਕਮਾਉਣ ਦਾ ਵੇਲਾ। ਲਵਾਰਸ ਹੋ ਗਏ ਨੇ ਤੇ ਫਿਰ ਬਾਹਰ ਜਾ ਕੇ ਯਾ ਸ਼ੇਖ ਅਬਦੁਲ ਕਾਦਰ ਸ਼ਾਨਿल्ला 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 ਫਿਰ